ਉੱਥੇ ਦਾ ਜਿਹੜਾ ਸਧਾਰਨ ਗੋਰਾ ਬੰਦਾ ਉਹ ਵੀ ਕਹਿੰਦਾ, ਉਹ ਜਦੋਂ ਤੁਹਾਡੇ ਨਾਲ ਕਿਸੇ ਗੱਲ 'ਤੇ ਗੁੱਸਾ ਹੋ ਜਾ ਕਹਿੰਦਾ ਗੋ ਬੈਕ ਟੂ ਯੋਰ ਕੰਟਰੀ। ਉਹ ਮੈਂ ਕਿਹਾ ਹੱਦ ਹੋ ਗਈ ਯਾਰ, ਅਸੀਂ ਇਹ ਹੁਣ ਸਾਡਾ ਕੰਟਰੀ ਨਹੀਂ ਹੈਗਾ, ਅਸੀਂ ਸਾਰੀ ਉਮਰ ਇੱਥੇ ਰਹਿ ਲਈ, ਹਾਈਐਸਟ ਇਨਕਮ 'ਚ ਪਹੁੰਚੇ, ਔਰ ਇੰਨਾ ਵਿਤਕਰਾ ਤੁਸੀਂ ਹੈਰਾਨ ਹੋ ਜਾਓਗੇ। ਜਿਹੜਾ ਭਾਵੇਂ ਜਿੰਨੀ ਮਰਜ਼ੀ ਤੁਹਾਡੀ ਪ੍ਰਾਪਤੀ ਹੋਏ, ਉਹ ਤੁਹਾਨੂੰ ਬੜਾ ਦੁੱਖ ਹੁੰਦਾ। ਮੈਂ ਸਫ਼ਰ ਕਰਕੇ ਦੇਖਿਆ। ਤਾਂ ਫਿਰ ਦੋ ਨਜ਼ਰੀਏ ਉਹਨਾਂ ਦੇ ਕਿਵੇਂ ਹੋ ਸਕਦੇ ਨੇ ਕਿ ਬਜ਼ੁਰਗਾਂ ਦੇ? ਕੁਝ ਬਜ਼ੁਰਗ ਇਹ ਵੀ ਕਹਿੰਦੇ ਨੇ ਕਿ ਕੈਨੇਡਾ ਨੇ ਸਾਡੀ ਜ਼ਿੰਦਗੀ ਵਧਾਤੀ। 1849 ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਖੁਸ਼ਹਾਲ ਖਿੱਤਾ ਸੀਗਾ ਹਰ ਲਿਹਾਜ਼ ਦੇ ਨਾਲ, ਅਤੇ ਉਸ ਵੇਲੇ ਇੰਗਲੈਂਡ 'ਚ ਕੋਈ ਪੜ੍ਹਿਆ ਲਿਖਿਆ ਬੰਦਾ ਹੀ ਨਹੀਂ ਸੀ, ਸਿਵਾਏ ਜਿਹੜੇ 94 ਬੰਦੇ ਜਿਹੜੀ ਸ਼ਾਹੀ ਖਾਨਦਾਨ ਜਾਂ ਅਮੀਰ ਲੋਕ ਹੈ, ਆਮ ਬਿਲਕੁਲ ਅਨਪੜ੍ਹ ਸੀ ਇੰਗਲੈਂਡ। ਜਿਹੜੀ ਗਲਤ ਗੱਲ ਇਸ ਵੇਲੇ ਹੋ ਰਹੀ ਹੈ, ਉਹਦੇ 'ਚ ਇਹ ਕਿਹਾ ਜਾ ਰਿਹਾ ਵੀ ਕੈਨੇਡਾ ਚੰਗਾ ਹੀ ਚੰਗਾ, ਪੰਜਾਬ ਮਾੜਾ ਹੀ ਮਾੜਾ ਹੈ। ਪਰ ਜਿਹੜਾ ਭਾਰਤ ਔਰ ਪੰਜਾਬ ਜਿਹੜਾ ਦੁਨੀਆ 'ਚ ਸਭ ਤੋਂ ਵਧੀਆ ਕਲਾਈਮੇਟ ਜਿਹੜਾ ਹੈ, ਉਹ ਅਸੀਂ ਉਸ ਪੱਖੋਂ ਬਹੁਤ ਕੁਦਰਤ ਨੇ ਸਾਨੂੰ ਬਹੁਤ ਅਮੀਰ ਬਣਾਇਆ। ਮੈਂ 40 ਸਾਲ ਅਮਰੀਕਾ ਰਿਹਾ, ਕੈਨੇਡਾ ਦਾ ਮੇਰਾ ਬਹੁਤ ਹੀ ਆਉਣਾ ਜਾਣਾ ਸੀ, ਹੋਰ ਵੀ ਦੁਨੀਆ ਦੇ ਬਹੁਤ। ਤੋ ਇਹ ਜਿਹੜੀ ਮਾਈਗ੍ਰੇਸ਼ਨ ਹੈ, ਮੇਰਾ ਜਿਹੜਾ ਲੰਬੇ ਸਮੇਂ ਦਾ ਤਜਰਬਾ ਹੈ, ਇਹਦਾ ਐਂਡ ਰਿਜ਼ਲਟ ਟ੍ਰੈਜਡੀ ਹੈ, ਇਹ ਦੁਖਾਂਤ ਹੈ। ਤੋ ਸਾਡੀ ਜਿਹੜੀ ਗੁਰਬਾਣੀ ਦਾ ਜਿਹੜਾ ਮਾਡਲ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਾਡਲ ਹੈ, ਉਹ ਕੁਦਰਤ ਪੱਖੀ ਹੈ ਤੇ ਲੋਕ ਪੱਖੀ ਹੈ। ਹੌਲੀ ਹੌਲੀ ਖੁਸ਼ੀ ਘਟਦੀ ਗਈ, ਨਿਰਾਸ਼ਾ ਵੱਧਦੀ ਗਈ। ਔਰ ਇਹ ਮੇਰੇ ਇਕੱਲੇ ਦੀ ਕਹਾਣੀ ਨਹੀਂ ਹੈ। ਇੱਕ ਬੱਚਾ ਜਿਹੜਾ ਸਾਡਾ ਜਾ ਰਿਹਾ, ਉਹ ਕੈਨੇਡਾ ਵਾਸਤੇ ਜਿਹੜਾ ਦੇਖ ਲਓ ਕਿੰਨੇ ਮਤਲਬ 6 ਕਰੋੜ ਦੇ ਨੇੜੇ ਤੇੜੇ ਪੈਸਾ ਉਹਨਾਂ ਨੂੰ ਸਿੱਧੀ ਬੱਚਤ ਹੈ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਠੀਕ ਠਾਕ ਹੋਵੋਗੇ। ਬੀ ਸੋਸ਼ਲ ਦੀ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੋਣਗੇ ਡਾਕਟਰ ਸਵਰਾਜ ਸਿੰਘ, ਜਿਨ੍ਹਾਂ ਦਾ 28 ਫਰਵਰੀ 2021 ਨੂੰ ਦੇਸ਼ ਸੇਵਕ ਅਖਬਾਰ ਦੇ ਵਿੱਚ ਇੱਕ ਲੇਖ ਛਪਿਆ ਕਿ ਪੰਜਾਬ ਤੋਂ ਜੋ ਪ੍ਰਵਾਸ ਹੋ ਰਿਹਾ, ਉਹ ਸਾਡੇ ਬਜ਼ੁਰਗਾਂ ਦੇ ਲਈ ਨਵੀਆਂ ਚੁਣੌਤੀਆਂ ਅਤੇ ਨਵੀਆਂ ਮੁਸੀਬਤਾਂ ਖੜੀਆਂ ਕਰ ਰਿਹਾ। ਅੱਜ ਦੇ ਇਸ ਵਿਸ਼ੇ 'ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਦਰਸ਼ਕਾਂ ਨਾਲ ਮੈਨੂੰ ਰੂਬਰੂ ਹੋਣ ਦਾ ਮੌਕਾ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਸਵਾਗਤ ਹੈ ਬੀ ਸੋਸ਼ਲ 'ਤੇ। ਤੁਹਾਨੂੰ ਲੱਗ ਰਿਹਾ ਕਿ ਜੋ ਪ੍ਰਵਾਸ ਹੋ ਰਿਹਾ, ਉਹ ਜਿਹੜੀ ਸਾਡੀ ਸੀਨੀਅਰ ਸਿਟੀਜ਼ਨ ਕਲਾਸ ਆ, ਉਹਦੇ ਲਈ ਬੜੀਆਂ ਮੁਸ਼ਕਿਲਾਂ ਖੜੀਆਂ ਕਰ ਰਿਹਾ ਹੈ? ਹਾਂਜੀ, ਮੈਨੂੰ ਤਾਂ ਲੱਗਦਾ ਕਿ ਦੇਖੋ, ਇਹ ਸੁਭਾਵਿਕ ਹੀ ਹੈ ਕਿ ਜਿਨ੍ਹਾਂ ਨੇ ਹੁਣ ਇੱਕ ਜ਼ਿੰਦਗੀ ਦਾ ਤੌਰ ਤਰੀਕਾ, ਲਾਈਫ ਸਟਾਈਲ ਜਿਹੜਾ ਸਾਰੀ ਜ਼ਿੰਦਗੀ ਇੱਕ ਧਰਤੀ 'ਤੇ ਗੁਜ਼ਾਰਿਆ, ਇੱਕ ਸੱਭਿਆਚਾਰ ਦੇ ਵਿੱਚ ਗੁਜ਼ਾਰਿਆ, ਉਹਨਾਂ ਲਈ ਬੇਗਾਨੀ ਧਰਤੀ 'ਤੇ ਇੱਕ ਦੂਸਰੇ ਸੱਭਿਆਚਾਰ 'ਚ ਐਡਜਸਟ ਹੋਣਾ ਬੜਾ ਮੁਸ਼ਕਿਲ ਹੈ। ਇੱਕ ਤਾਂ ਜਿਹੜਾ ਇਹ ਫ਼ਰਕ ਹੈਗਾ ਕਿ ਕਲਾਈਮੇਟ ਦਾ ਫ਼ਰਕ ਹੈ ਕਿ ਠੀਕ ਹੈ ਕਿ ਅਸੀਂ ਹੋਰ ਕਿਸੇ ਪੱਖੋਂ ਅਮੀਰ ਹੋਈਏ ਨਾ ਹੋਈਏ, ਪਰ ਜਿਹੜਾ ਭਾਰਤ ਔਰ ਪੰਜਾਬ ਜਿਹੜਾ ਦੁਨੀਆ 'ਚ ਸਭ ਤੋਂ ਵਧੀਆ ਕਲਾਈਮੇਟ ਜਿਹੜਾ ਹੈ, ਉਹ ਅਸੀਂ ਉਸ ਪੱਖੋਂ ਬਹੁਤ ਕੁਦਰਤ ਨੇ ਸਾਨੂੰ ਬਹੁਤ ਅਮੀਰ ਬਣਾਇਆ। ਔਰ ਕੁਦਰਤ ਦੀ ਅਮੀਰੀ ਦਾ ਇੱਕ ਜਿਹੜਾ ਹੁੰਦਾ ਹੈ ਪੈਮਾਨਾ ਹੁੰਦਾ ਜਿਹੜਾ ਕਿ ਬਾਇਓਡਾਇਵਰਸਿਟੀ ਹੈ, ਕਿੰਨੀਆਂ ਤਰ੍ਹਾਂ ਦੀਆਂ ਭਿੰਨ ਜਿਹੜੀਆਂ ਨੇ ਬਨਸਪਤੀ ਜਾਂ ਹੋਰ ਕਿਸਮਾਂ ਜਿਹੜੀਆਂ ਨੇ ਉੱਥੇ ਹੈਗੀਆਂ, ਹਾਂਜੀ। ਤੋ ਜਿੰਨੀ ਬਾਇਓਡਾਇਵਰਸਿਟੀ ਸਾਡੇ ਦੇਸ਼ 'ਚ, ਇੰਨੀ ਦੁਨੀਆ 'ਚ ਕਿਤੇ ਨਹੀਂ। ਕਿ ਇੱਕ ਉੜੀਸਾ 'ਚ ਹੈਗੀ ਮਾਊਂਟੇਨ ਪਹਾੜ ਹੈ, ਜਿਹਦੇ 28,000 ਕਿਸਮ ਦੀ ਬਨਸਪਤੀ ਹੈ। ਤੋ ਅਸੀਂ ਹਿਮਾਲਾ ਦੇ ਵਿੱਚ ਜਿਹੜੀ ਹੈ, ਇਹ ਅੰਦਾਜ਼ਾ ਲਾਇਆ ਜਾਂਦਾ ਕਿ 90,000 ਕਿਸਮ ਦੇ ਦਰਖਤ, ਝਾੜੀਆਂ, ਬਨਸਪਤੀ ਜਿਹੜੀ ਹੁੰਦੀ। ਹੁਣ ਮੈਂ 40 ਸਾਲ ਅਮਰੀਕਾ ਰਿਹਾ, ਕੈਨੇਡਾ ਦਾ ਮੇਰਾ ਬਹੁਤ ਹੀ ਆਉਣਾ ਜਾਣਾ ਸੀ, ਹੋਰ ਵੀ ਦੁਨੀਆ ਦੇ ਬਹੁਤ ਮੁਲਕ ਦੇਖੇ, ਲੇਕਿਨ ਅਸੀਂ ਸਿਆਟਲ ਰਹਿੰਦੇ ਸੀਗੇ, ਸਿਆਟਲ ਦੇ ਨਜ਼ਦੀਕ, ਤੇ ਵੈਨਕੂਵਰ ਤੋਂ ਬਹੁਤ ਨੇੜੇ ਸੀ, ਜਿਹੜਾ ਪੰਜਾਬੀਆਂ ਦੇ ਵਸੋਂ ਦਾ ਬਹੁਤ ਗੜ੍ਹ ਕਿਹਾ ਜਾ ਸਕਦਾ। ਤਾਂ ਹੁਣ ਉੱਥੇ ਸਿਆਟਲ ਮਤਲਬ ਜਿਹੜੀ ਵਾਸ਼ਿੰਗਟਨ ਸਟੇਟ ਦਾ ਸ਼ਹਿਰ ਹੈ, ਵਾਸ਼ਿੰਗਟਨ ਸਟੇਟ ਨੂੰ ਗ੍ਰੀਨ ਸਟੇਟ ਕਿਹਾ ਗਿਆ, ਸਭ ਤੋਂ ਜ਼ਿਆਦਾ ਉੱਥੇ ਹਰਿਆਵਲ ਹੈ ਬਿਲਕੁਲ। ਲੇਕਿਨ ਤੁਸੀਂ ਜਿਹੜੀ ਵਾਸ਼ਿੰਗਟਨ ਸਟੇਟ ਹੈ, ਦੂਸਰੇ ਜਿਹੜੀ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਹੈ, ਦੋਨੋਂ ਜਿਹੜੇ ਬੜੇ ਨਜ਼ਦੀਕ ਨੇ ਇੱਕ ਦੂਜੇ ਦੇ, ਔਰ ਤੁਸੀਂ ਬਿਲਕੁਲ ਨਹੀਂ ਦੱਸ ਸਕਦੇ ਕਿ ਤੁਸੀਂ ਜਿਹੜੀ ਕੁਦਰਤੀ ਬਨਸਪਤੀ ਜਿਹੜੀ ਆ ਉਹ ਉੱਥੇ ਤੇ ਉੱਥੇ ਇੱਕੋ ਜਿਹੀ ਹੈ। ਲੇਕਿਨ ਹੁਣ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਬਾਇਓਡਾਇਵਰਸਿਟੀ 'ਚ ਕਿੰਨਾ ਫਰਕ ਹੁੰਦਾ ਹੈ। ਕਿ ਮੈਂ ਹੁਣ ਉੱਥੇ ਦੇਖਿਆ
ਕਿ 90% ਤੋਂ ਜ਼ਿਆਦਾ ਜਿਹੜੇ ਦਰਖਤ ਨੇ ਉੱਥੇ ਹਾਂਜੀ ਉਹ ਤਿੰਨ ਕਿਸਮਾਂ ਦੇ ਨੇ ਪਾਈਨ ਟਰੀ ਹਾਂਜੀ ਅਤੇ ਸੀਡਰ ਟਰੀ ਅਤੇ ਸਪਰੂਸ ਟਰੀ ਮਤਲਬ 90% ਤੋਂ ਜ਼ਿਆਦਾ ਜਿਹੜੇ ਨੇ ਇਹੀ ਮਤਲਬ ਤੁਹਾਨੂੰ ਦੱਸਿਆ ਨਾ ਕਿ BC ਹੈ ਚਾਹੇ ਵਾਸ਼ਿੰਗਟਨ ਸਟੇਟ ਹੈ ਇੱਕੋ ਹੀ ਹੈ ਨੈਚੁਰਲ ਜਿਹੜੀ ਕੁਦਰਤੀ ਇੱਕੋ ਜਿਹੀ ਬਿਲਕੁਲ ਤੁਸੀਂ ਦੱਸ ਹੀ ਨਹੀਂ ਸਕਦੇ ਕਿ ਉਹ ਕਿੱਥੇ ਹੈ ਇੱਧਰ ਉੱਧਰ ਹਾਂਜੀ ਤਾਂ ਮਤਲਬ ਕਿਸੇ ਬੰਦੇ ਸਾਡੇ ਕੁਦਰਤ ਨੇ ਹਜ਼ਾਰਾਂ ਕਿਸਮ ਦੇ ਜਿਹੜੇ ਹੈਗੇ ਨੇ ਜਿਹੜੀ ਇੱਥੋਂ ਹੀ ਤੁਹਾਨੂੰ ਰਿਚਨੈਸ ਜਿਹੜੀ ਅਮੀਰੀ ਕੁਦਰਤ ਦੀ ਜਿਹੜੀ ਹੈ ਤਾਂ ਕਹਿਣ ਦਾ ਭਾਵ ਹੈ ਕਿ ਜਿਹੜਾ ਸਾਡਾ ਜਲਵਾਯੂ ਹੈ ਜਿਹੜਾ ਉਹ ਬਹੁਤ ਹੀ ਵਧੀਆ ਹੈਗਾ। ਹੁਣ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਕਿ ਕੈਨੇਡਾ ਜਿਹੜਾ ਹੈਗਾ ਕਿਉਂਕਿ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਪ੍ਰਵਾਸ ਹੈ ਪੰਜਾਬੀਆਂ ਦਾ ਕੈਨੇਡਾ 'ਚ ਹੋ ਰਿਹਾ 70% ਅੱਜ ਲਗਭਗ 70% ਸਾਡੇ ਲੋਕ ਜਿਹੜੇ ਉਹ ਨੌਜਵਾਨ ਕੈਨੇਡਾ ਜਾ ਰਹੇ ਨੇ 20% ਆਸਟ੍ਰੇਲੀਆ ਜਾ ਰਹੇ ਨੇ ਅਤੇ ਬਾਕੀ ਸਾਰੀ ਦੁਨੀਆ 'ਚ 10% ਤੋ ਜ਼ਾਹਰ ਹੈ ਕਿ ਜਦੋਂ ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ ਤਾਂ ਮੁੱਖ ਤੌਰ 'ਤੇ ਪੰਜਾਬ ਬਨਾਮ ਕੈਨੇਡਾ ਦੀ ਗੱਲ ਹੋ ਜਾਂਦੀ ਹੈ। ਤੋ ਕੈਨੇਡਾ ਹੁਣ ਜਿਹੜਾ ਏਰੀਆ ਜਿਹੜਾ ਕੈਨੇਡਾ ਦਾ ਉਹ ਅਮਰੀਕਾ ਨਾਲੋਂ ਵੀ ਵੱਡਾ ਹੈ ਖੇਤਰਫਲ ਜਿਹੜਾ ਨਾ ਸਾਡਾ। ਤੋ ਅਮਰੀਕਾ ਜਿਹੜਾ ਹੈਗਾ ਇੰਡੀਆ ਨਾਲੋਂ 3 ਗੁਣਾ ਵੱਡਾ ਦੇਸ਼ ਹੈ ਏਰੀਆ ਦੇ ਹਿਸਾਬ ਦੇ ਨਾਲ। ਤੋ ਕੈਨੇਡਾ ਲਗਭਗ 4 ਗੁਣਾ ਵੱਡਾ ਹੈ ਕਿਉਂਕਿ ਕੈਨੇਡਾ ਅਮਰੀਕਾ ਨਾਲੋਂ ਵੱਡਾ ਹੈ। ਤੋ ਜਿਹੜੀ ਕੈਨੇਡਾ ਦੀ ਜਿਹੜੀ ਆਬਾਦੀ ਹੈ 3 ਕਰੋੜ ਤੋਂ ਥੋੜ੍ਹੀ ਜ਼ਿਆਦਾ ਹੈਗੀ। ਹੁਣ ਤੁਸੀਂ ਇਹ ਲਾਓ ਅੰਦਾਜ਼ਾ ਕਿ ਐਡੇ ਵੱਡੇ ਮੁਲਕ 'ਚ ਇੰਨੀ ਥੋੜ੍ਹੀ ਆਮ ਕਿਉਂ ਹੈ ਪਾਪੂਲੇਸ਼ਨ ਜਿਹੜੀ ਵਸੋਂ ਜਿਹੜੀ ਹੈ। ਜੇ ਆਪਾਂ ਇਤਿਹਾਸਿਕ ਤੌਰ 'ਤੇ ਦੇਖੀਏ ਵੀ ਵਸੋਂ ਕਿੱਥੇ ਜ਼ਿਆਦਾ ਵਧੀਆ ਕਿਉਂ ਵਸੋਂ ਘੱਟ ਹੈ ਉਹਦੇ ਵਿੱਚ ਹੀ ਤੁਹਾਨੂੰ ਉਹਦਾ ਜਵਾਬ ਮਿਲ ਜਾਂਦਾ ਹੈ। ਜਿੱਥੇ ਪਹਿਲਾਂ ਜਿਹੜੀ ਹੁਣ ਤਾਂ ਸਾਡੇ ਕੋਲ AC ਆ ਗਏ ਦੂਜਾ ਮਤਲਬ ਗਰਮੀਆਂ 'ਚ AC ਚਲਾ ਲਓ ਸਰਦੀਆਂ 'ਚ ਹੀਟਰ ਚਲਾ ਲਓ ਮਤਲਬ ਬਿਲਡਿੰਗਾਂ 'ਚ ਅੰਦਰ ਲੇਕਿਨ ਜਦੋਂ ਇਹ ਸਾਰੀਆਂ ਟੈਕਨੋਲੋਜੀ ਨਹੀਂ ਸੀ ਤਾਂ ਕੁਦਰਤੀ ਤੌਰ 'ਤੇ ਜਿੰਨੀ ਵਸੋਂ ਹੋਈ ਹੈ ਉਹ ਇਹ ਦੱਸਦੀ ਹੈ ਕਿ ਇਹ ਜਗ੍ਹਾ ਕਿੰਨੀ ਕੁ ਰਹਿਣ ਦੇ ਕਾਬਲ ਹੈ। ਤਾਂ ਹੁਣ ਹਿੰਦੁਸਤਾਨ 'ਚ ਇੰਨੇ ਛੋਟੇ ਏਰੀਆ 'ਚ ਇੰਨੀ ਵੱਡੀ ਪਾਪੂਲੇਸ਼ਨ ਕੈਨੇਡਾ ਇੰਨਾ ਖਾਲੀ ਕਿਉਂ ਪਿਆ। ਤਾਂ ਜ਼ਾਹਰ ਹੈ ਕਿ ਕੋਈ ਨਾ ਕੋਈ ਚੀਜ਼ ਤਾਂ ਸੀਗੀ ਜਿਹੜੀ ਕੁਦਰਤੀ ਜਿਹੜੀ ਕੰਡੀਸ਼ਨ ਸੀ ਨੈਚੁਰਲ ਕੰਡੀਸ਼ਨ ਸੀ ਉਹ ਮਨੁੱਖ ਨੇ ਨਹੀਂ ਸਮਝਿਆ ਵੀ ਇੱਥੇ ਇੰਨੀ ਅੱਛੀਆਂ ਨੇ ਜਿਹੜੀਆਂ ਕਿ ਉੱਥੇ ਪਾਪੂਲੇਸ਼ਨ ਨਹੀਂ ਵਧੀ। ਤਾਂ ਇਹ ਇੱਕ ਮਤਲਬ ਆਪਣੇ ਆਪ 'ਤੇ ਕਿਉਂ ਨਹੀਂ ਕਿਉਂਕਿ ਉੱਥੇ ਕੈਨੇਡਾ ਦੇ ਕਈ ਇਹੋ ਜਿਹੇ ਇਲਾਕੇ ਨੇ ਜਿੱਥੇ ਇੰਨੀ ਜ਼ਿਆਦਾ ਠੰਡ ਹੈ ਹਾਂਜੀ ਕਿ ਬੰਦਾ ਮਤਲਬ ਸਾਲ 6 ਮਹੀਨੇ ਤੋਂ ਜ਼ਿਆਦਾ ਤਾਂ ਉਹ ਮਤਲਬ ਘਰੋਂ ਬਾਹਰ ਤੋਂ ਨਿਕਲਣਾ ਹੀ ਸੰਭਵ ਨਹੀਂ ਹੈ ਹਾਂਜੀ। ਫਿਰ ਕਈ ਜਗ੍ਹਾ 'ਤੇ ਇਹੋ ਜਿਹੇ ਇੱਥੇ ਸੂਰਜ ਨਹੀਂ ਨਿਕਲਦਾ ਮਹੀਨੇ ਬਾਅਦ ਸੂਰਜ ਨਹੀਂ ਨਿਕਲਦਾ। ਹੁਣ ਇਹ ਜਿਹੜੀਆਂ ਨੇ ਕਿ ਠੰਡ ਜਿਹੜੀ ਹੈ ਜਾਂ ਸੂਰਜ ਦਾ ਨਾ ਨਿਕਲਣਾ ਜਿਹੜਾ ਇਹ ਆਪਣੇ ਆਪ 'ਚ ਕੁਛ ਸਮੱਸਿਆਵਾਂ ਜਿਹੜੀਆਂ ਪੈਦਾ ਕਰਦੀ ਹੈ ਕਿ ਠੰਡ ਦੇ ਨਾਲ ਜਿਹੜਾ ਹੈਗਾ ਤੁਹਾਡਾ ਸੋਸ਼ਲ ਜਿਹੜਾ ਇੰਟਰੈਕਸ਼ਨ ਜਿਹਨੂੰ ਕਹੀ ਹੈ ਸਮਾਜਿਕ ਅੰਤਰ ਕਿਰਿਆ ਵੀ ਬੰਦਾ ਜਿਹੜਾ ਜੇ ਇੰਨੀ ਜ਼ਿਆਦਾ ਠੰਡ ਹੋਏਗੀ ਤਾਂ ਅੰਦਰ ਵੜ ਜਾਏਗਾ ਤਾਂ ਸਮਾਜ ਨਾਲ ਜਿਹੜਾ ਉਹਦਾ ਸੰਬੰਧ ਜਿਹੜਾ ਉਹ ਟੁੱਟਦਾ। ਇੱਥੇ ਸਾਡੇ ਬਜ਼ੁਰਗਾਂ ਨੂੰ ਇੱਕ ਬੜੀ ਵੱਡੀ ਜਿਹੜੀ ਹੈ ਕਿ ਲਗਭਗ ਸਾਰਾ ਸਾਲ ਜਿਹੜਾ ਹੈਗਾ ਉਹ ਤੁਰੇ ਫਿਰਦੇ ਆ ਕੋਈ ਉਹਨਾਂ ਨੂੰ ਮਤਲਬ ਬਾਹਰ ਜਾਣ 'ਚ ਸਮੱਸਿਆ ਨਹੀਂ ਹੈਗੀ। ਦੂਸਰੀ ਚੀਜ਼ ਕਿ ਸਾਡੀ ਜਿਹੜੀ ਵਸੋਂ ਬੜੀ ਜਿਹਨੂੰ ਆਪਾਂ ਕਹੀਏ ਸੰਘਣੀ ਹੈ ਕੰਸਨਟਰੇਟਡ ਹੈ ਏਰੀਆ ਬਹੁਤ ਥੋੜ੍ਹਾ ਹੈਗਾ ਅਤੇ ਉਹ ਮਤਲਬ ਤਕਰੀਬਨ ਸਾਡੇ ਵੀ 3.25 ਕਰੋੜ ਹੈ 3 ਕਰੋੜ ਤੋਂ ਥੋੜ੍ਹੀ ਜਿਹੀ ਜ਼ਿਆਦਾ ਕੈਨੇਡਾ ਦੀ ਹੈ ਅਤੇ ਇੰਨਾ ਕੁ ਪੰਜਾਬ ਆਪਾਂ ਤਾਂ ਇੰਡੀਆ ਨਾਲੋਂ ਕੈਨੇਡਾ ਜਿਹੜਾ 4 ਗੁਣਾ ਵੱਡਾ ਅਤੇ ਪੰਜਾਬ ਨਾਲੋਂ ਤਾਂ ਫਿਰ ਅੰਦਾਜ਼ਾ ਲਾਓ ਵੀ ਕਿੰਨੇ ਕੁ ਗੁਣਾ 100 ਗੁਣਾ ਤੋਂ ਵੀ ਜ਼ਿਆਦਾ ਮਤਲਬ ਏਰੀਆ 'ਚ ਵੱਡਾ ਹੋਏਗਾ ਅਤੇ ਆਬਾਦੀ ਤਕਰੀਬਨ ਬਰਾਬਰ ਹੈ। ਤਾਂ ਇਹਦਾ ਮਤਲਬ ਕੀ ਹੁੰਦਾ ਕਿ ਡਿਸਟੈਂਸ ਜਿਹੜੇ ਨੇ ਉਹ ਬਹੁਤ ਵੱਧ ਜਾਂਦੇ ਨੇ ਕਿ ਆਪਾਂ ਹੁਣ ਇੱਥੇ ਬਜ਼ੁਰਗ ਨੇ ਉਹ ਉੱਠ ਕੇ ਜੇ ਉਹਨਾਂ ਨਾਲ ਗੁਰਦੁਆਰਾ ਚਲੋ ਅੱਧੇ ਮੀਲ 'ਤੇ ਹੈ ਜਾਂ 100 ਗਜ 'ਤੇ 200 ਗਜ ਬਾਜ਼ਾਰ ਹੈ ਹੋਰ ਕਿਸੇ ਤੂੰ ਕਿਤੇ ਉਹ ਤੁਰੇ ਫਿਰ ਕੇ ਕਿਤੇ ਉਹਨੂੰ ਨਾਲ ਸਿਰਫ ਤੁਰੇ ਫਿਰਦੇ ਨੇ ਕਿ ਮੌਸਮ ਅੱਛਾ ਹੈਗਾ ਨਾਲ ਉਹ ਜੇ ਜਾਣਾ ਚਾਹਣ ਤੁਰ ਕੇ ਉਹ ਕਈ ਜਗ੍ਹਾ 'ਤੇ ਜਾ ਸਕਦੇ ਨੇ ਹੈ ਕਿ ਉਹ ਮਤਲਬ ਗੁਰਦੁਆਰੇ ਜਾਣ ਚਾਹਣ ਕਿਤੇ ਬਾਜ਼ਾਰ 'ਚ ਕੋਈ ਚੀਜ਼ ਜਾਣ ਜਾਂ ਕੋਈ ਦੁਕਾਨ 'ਤੇ ਚਲੇ ਜਾਣ ਹੈ ਜੀ ਕਿਤੇ ਪਾਰਕ 'ਚ ਤੁਰ ਕੇ ਚਲੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਮਤਲਬ ਜਿਹੜੀਆਂ ਨੇੜੇ ਜਿੱਥੇ ਤੁਰ ਕੇ ਜਾ ਸਕਦਾ। ਹੁਣ ਕੈਨੇਡਾ ਕਿਉਂਕਿ ਐਡਾ ਵੱਡਾ ਮੁਲਕ ਹੈ ਇੰਨਾ ਵੱਡਾ ਏਰੀਆ ਹੈ ਉੱਥੇ ਤੁਸੀਂ ਉਨੇ ਗੁਣਾ ਡਿਸਟੈਂਸ ਵੱਧ ਜਾਂਦਾ ਕਿ ਤੁਰ ਕੇ ਬਹੁਤ ਮੁਸ਼ਕਿਲ ਇੱਕ ਤਾਂ ਸਰਦੀ ਜਿਹੜੀ ਹੈਗੀ ਉਹਦੇ ਕਰਕੇ ਤੁਸੀਂ ਨਿਕਲਣਾ ਮੁਸ਼ਕਿਲ ਹੈ। ਦੂਸਰੀ ਚੀਜ਼ ਹੈ ਕਿ ਜਿਹੜਾ ਵਕਫਾ ਹੈ ਡਿਸਟੈਂਸ ਹੈ ਜਿਹੜਾ ਫਾਸਲਾ ਬਹੁਤ ਜ਼ਿਆਦਾ ਹੈ ਉਹ ਮਤਲਬ ਕਾਰਾਂ 'ਤੇ ਹੀ ਆਉਣਾ ਜਾਣਾ ਹੋ ਸਕਦਾ ਹੈ ਤੁਰ ਕੇ ਜਾਣਾ ਬਹੁਤ ਮੁਸ਼ਕਿਲ ਹੈ ਜੀ। ਤੀਸਰੀ ਜਿਹੜੀ ਚੀਜ਼ ਹੁੰਦੀ ਹੈ ਕਿ ਜਿਹੜਾ ਧੁੱਪ ਦਾ ਨਾ ਨਿਕਲਣਾ ਜਿਹੜਾ ਉਹ ਮਤਲਬ ਬੰਦੇ ਦੇ ਜਿਹੜਾ ਮੂਡ ਦੇ ਉੱਪਰ ਜਿਹੜਾ ਬੜਾ ਅਸਰ ਪਾਉਂਦਾ ਹੈ ਕਿ ਜਦੋਂ ਧੁੱਪ ਨਿਕਲਦੀ ਹੈ
ਤੇ ਉਹਦੇ ਨਾਲ ਤੁਹਾਡੇ ਜਿਹੜੇ ਨੇ ਇੱਕ ਬੋਡੀ ਹਾਰਮੋਨ ਨਿਕਲਦੇ ਨੇ ਜਿਨ੍ਹਾਂ ਨੂੰ ਅਸੀਂ ਐਂਡੋਰਫਿਨ ਕਹਿੰਦੇ ਹਾਂ। ਉਹ ਸਾਨੂੰ ਸਾਡੇ ਮੂਡ ਨੂੰ ਮਤਲਬ ਅਪਲਿਫਟ ਕਰਦਾ, ਸਾਨੂੰ ਚੰਗਾ ਮਹਿਸੂਸ ਹੁੰਦਾ ਹੈ, ਅਸੀਂ ਖੁਸ਼ ਲੱਗਦੇ ਹਾਂ ਕਿ ਉਹ ਸਾਨੂੰ ਮਤਲਬ ਜਦੋਂ ਨਾ ਹੋਣ ਤਾਂ ਅਸੀਂ ਡਿਪਰੈਸ਼ਨ ਚਲੇ ਜਾਂਦੇ ਹਾਂ। ਤੋ ਇੱਕ ਬਹੁਤ ਵੱਡੀ ਸਮੱਸਿਆ ਜਿਹੜਾ ਕੈਨੇਡਾ ਦੀ ਹੈ, ਜਿਹੜੀ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਹੈ ਕਿ ਡਿਪਰੈਸ਼ਨ ਬਹੁਤ ਲੋਕਾਂ ਨੂੰ ਇਸ ਕਰਕੇ ਕਿ ਸੂਰਜ ਦਾ ਨਾ ਨਿਕਲਣਾ, ਉਹਦੇ ਨਾਲ ਐਂਡੋਰਫਿਨ ਘਟ ਜਾਂਦੇ ਆ ਤੇ ਉਹਦੇ ਇੱਕ ਜਿਹੜਾ ਠੰਡ ਕਰਕੇ ਜਿਹੜਾ ਸਮਾਜਿਕ ਜਿਹੜੀ ਅੰਤਰਕਿਰਿਆ ਉਹ ਘਟ ਜਾਂਦੀ ਹੈ। ਇੱਕ ਡਿਸਟੈਂਸ ਜ਼ਿਆਦਾ ਹੋਣ ਕਰਕੇ ਖੁੱਲ੍ਹਾ ਨਾ ਬਜ਼ੁਰਗਾਂ ਨੂੰ ਅਤੇ ਇਹ ਮਹਿਸੂਸ ਹੋਣਾ ਵੀ ਅਸੀਂ ਜਿੱਦਾਂ ਉੱਥੇ ਤੁਰੇ ਫਿਰਦੇ ਸੀ ਤੇ ਨਹੀਂ ਕਰ ਸਕਦੇ, ਡੱਕੇ ਹੋਏ ਹਾਂ। ਇਹ ਸਾਰੀਆਂ ਚੀਜ਼ਾਂ ਡਿਪਰੈਸ਼ਨ 'ਚ ਧੱਕਦੀਆਂ ਨੇ। ਡਾਕਟਰ ਸਾਹਿਬ ਦੋ ਗੱਲਾਂ ਨੇ, ਜਿਵੇਂ ਇਹੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਮੇਰੇ ਰਲਵੇਂ ਮਿਲਵੇਂ ਇਹਦੇ ਵਿੱਚ ਤਜਰਬੇ ਰਹੇ ਨੇ ਕਿ ਜਿਵੇਂ ਗੱਲਬਾਤ ਕਰਨ ਦੇ ਮਾਧਿਅਮ ਨਾਲ ਕੁਝ ਬਜ਼ੁਰਗ ਨੇ, ਸਾਡੇ ਪਿੰਡ ਦੀਆਂ ਕੁਝ ਬੀਬੀਆਂ ਨੇ, ਉਹ ਕਹਿੰਦੀਆਂ ਨੇ ਕਿ ਕੈਨੇਡਾ ਨੇ ਸਾਡੀ ਉਮਰ ਵਧਾਤੀ। ਕੁਝ ਜਿਹੜੇ ਬਜ਼ੁਰਗ ਨੇ ਉਹ ਕਹਿੰਦੇ ਨੇ ਕਿ ਉੱਥੇ ਰਹਿਣਾ ਮੈਨੂੰ ਬਹੁਤ ਔਖਾ ਲੱਗਦਾ ਹੈ ਨਾ। ਤਾਂ ਇਹ ਇੱਕੋ ਕਲਾਸ ਦੇ ਦੋ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਹੈ ਨਾ, ਤਾਂ ਫਿਰ ਦੋ ਨਜ਼ਰੀਏ ਉਹਨਾਂ ਦੇ ਕਿਵੇਂ ਹੋ ਸਕਦੇ ਨੇ ਕਿ ਬਜ਼ੁਰਗਾਂ ਦੇ? ਕੁਝ ਬਜ਼ੁਰਗ ਇਹ ਵੀ ਕਹਿੰਦੇ ਨੇ ਕਿ ਕੈਨੇਡਾ ਨੇ ਸਾਡੀ ਜ਼ਿੰਦਗੀ ਵਧਾਤੀ, ਉਮਰ ਵਧਾਤੀ ਹੈ ਨਾ, ਕਿਉਂਕਿ ਕਹਿੰਦੇ ਉੱਥੇ ਅਸੀਂ ਵਧੀਆ ਖਾ ਪੀ ਲੈਂਦੇ ਹਾਂ, ਉੱਥੇ ਸਾਨੂੰ ਸਿਹਤ ਸੰਬੰਧੀ ਵਧੀਆ ਸਹੂਲਤਾਂ ਨੇਗੀਆਂ, ਜਾਂ ਫਿਰ ਅਸੀਂ ਆਪਦੇ ਪਰਿਵਾਰ ਕੋਲੇ ਬੈਠੇ ਹਾਂ, ਇੱਥੇ ਅਸੀਂ ਇਕੱਲੇ ਹਾਂ, ਅਸੀਂ ਇਕੱਲੇ ਮਹਿਸੂਸ ਕਰਦੇ ਹਾਂ, ਉੱਥੇ ਪਰਿਵਾਰ ਆ, ਗਾਹਾਂ ਪੋਤੇ ਪੋਤੀਆਂ ਨੇ, ਉਹਨਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਤਾਂ ਸਾਨੂੰ ਜ਼ਿਆਦਾ ਚੰਗਾ ਲੱਗਦਾ। ਦੇਖੋ ਇੱਕ ਗੱਲ ਕਿ ਪਹਿਲੀ ਗੱਲ ਕਿ ਕੁਦਰਤ ਨੇ ਕੋਈ ਵੀ ਚੀਜ਼ ਜਿਹੜੀ ਹੈ ਇੱਦਾਂ ਨਹੀਂ ਨਖੇੜਾ ਕੀਤਾ ਹੋਇਆ ਵੀ ਇੱਕ ਚੰਗਾ ਇੱਕ ਮਾੜਾ ਹੈ। ਕੋਈ ਵੀ ਚੀਜ਼ ਜਿਹੜੀ ਹੈ ਕੁਦਰਤ ਨੇ ਉਹਨੇ ਦੋਨੋਂ ਪੱਖ ਦਿੱਤੇ ਨੇ। ਹੁਣ ਸਮੱਸਿਆ ਇਹ ਠੀਕ ਹੈ, ਕੈਨੇਡਾ ਦੇ ਵੀ ਕਈ ਚੰਗੀਆਂ ਚੀਜ਼ਾਂ ਨੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਲੇਕਿਨ ਜਿਹੜੀ ਗਲਤ ਗੱਲ ਇਸ ਵੇਲੇ ਹੋ ਰਹੀ ਹੈ ਉਹਦੇ 'ਚ ਇਹ ਕਿਹਾ ਜਾ ਰਿਹਾ ਵੀ ਕੈਨੇਡਾ ਚੰਗਾ ਹੀ ਚੰਗਾ, ਪੰਜਾਬ ਮਾੜਾ ਹੀ ਮਾੜਾ ਹੈ। ਇਹ ਗੱਲ ਜਿਹੜੀ ਗੈਰ ਕੁਦਰਤੀ ਹੈ, ਇਹ ਹੋ ਹੀ ਨਹੀਂ ਸਕਦਾ। ਕੁਦਰਤ ਨੇ ਇੱਦਾਂ ਕੋਈ ਬਣਾਈ ਨਹੀਂ, ਕੋਈ ਚੀਜ਼ ਚੰਗੀ ਬਣਾਤੀ ਕੋਈ ਮਾੜੀ। ਚੰਗਾ ਔਰ ਮਾੜਾ ਦੋਨਾਂ ਤੋਂ ਠੀਕ ਹੈ। ਕੁਛ ਇੱਕ ਤਾਂ ਗੱਲ ਇਹ ਹੈਗੀ ਉਹਦੇ ਜਿਹੜੀ ਤੁਸੀਂ ਕਹਿੰਦੇ ਹੋ ਜਿਹੜੇ ਬਜ਼ੁਰਗਾਂ ਦੀ ਜਿਹੜੀ ਹੈਗੀ ਫੀਲਿੰਗ ਕਿ ਕਈ ਉਹਦੇ ਪਿੱਛੇ ਕੁਛ ਫੈਕਟਰ ਨੇ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਨਾ ਇਹ ਜਿਹੜੇ ਫੈਕਟਰ ਨੇ ਸਾਰਿਆਂ ਨੂੰ ਜਿਹੜੇ ਕਲਾਈਮੇਟ ਦਾ ਫੈਕਟਰ ਹੈ ਜਾਂ ਜਿਹੜਾ ਸੂਰਜ ਨਾ ਨਿਕਲਣਾ, ਜਿਹੜਾ ਡਿਪਰੈਸ਼ਨ ਹੈ, ਇਹ ਤਾਂ ਕੋਈ ਮਤਲਬ ਕੋਈ ਸਟੱਡੀ ਜਿਹੜੀ ਆ ਪ੍ਰੂਵ ਕਰ ਦਿੰਦੀ ਹੈ ਕਿ ਉੱਥੇ ਡਿਪਰੈਸ਼ਨ ਬਹੁਤ ਜ਼ਿਆਦਾ ਹੈ ਬਜ਼ੁਰਗਾਂ ਦਾ। ਇਹ ਬਿਲਕੁਲ ਸਹੀ ਹੈ। ਹਾਂਜੀ, ਇੱਕ ਜਿਹੜਾ ਅੱਗੋਂ ਜਿਹੜਾ ਤੁਹਾਡਾ ਅਗਲਾ ਸਵਾਲ ਹੈ ਕਿ ਵੱਖ-ਵੱਖ ਪਿਛੋਕੜ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਲਈ ਐਡਜਸਟਮੈਂਟ ਦੇ ਵਿੱਚ ਫਰਕ ਹੈ ਕਿ ਐਡਜਸਟਮੈਂਟ ਜਿਹੜਾ ਉਹਦੇ 'ਚ ਦੋ ਚੀਜ਼ਾਂ ਨੇ। ਤੁਸੀਂ ਕਹਿੰਦੇ ਕਈ, ਇੱਕ ਤਾਂ ਟਾਈਮ ਵਾਈਜ਼ ਕਿ ਜਿਹੜੇ ਨਵੇਂ ਬੰਦੇ ਗਏ ਨੇ, ਪਹਿਲੇ ਗਏ ਨੇ, ਉਹ ਜਿਹੜੇ ਨੇ ਉਹਨਾਂ ਨੂੰ ਹਾਲੇ ਉੱਥੋਂ ਦੀਆਂ ਸਮੱਸਿਆਵਾਂ ਦਾ ਨਹੀਂ ਪਤਾ ਹੁੰਦਾ, ਉਹਨਾਂ ਨੂੰ ਚੰਗੀਆਂ ਚੀਜ਼ਾਂ ਪਹਿਲਾਂ ਜ਼ਿਆਦਾ ਦਿਸਦੀਆਂ ਨੇ ਹੈ। ਜਿਉਂ ਤੁਹਾਨੂੰ ਰਹਿਣਾ ਪੈਂਦਾ ਉੱਥੇ ਫਿਰ ਤੁਹਾਨੂੰ ਉਹਦਾ ਜਿਹੜਾ ਹੈਗਾ ਨੈਗੇਟਿਵ ਜਿਹੜਾ ਨਾ ਪੱਖੀ ਉਹ ਵੀ ਪੱਖ ਤੁਹਾਡੇ ਸਾਹਮਣੇ ਆਉਂਦੇ ਆ। ਹੁਣ ਮੈਂ ਉਹ ਅੱਗੇ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਰਹੀ ਸੀ, ਐਗਜ਼ਾਮਪਲ ਦਿੱਤੀ ਸੀ ਵੀ ਕਿਸੇ ਇੱਥੋਂ ਇੱਕ ਕਾਲਜ ਦੀ ਜਿਹੜੀ ਰਿਟਾਇਰਡ ਪ੍ਰਿੰਸੀਪਲ ਗਈ ਅਤੇ ਉਹਨੇ ਫਟਾਫਟ ਉੱਥੇ ਪੰਜਾਬੀ ਲੇਖ ਅਖਬਾਰ ਲਈ ਲੇਖ ਲਿਖਤਾ ਕਿ ਜੇ ਧਰਤੀ 'ਤੇ ਸਵਰਗ ਹੈ ਤਾਂ ਕੈਨੇਡਾ 'ਚ ਹੈ। ਅਤੇ ਹੁਣ ਇੱਕ ਬਜ਼ੁਰਗ ਨੇ ਉਹਨੂੰ ਫੋਨ ਕੀਤਾ ਅਤੇ ਉਹਨਾਂ ਨੇ ਮਤਲਬ ਕਿਹਾ ਕਿ ਬੀਬੀ ਤੈਨੂੰ ਕੈਨੇਡਾ ਆਇਆ ਕਿੰਨੀ ਦੇਰ ਹੋਈ? ਉਹ ਕਹਿੰਦੀ 2 ਮਹੀਨੇ। ਉਹ ਕਹਿੰਦਾ ਜੇ ਤੂੰ 2 ਸਾਲ ਰਹਿਣ ਤੋਂ ਬਾਅਦ ਵੀ ਇਹੀ ਲੇਖ ਲਿਖਦੇ ਫਿਰ ਮੈਂ ਤੇਰੇ ਯਕੀਨ ਕਰ ਲਵਾਂ। ਤੋ ਇੱਕ ਇਹ ਵੀ ਹੈ ਕਿ ਜਿੰਨਾ ਜਿਉਂ ਤੁਸੀਂ ਲੰਬਾ ਰਹਿੰਦੇ ਹੋ ਫਿਰ ਤੁਹਾਨੂੰ ਜ਼ਿਆਦਾ ਉੱਥੋਂ ਦੀਆਂ ਜ਼ਿਆਦਾ ਪਤਾ ਲੱਗਦਾ ਚੰਗੀਆਂ ਮਾੜੀਆਂ। ਪਹਿਲਾਂ ਚੰਗੀਆਂ ਹੀ ਨਜ਼ਰ ਆਉਂਦੀਆਂ ਹੈਗੀਆਂ ਜੀ ਨਵੇਂ ਬੰਦੇ ਨੂੰ। ਤੋ ਇੱਕ ਜਿਹੜਾ ਹੈਗਾ ਕਿ ਤੁਹਾਡਾ ਜਿਹੜਾ ਸੋਸ਼ੋ ਇਕਨੋਮਿਕ ਸਟੇਟਸ ਜਿਹੜਾ ਐਜੂਕੇਸ਼ਨਲ ਲੈਵਲ ਜਿਹੜਾ ਉਹ ਵੀ ਫਰਕ ਪਾਉਂਦਾ ਹੈਗਾ ਵੀ ਜਿਹੜੇ ਹੁਣ ਇੱਕ ਸਮੱਸਿਆ ਬਜ਼ੁਰਗਾਂ ਨੂੰ ਜਿਹੜੀ ਆਉਣੀ ਹੈ ਕਿ ਪੰਜਾਬ ਦੇ ਕਿ ਬਜ਼ੁਰਗ ਅੰਗਰੇਜ਼ੀ ਨਹੀਂ ਜਾਣਦੇ, ਜਿਹੜੇ ਬਜ਼ੁਰਗ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ। ਅੱਛਾ, ਕੁਛ ਬਜ਼ੁਰਗ ਜਿਹੜੇ ਅੰਗਰੇਜ਼ੀ ਜਾਣਦੇ ਆ ਲੇਕਿਨ ਉੱਥੋਂ ਦਾ ਉਹਨਾਂ ਨੂੰ ਐਕਸੈਂਟ ਨਹੀਂ ਸਮਝ ਆਉਂਦਾ, ਲਹਿਜਾ ਜਿਹੜਾ ਬੋਲਣ ਦਾ ਜਿਹੜਾ। ਇੱਕ ਬਜ਼ੁਰਗ ਜਿਹੜੇ ਚਲੋ ਉਹਨਾਂ ਦੋਨੋਂ ਹੀ ਚੀਜ਼ਾਂ ਆਉਂਦੀਆਂ ਨੇ, ਉਹਨਾਂ ਨੂੰ ਮਤਲਬ ਅੰਗਰੇਜ਼ੀ ਵੀ ਆਉਂਦੀ ਹੈ, ਉਹ ਐਕਸੈਂਟ ਵੀ ਸਮਝ ਜਾਂਦੇ ਆ, ਲੇਕਿਨ ਉਹਨਾਂ ਦਾ ਮੈਨਰਿਜ਼ਮ ਜਿਹੜਾ ਹੈਗਾ ਹਾਂਜੀ ਉਹ ਨਹੀਂ ਉਹਨਾਂ ਨੂੰ ਸਮਝ ਆਉਂਦਾ। ਉਹ ਇੱਕ ਉਹਨਾਂ ਲਈ ਜਿਹੜਾ ਹੈਗਾ ਹਾਂਜੀ ਜਿਹੜੇ ਉਹਨਾਂ ਦੇ ਤੌਰ ਤਰੀਕੇ ਉਹ ਸਮਾਜ ਦੇ ਜਿਹੜੇ ਨੇ ਉਹ ਨਹੀਂ ਉਹਨਾਂ ਨੂੰ ਮਤਲਬ ਉਹਦੇ ਤੋਂ ਵਾਕਫ ਨਹੀਂ ਹੈਗੇ। ਤਾਂ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਦਾ ਜਿਹੜਾ ਸਮਾਜ ਦੇ ਨਾਲ ਜਿਹੜਾ ਸੋਸ਼ਲ ਇੰਟਰੈਕਸ਼ਨ ਹੈਗਾ, ਸਮਾਜਿਕ ਅੰਤਰਕਿਰਿਆ
ਸੀਮਤ ਹੋ ਲਿਮਿਟ ਹੋ ਜਾਂਦੀ ਹੈ। ਤਾਂ ਠੀਕ ਹੈ, ਕੁਝ ਲੋਕ ਨੇ ਜਿਹੜੇ ਜਿਸ ਤਰ੍ਹਾਂ ਵੀ ਪੜ੍ਹੇ ਲਿਖੇ ਵੀ ਚੰਗੇ ਨੇ, ਚੰਗੀਆਂ ਫੈਮਲੀਆਂ, ਉਹਨਾਂ ਨੇ ਸਾਰੇ ਮਤਲਬ ਹਿੰਦੁਸਤਾਨ ਘੁੰਮ ਕੇ ਦੇਖਿਆ ਜਾਂ ਹੋਰ ਵੀ ਦੇਸ਼ ਪਹਿਲਾਂ ਹੀ ਘੁੰਮੇ ਹੁੰਦੇ ਆ, ਉਹ ਮਤਲਬ ਉਹ ਐਡਜਸਟ ਕਰਨਾ ਉਹਨਾਂ ਲਈ ਥੋੜ੍ਹਾ ਜਿਹਾ ਜ਼ਿਆਦਾ ਆਸਾਨ ਹੈ। ਲੇਕਿਨ ਬਹੁਤ ਸਾਰਿਆਂ ਲਈ, ਕਿਉਂਕਿ ਜਿੰਨੀ ਸਟੱਡੀ ਹੋਈ ਹੈ, ਮੈਂ ਤੁਹਾਨੂੰ ਹੁਣ ਇੱਕ ਐਗਜ਼ਾਮਪਲ ਦਿੰਦਾ ਵੀ ਇੱਕ ਇੱਥੋਂ ਬਜ਼ੁਰਗ ਗਏ, ਉਹਨਾਂ ਨੇ ਔਰ ਮੈਨੂੰ ਆਪਣਾ ਲੰਬੇ ਸਮੇਂ ਦਾ ਮੈਨੂੰ ਆਪਣਾ ਵੀ ਤਜਰਬਾ ਹੈ, ਮੈਂ ਜਿਹੜਾ ਹੰਡਾਇਆ 40 ਸਾਲ ਰਹਿ ਕੇ ਮੈਨੂੰ ਵੀ ਪਤਾ ਹੈ। ਤਾਂ ਚਲੋ ਖੈਰ ਇੱਕ ਨੇ ਹੁਣੇ ਰੀਸੈਂਟ ਗੱਲ ਹੈਗੀ, ਉਹਨੇ ਕੋਈ ਜ਼ਿਆਦਾ ਦੇਰ ਨਹੀਂ ਹੋਈ, ਅਤੇ ਉਹਨਾਂ ਦੇ ਬਹੁਤ ਉਹਨਾਂ ਨੇ ਬੱਚਿਆਂ ਨੇ ਕਿਹਾ ਕਿ ਜੀ ਤੁਸੀਂ 6 ਮਹੀਨੇ ਰਹੋ ਸਾਡੇ ਕੋਲ, ਰਹਿ ਕੇ ਤਾਂ ਦੇਖੋ, ਰਹਿ ਕੇ ਉਹ 2 ਮਹੀਨੇ ਬਾਅਦ ਹੀ ਉਹ ਕਹਿੰਦੇ ਨਹੀਂ, ਮਤਲਬ ਮੈਨੂੰ ਨਹੀਂ, ਮੈਂ ਤਾਂ ਪੰਜਾਬ ਹੀ ਠੀਕ ਹਾਂ। ਤਾਂ ਲੇਕਿਨ ਉਹਨਾਂ ਨੇ ਇੱਕ ਗੱਲ ਵੱਖਰੀ ਕੀਤੀ, ਉਹਨਾਂ ਨੇ ਹਰ ਇੱਕ ਨੂੰ ਜਿਹਦੀ 50 ਸਾਲ ਤੋਂ ਉੱਪਰ ਉਮਰ ਹੈ, ਅਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ। 70% ਤੋਂ ਜ਼ਿਆਦਾ ਉਹਨਾਂ ਨੂੰ ਲੋਕਾਂ ਨੇ, ਬਜ਼ੁਰਗਾਂ ਨੇ ਕਿਹਾ ਕਿ ਅਸੀਂ ਤਾਂ ਜੇਲ੍ਹ ਇੱਦਾਂ ਮਹਿਸੂਸ ਕਰਦੇ ਹਾਂ ਜੇਲ੍ਹ ਕੱਟ ਰਹੀ ਹੋਈ ਹੈ। ਅੱਛਾ, ਹੁਣ ਇੱਥੇ ਫਗਵਾੜੇ ਦੇ ਵਿੱਚ ਇੱਥੇ ਇੱਕ ਪੱਤਰਕਾਰਾਂ ਦੀ ਐਸੋਸੀਏਸ਼ਨ ਨੇ ਮੈਨੂੰ ਆਨਰ ਕੀਤਾ ਅਤੇ ਮੇਰਾ ਸਨਮਾਨ ਕੀਤਾ, ਅਤੇ ਉਹਨਾਂ ਨੇ ਇੱਕ ਕੈਨੇਡਾ ਦੇ ਬਹੁਤ ਹੀ ਕਾਮਯਾਬ, ਜਿਹੜੇ ਬਹੁਤ ਹੀ ਅਮੀਰ ਜਿਹੜੇ ਪ੍ਰਵਾਸੀ ਨੇ, ਜਿਹੜੇ ਵੈਰੀ ਵੈਰੀ ਵੈਲ ਸੈਟਲਡ ਕਹਿ ਲਓ, ਜਿਹੜੇ ਲੱਖਾਂ 'ਚੋਂ ਇੱਕ ਬੰਦੇ ਨੇ ਉਹ ਵੀ ਉੱਥੇ ਬੈਠੇ ਸੀਗੇ। ਤਾਂ ਜਦੋਂ ਮੈਨੂੰ ਉਹਨਾਂ ਨੇ ਕਿਹਾ, ਜਦੋਂ ਜ਼ਾਹਰ ਹੈ ਕਿ ਜਦੋਂ ਮੇਰਾ ਸਨਮਾਨ ਹੈ ਕਿ ਤੁਸੀਂ ਕੁਝ ਕਹੋ, ਤਾਂ ਮੈਂ ਉਹਨਾਂ ਨੂੰ ਇਹੀ ਗੱਲ ਦੱਸੀ, ਤਾਂ ਉਹਨਾਂ ਨੇ ਮੈਨੂੰ ਵਿੱਚੋਂ ਟੋਕਿਆ। ਉਹ ਮੈਂ ਬਿਲਕੁਲ ਸਮਝਿਆ ਕਿ ਵੀ ਇਹ ਕਹਿਣਗੇ ਵੀ ਨਹੀਂ, ਇਹ ਤੁਹਾਡੇ ਵੀ ਤੁਸੀਂ 70% ਜ਼ਿਆਦਾ ਨਹੀਂ ਹੋ ਸਕਦਾ, ਵੀ ਤੁਸੀਂ ਕੈਨੇਡਾ ਬਾਰੇ ਤੁਸੀਂ ਗਲਤ ਦੱਸ ਰਹੇ ਹੋ ਕੁਛ, ਮੈਨੂੰ ਇਹ ਲੱਗਿਆ ਤਾਂ ਟੋਕ ਰਹੇ ਨੇ। ਉਹ ਕਹਿੰਦਾ ਨਹੀਂ ਡਾਕਟਰ ਸਾਹਿਬ, ਇਹ ਫਿਗਰ 70% ਨਹੀਂ ਹੈਗੀ, ਇਹ 90% ਤੋਂ ਜ਼ਿਆਦਾ ਹੈ। ਇਹ ਗੱਲ ਮਤਲਬ ਇੱਕ ਆਮ ਨਹੀਂ ਕਹਿ ਰਿਹਾ, ਇੱਕ ਬਹੁਤ, ਮੈਂ ਉਹਦਾ ਨਾਂ ਨਹੀਂ ਉਹਨਾਂ ਦਾ ਲੈ ਰਿਹਾ, ਲੇਕਿਨ ਬਹੁਤ ਜਾਣੇ ਪਛਾਣੇ ਔਰ ਬਹੁਤ ਕਾਮਯਾਬ ਜਿਹੜੇ ਔਰ ਬਹੁਤ ਹੀ ਅਮੀਰ, ਉਹ ਮਤਲਬ ਜਿਹੜਾ ਬੰਦਾ ਉਹ ਕਹਿ ਰਹੇ ਨੇ ਪ੍ਰਵਾਸੀ, ਔਰ ਉਹ ਬੜੀ, ਉਹਨਾਂ ਦੀ ਆਪਣੀ ਉਮਰ ਕਾਫੀ ਹੈ, ਉਹਨਾਂ ਨੇ ਹੰਡਾਇਆ ਬਹੁਤ ਲੰਬਾ ਸਮਾਂ ਕੈਨੇਡਾ ਰਹੇ ਆ। ਤਾਂ ਜਦੋਂ ਇਹੋ ਜਿਹਾ ਬੰਦਾ ਇਹ ਗੱਲ ਕਹਿ ਰਿਹਾ ਕਿ ਉਹ ਕਹਿੰਦਾ ਕਿ 70% ਜਾਂ 90% ਤੋਂ ਜ਼ਿਆਦਾ ਬਜ਼ੁਰਗ ਇਹ ਮਹਿਸੂਸ ਕਰਦੇ ਆ ਕਿ ਅਸੀਂ ਜਿਹੜਾ ਜੇਲ੍ਹ ਕੱਟ ਰਹੇ ਹਾਂ। ਹਾਂ, ਤਾਂ ਇਹਦਾ ਮਤਲਬ ਹੈ ਕਿ ਸਮੱਸਿਆ ਤਾਂ ਹੈ ਜੀ। ਤਾਂ ਇਹ ਜਿਹੜੀ ਗੱਲ ਹੈ, ਕਿਉਂ ਕਈ ਲੋਕ ਜਿਹੜੇ ਇਸ ਤਰ੍ਹਾਂ ਵੀ ਹੈ ਕਿ ਅੱਜ ਜਿਹੜਾ ਹੈਗਾ ਇੰਨਾ ਜ਼ਿਆਦਾ ਪ੍ਰੋਪੇਗੈਂਡਾ ਹੈ ਪੰਜਾਬ ਦੇ ਵਿੱਚ ਜੀ ਕਿ ਕੈਨੇਡਾ ਇੰਨਾ ਵਧੀਆ, ਕੈਨੇਡਾ ਬਾਰੇ ਕੋਈ ਵੀ ਨੈਗੇਟਿਵ ਚੀਜ਼ ਜਿਹੜੀ ਹੈ, ਨਾ ਪੱਖੀ ਚੀਜ਼ ਤੁਸੀਂ ਕਹਿ ਹੀ ਨਹੀਂ ਸਕਦੇ, ਬਹੁਤ ਮੁਸ਼ਕਿਲ ਹੈ। ਤੁਹਾਡੇ ਇੱਕਦਮ ਤੁਹਾਨੂੰ ਉਹ ਕੋਈ ਕਹੋਗੇ, ਉਹ ਕਹੇ ਜੀ ਆਪ ਤਾਂ ਤੁਸੀਂ ਉੱਥੇ ਸੀਗੇ, ਹੁਣ ਸਾਨੂੰ ਕਹਿ ਰਹੇ ਹੋ। ਮੇਰੇ ਬਾਰੇ ਵੀ ਕਿਸੇ ਨੇ ਪਿਛਲੇ ਵਾਰੀ ਕਮੈਂਟ ਕੀਤਾ, ਕਿਸੇ ਨੇ ਕਹਿੰਦਾ ਦੇਖੋ ਜੀ ਆਪ ਤਾਂ ਡਾਲਰ ਕਮਾ ਲਏ, ਹੁਣ ਸਾਨੂੰ ਅਸੀਂ ਹੁਣ ਭਾਈ ਮੈਂ ਕਿਹਾ ਠੀਕ ਹੈ, ਅਸੀਂ ਵੀ ਡਾਲਰ ਕਮਾ, ਉਹ ਯਾਰ ਅਸੀਂ ਜਿਹੜੇ ਬੰਦੇ ਪਹਿਲਾਂ ਗਏ ਸੀ ਉਹ ਤਾਂ ਡਾਲਰ ਕਮਾ ਕੇ ਇੱਥੇ ਲਿਆਏ, ਤੁਸੀਂ ਤਾਂ ਇੱਥੇ ਜਿਹੜਾ ਪੰਜਾਬ ਦਾ ਵੀ ਪੈਸਾ ਲੈ ਕੇ ਬਾਹਰ ਜਾ ਰਹੇ ਹੋ। ਤੁਸੀਂ ਤਾਂ ਬਜ਼ੁਰਗਾਂ ਨੂੰ ਕਹਿ ਰਹੇ ਹੋ ਕਿ ਜ਼ਮੀਨਾਂ ਜਾਇਦਾਦ ਵੇਚ ਕੇ ਵੀ ਪੈਸਾ ਵੱਟ ਕੇ ਉੱਥੇ ਲਿਜਾਓ, ਤਾਂ ਡਾਲਰ ਕਮਾਓ, ਪਰ ਪੰਜਾਬ ਨੂੰ ਤੁਹਾਡੇ ਡਾਲਰਾਂ ਦਾ ਕੀ ਫਾਇਦਾ ਹੋਇਆ। ਚਲੋ ਤੁਸੀਂ ਕਹਿੰਦੇ ਵੀ ਅਸੀਂ ਵੀ ਡਾਲਰ ਕਮਾਏ, ਅਸੀਂ ਤਾਂ ਡਾਲਰ ਲਿਆਂਦੇ, ਅਸੀਂ ਤਾਂ ਪੰਜਾਬ 'ਚ ਜਿੰਨੇ ਪਹਿਲੇ ਜਿਹੜੇ ਪ੍ਰਵਾਸੀ ਨੇ, ਪ੍ਰਵਾਸ ਜਿਹੜਾ 2 ਤਰ੍ਹਾਂ ਦਾ ਮੈਂ ਕਹਿੰਦਾ ਹੁੰਦਾ ਵੀ, ਜਿਹੜੇ ਪਹਿਲੇ ਪ੍ਰਵਾਸੀ ਨੇ, ਪੰਜਾਬ ਜਿਹੜਾ ਪ੍ਰਵਾਸ ਹੈ ਉਹ ਇਸ 20ਵੀਂ ਸਦੀ ਦੇ ਸ਼ੁਰੂਆਤ ਜਾਂ 1900 ਦੇ ਲਗਭਗ ਸ਼ੁਰੂ ਹੋ ਚੁੱਕਾ ਸੀਗਾ, ਔਰ ਸਭ ਤੋਂ ਪਹਿਲਾ ਪ੍ਰਵਾਸ ਜਿਹੜਾ ਹੈਗਾ ਉਹ ਦੁਆਬਾ ਖੇਤਰ 'ਚੋਂ ਸ਼ੁਰੂ ਹੋਇਆ। ਕਿਉਂ ਦੁਆਬਾ ਖੇਤਰ 'ਚੋਂ ਸ਼ੁਰੂ ਹੋਇਆ ਕਿ ਦੁਆਬੇ ਦੀ ਜਿਹੜੀ ਵਸੋਂ ਸੀ ਬਹੁਤ ਸੰਘਣੀ ਸੀ ਬਾਕੀ ਪੰਜਾਬ ਨਾਲੋਂ, ਅਤੇ ਉੱਥੇ ਜ਼ਮੀਨ ਦੀ ਮਲਕੀਅਤ ਘਟ ਗਈ, ਤਾਂ ਲੋਕਾਂ ਕੋਲ ਜਿਹੜਾ ਹੈਗਾ ਮਤਲਬ ਜਿਹੜੀ ਖੇਤੀ ਸੀਗੀ ਜਿੰਨੀ, ਉਹ ਜ਼ਮੀਨ ਇੰਨੀ ਨਹੀਂ ਸੀ ਕਿ ਜਿਹਦਾ ਉਹਨਾਂ ਦਾ ਗੁਜ਼ਾਰਾ ਚੱਲ ਸਕਦਾ ਸੀ। ਤਾਂ ਇਹ ਲੋਕ ਜਿਹੜੇ ਨੇ ਗਏ ਨੇ ਆਰਥਿਕ ਮਜਬੂਰੀ ਕਾਰਨ, ਇਹ ਲੋਕ ਉਹਨਾਂ ਨੇ ਬਾਹਰੋਂ ਜਾ ਕੇ ਪੈਸਾ ਕਮਾਉਣਾ ਪਿਆ। ਲੇਕਿਨ ਉਹਨਾਂ ਦਾ ਤੁਸੀਂ ਜਾ ਕੇ ਹਰ ਪਿੰਡ 'ਚ ਜਾ ਕੇ ਤੁਸੀਂ ਸਰਵੇ ਕਰ ਸਕਦੇ ਹੋ ਕਿ ਉਹ ਬੰਦੇ ਪੈਸਾ ਕਮਾ ਕੇ ਲਿਆਏ, ਆਪਣੇ ਪਰਿਵਾਰਾਂ ਦਾ ਵੀ ਸਵਾਰਿਆ, ਉਹਨਾਂ ਨੇ ਇਲਾਕੇ ਦਾ ਵੀ ਸਵਾਰਿਆ, ਉਹਨਾਂ ਨੇ ਉੱਥੇ ਸਕੂਲ ਖੋਲ੍ਹੇ, ਹਸਪਤਾਲ ਖੋਲ੍ਹੇ, ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਜਿਹੜੀਆਂ ਬਣਵਾਈਆਂ, ਗੁਰਦੁਆਰਾ ਸਾਹਿਬ ਦੇ ਨਾਲ ਜਿਹੜੇ ਹੈਗੇ ਕਮਰੇ ਯਾਤਰੂਆਂ ਦੇ ਠਹਿਰਨ ਲਈ ਕਾਲਜ ਬਣਾਏ। ਤਾਂ ਜੇ ਆਪਾਂ ਸਮੁੱਚੇ ਤੌਰ 'ਤੇ ਦੇਖੀਏ ਤਾਂ ਜਿਹੜਾ ਪਹਿਲਾ ਪ੍ਰਵਾਸ ਉਹਨੇ ਕੁਦਰਤੀ ਪ੍ਰਵਾਸ ਕਰਨਾ ਹੈ। ਕੁਦਰਤੀ ਪ੍ਰਵਾਸ ਨੇ ਪੰਜਾਬ ਦੇ ਵਿੱਚ ਹਾਂ ਪੱਖੀ ਭੂਮਿਕਾ, ਪੰਜਾਬ ਦਾ ਕੁਛ ਸਵਾਰਿਆ, ਉਹਨਾਂ ਫਾਇਦਾ ਕੀਤਾ ਪੰਜਾਬ ਦਾ ਹੈ। ਔਰ ਫਿਰ ਤੁਸੀਂ ਦੂਸਰੀ ਗੱਲ ਦੇਖੋ ਕਿ ਲਗਾਤਾਰ ਉਹਨਾਂ ਦੇ ਪੈਸਾ ਇੱਥੇ ਆਉਣ ਦੇ ਨਾਲ
ਜਿਹੜੀ ਜ਼ਮੀਨ ਦੀ ਕੀਮਤ ਵਧੀ ਹੈ ਪੰਜਾਬ 'ਚ, ਜ਼ਮੀਨਾਂ ਦੀ ਕੀਮਤ ਵੱਧਦੀ ਗਈ। ਹੁਣ ਬਿਲਕੁਲ ਉਲਟ ਹੋ ਰਿਹਾ ਹੈ, ਹੁਣ ਬਿਲਕੁਲ ਉਲਟ ਹੋ ਰਿਹਾ ਹੈ ਕਿ ਹੁਣ ਜਿੰਨੇ ਜਾ ਰਹੇ ਨੇ, ਪਹਿਲੀ ਗੱਲ ਕਿ ਤੁਸੀਂ ਕੋਈ ਸਰਵੇ ਤੁਹਾਨੂੰ ਦੱਸੇਗਾ ਕਿ ਬਹੁਤ 100 ਚੋਂ 99 ਹੀ ਕਹਿ ਲਓ ਜਾਂ 100 ਹੀ ਕਹਿ ਲਓ, ਉਹ ਪਹਿਲਾਂ ਹੀ ਕਹਿੰਦੇ ਵੀ ਅਸੀਂ ਮੁੜ ਕੇ ਨਹੀਂ ਆਉਣਾ। ਉਹ ਕਹਿੰਦੇ ਬਜ਼ੁਰਗਾਂ ਨੂੰ ਨਾ ਅਸੀਂ ਆਉਣਾ ਨਾ ਸਾਡੇ ਬੱਚਿਆਂ ਨੇ ਆਉਣਾ। ਅਤੇ ਤੁਸੀਂ ਇੱਥੇ ਕੀ ਕਰ ਰਹੇ ਹੋ? ਜਿਹੜੀ ਜ਼ਮੀਨ ਜਾਇਦਾਦ ਹੈ ਇੱਥੇ ਇਹਨੂੰ ਵੇਚੋ, ਉਹ ਵੱਟ ਵੇਚ ਕੇ ਪੈਸਾ ਸਾਨੂੰ ਦਿਓ, ਉਹਦੇ ਨਾਲ ਸਾਨੂੰ ਉੱਥੇ ਸੈਟਲ ਹੋਣ 'ਚ ਹੈਲਪ ਹੋਏਗੀ। ਤਾਂ ਉਹਦੇ ਨਾਲ ਹੋਇਆ ਕੀ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਦੀ ਕੀਮਤ ਜਿਉਂ-ਜਿਉਂ ਪ੍ਰਵਾਸ ਇਹ ਵਧਿਆ, ਉਹਦੇ ਨਾਲ ਪੰਜਾਬ ਜ਼ਮੀਨਾਂ ਦੀ ਕੀਮਤ ਲਗਾਤਾਰ ਘਟੀ ਹੈ। ਤਾਂ ਇਹ ਮਤਲਬ ਹਰ ਤਰ੍ਹਾਂ ਜਿਹੜਾ ਪੰਜਾਬ ਦਾ ਜਿਹੜਾ ਇਹ ਪ੍ਰਵਾਸ ਜਿਹੜਾ ਪੰਜਾਬ ਦੇ ਹਿੱਤ 'ਚ ਨਹੀਂ ਹੈ, ਕਿਉਂਕਿ ਪੰਜਾਬ ਦਾ ਜੇ ਆਪਾਂ ਕਹੀਏ ਮੈਨ ਪਾਵਰ ਸਾਡੀ ਡਰੇਨ ਹੋ ਰਹੀ ਹੈ, ਹਾਂਜੀ, ਬ੍ਰੇਨ ਸਾਡਾ ਡਰੇਨ ਹੋ ਰਿਹਾ, ਔਰ ਸਾਡਾ ਮਨੀ, ਸਾਡਾ ਪੈਸਾ ਵੀ ਜਿਹੜਾ ਨੈੱਟ ਜਿਹੜੀ ਹੈ ਪੈਸਾ ਜਿਹੜਾ ਪੰਜਾਬ ਦਾ ਸਰਮਾਇਆ ਬਾਹਰ ਜਾ ਰਿਹਾ ਇਸ ਪ੍ਰਵਾਸ ਕਾਰਨ। ਤਾਂ ਉਹਦਾ ਇੱਕ ਤੁਸੀਂ ਦੇਖਿਆ ਕਿ ਹੁਣੇ ਸ਼ਾਇਦ ਤੁਸੀਂ ਤੁਹਾਡੇ ਨੋਟਿਸ 'ਚ ਆਇਆ ਕਿ ਹਜ਼ਾਰਾਂ ਸਾਲਾਂ ਤੋਂ ਪੰਜਾਬ ਜਿਹੜਾ ਭਾਰਤ ਦਾ ਸਭ ਤੋਂ ਖੁਸ਼ਹਾਲ ਖਿੱਤਾ ਰਿਹਾ, ਲੇਕਿਨ ਹੁਣ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਪਰ ਕੈਪੀਟਾ ਇਨਕਮ ਜਿਹੜੀ ਹੈ, ਜੀ ਪ੍ਰਤੀ ਆਮਦਨ ਹੈ, ਉਹ ਭਾਰਤ ਦੀ ਔਸਤ ਨਾਲੋਂ ਘਟ ਗਈ ਹੈ। ਕਦੇ ਹੋਇਆ ਹੀ ਨਹੀਂ ਸੀ ਹਿਸਟਰੀ 'ਚ, ਔਰ ਉਹਦੇ ਪ੍ਰਵਾਸ ਉਹਦੇ ਲਈ ਜ਼ਿੰਮੇਵਾਰ ਹੈ। ਤਾਂ ਇਸ ਕਰਕੇ ਇਹ ਜਿਹੜਾ ਪ੍ਰਵਾਸ ਹੈ ਹਰ ਤਰ੍ਹਾਂ ਪੰਜਾਬ ਦੇ ਜਿਹੜੇ ਹਿੱਤਾਂ ਦੇ ਵਿਰੁੱਧ ਭੁਗਤ ਰਿਹਾ। ਲੇਕਿਨ ਜੇ ਫਾਇਦਾ ਇਹਦਾ ਕਿਹਨੂੰ ਹੋ ਰਿਹਾ ਕਿ ਇੱਥੇ 12,000 ਤੋਂ ਜ਼ਿਆਦਾ ਆਈਲੈਟ ਸੈਂਟਰ ਨੇ, ਇੱਥੇ ਇੰਨੇ ਲੋਕ ਨੇ ਜਿਹੜੇ ਉਹ ਟਰੈਵਲ ਏਜੰਟ ਨੇ, ਇੱਕ ਇਹੋ ਜਿਹੇ ਨੇ ਜਿਹੜੇ ਸਲਾਹਕਾਰ ਨੇ, ਇਮੀਗ੍ਰੇਸ਼ਨ ਕੰਸਲਟੈਂਟ ਨੇ। ਇਹ ਇੱਕ ਪੂਰੀ ਦੀ ਪੂਰੀ ਇੱਕ ਇੰਡਸਟਰੀ ਜਿਹੜੀ ਹੈਗੀ ਆ ਉਹ ਹੈ। ਤਾਂ ਇੱਕ ਵੈਸਟਡ ਇੰਟਰਸਟ ਹੈ, ਉਹਨਾਂ ਦਾ ਇੱਕ ਆਪਣਾ ਹਿੱਤ ਹੈ ਇਹ ਦਿਖਾਉਣ ਲਈ ਕਿ ਜਿਹੜਾ ਕੈਨੇਡਾ ਬਹੁਤ ਚੰਗਾ। ਜੇ ਉਹ ਕਹਿ ਦੇਣਗੇ ਕੈਨੇਡਾ 'ਚ ਆਹ ਚੀਜ਼ ਮਾੜੀ ਹੈ ਅਤੇ ਫਿਰ ਤਾਂ ਪ੍ਰਵਾਸ ਕੱਢ ਜਾਏਗਾ, ਫਿਰ ਤਾਂ ਉਹਨਾਂ ਦਾ ਬਿਜ਼ਨਸ ਦਾ ਨੁਕਸਾਨ ਹੁੰਦਾ। ਇੱਕ ਤਾਂ ਉਹਨਾਂ ਲੋਕ, ਦੂਸਰਾ ਹੈ ਕਿ ਕੈਨੇਡੀਅਨ ਸਰਕਾਰ ਨੂੰ ਇੰਨਾ ਜ਼ਿਆਦਾ ਫਾਇਦਾ ਹੋ ਰਿਹਾ ਇਸ ਪ੍ਰਵਾਸ ਤੋਂ ਕਿ ਪਹਿਲੀ ਗੱਲ ਕਿ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਫਰਟੀਲਿਟੀ ਰੇਟ ਹੈ ਉਹ 1.5 ਹੈ। 1.5 ਮਤਲਬ ਇੱਕ ਵਸੋਂ ਦੀ ਸਥਿਰਤਾ, ਸਟੇਬਿਲਿਟੀ ਪਾਪੂਲੇਸ਼ਨ ਦੀ ਕਾਇਮ ਰੱਖਣ ਲਈ 2.1 ਚਾਹੀਦਾ ਕਿ ਹਰ ਇੱਕ ਔਰਤ 2.1 ਔਸਤਨ ਬੱਚੇ ਜੰਮੇ ਤਾਂ ਪਾਪੂਲੇਸ਼ਨ ਸਟੇਬਲ ਰਹਿੰਦੀ ਹੈ। ਤੁਸੀਂ ਕਹੋਗੇ 2.1 2 ਕਿਉਂ ਨਹੀਂ? ਕਿ ਕੁਝ ਬੱਚਿਆਂ ਨੇ ਐਕਸੀਡੈਂਟ ਮਰ ਜਾਣਾ, ਕਿਸੇ ਕੋਈ ਮਰਦਾ, ਤਾਂ ਸਾਨੂੰ 2 ਨਾਲੋਂ ਜ਼ਿਆਦਾ ਹੋਣਗੇ ਤਾਂ ਹੀ ਪਾਪੂਲੇਸ਼ਨ ਸਟੇਬਲ ਹੋਏਗੀ। ਲੇਕਿਨ 2.1 ਚਾਹੀਦਾ ਅਤੇ ਕੈਨੇਡਾ ਦਾ ਹੈਗਾ 1.5। ਤਾਂ ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਤੋਂ ਕਿੱਥੋਂ ਲਿਆਉਣਗੇ ਉਹ ਬੰਦੇ, ਆਪਣੇ ਤਾਂ ਬੱਚੇ ਪੈਦਾ ਨਹੀਂ ਹੋ ਰਹੇ। ਹਾਂਜੀ। ਦੂਸਰੀ ਚੀਜ਼ ਕਿ ਜਿਹੜਾ ਵੀ ਬੱਚਾ ਅੱਜ ਜਾ ਰਿਹਾ, ਮਤਲਬ 2.5 ਲੱਖ ਹੁਣ ਸਾਡੇ ਬੱਚੇ ਨੇ ਉੱਥੇ, ਮਤਲਬ ਸਟੂਡੈਂਟ ਕੈਨੇਡਾ ਦੇ ਵਿੱਚ। ਇੱਕ ਸਟੂਡੈਂਟ ਤੋਂ ਉਹਨਾਂ ਦੀ ਜਿਹੜੀ ਇਨਕਮ ਜਿਹੜੀ ਹੈ, ਜਿਹੜੀ ਫੀਸਾਂ ਦੇ ਵਿੱਚ, ਕਿਉਂਕਿ ਜਿਹੜੀ ਫੀਸ ਕੈਨੇਡਾ ਸਾਡੇ ਸਟੂਡੈਂਟ ਤੋਂ ਚਾਰਜ ਕਰਦਾ ਹੈਗਾ ਉਹ 3 ਗੁਣਾ ਜ਼ਿਆਦਾ ਹੈਗੀ ਆਪਣੇ ਸਟੂਡੈਂਟ ਦੇ ਮੁਕਾਬਲੇ। ਹਾਂਜੀ। ਤਾਂ ਉਹ ਫੀਸਾਂ ਦੇ ਰਹੇ ਨੇ, ਫਿਰ ਉਹ ਰਹਿਣ ਪੈਣ ਦਾ ਖਰਚਾ ਵੀ ਕੁਛ ਕਰ ਰਹੇ ਨੇ। ਤਾਂ ਇੱਕ ਅੰਦਾਜ਼ਾ ਜਿਹੜਾ ਹੈ 5.8 ਅਰਬ ਡਾਲਰ ਸਾਡੇ ਜਿਹੜੇ ਹਰ ਸਾਲ ਸਾਡੇ ਤੋਂ ਉਹਨਾਂ ਨੂੰ ਇਹ ਬੱਚਿਆਂ ਨੂੰ ਕੈਨੇਡੀਅਨ ਸਰਕਾਰ ਦੀ ਇਨਕਮ ਹੁੰਦੀ ਹੈ। ਇਹ ਤਾਂ ਸਿੱਧੀ ਇਨਕਮ ਹੈ। ਇੱਕ ਇਨਕਮ ਹੋਰ ਕੈਨੇਡਾ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਸਾਡੇ ਤੋਂ, ਉਹ ਹੈਗੀ ਹੈ ਕਿ ਕੈਨੇਡਾ ਇੱਕ ਵੈਲਫੇਅਰ ਸਟੇਟ ਹੈ। ਇੱਕ ਬੱਚਾ ਕੈਨੇਡਾ ਜੰਮਦਾ ਜਿਹੜਾ, ਉਸ ਦੇ 18 ਸਾਲ ਤੱਕ ਉਹਦੀ ਉਮਰ ਤੱਕ ਕੈਨੇਡੀਅਨ ਸਰਕਾਰ ਦਾ 1 ਮਿਲੀਅਨ ਯਾਨੀ 10 ਲੱਖ ਕੈਨੇਡੀਅਨ ਡਾਲਰ ਜਿਹੜਾ ਖਰਚਾ ਆਉਂਦਾ ਹੈ ਇੱਕ ਬੱਚੇ ਦੇ ਪ੍ਰਤੀ ਬੱਚਾ ਜਿਹੜਾ 18 ਸਾਲ ਦਾ ਕਰਨ ਲਈ। ਤਾਂ 10 ਲੱਖ ਡਾਲਰ ਜਿਹੜਾ 5 ਕਰੋੜ 80 ਲੱਖ ਰੁਪਇਆ ਬਣਦਾ ਹੈ। ਹਾਂਜੀ। ਅੱਜ ਦੇ 58 ਰੁਪਏ ਦੇ ਡਾਲਰ ਹੈ ਜੀ। ਤਾਂ ਤੁਸੀਂ ਇੱਕ ਬੱਚਾ ਜਿਹੜਾ ਸਾਡਾ ਜਾ ਰਿਹਾ ਉਹ ਕੈਨੇਡਾ ਵਾਸਤੇ ਜਿਹੜਾ ਦੇਖ ਲਓ ਕਿੰਨੇ ਮਤਲਬ 6 ਕਰੋੜ ਦੇ ਨੇੜੇ ਤੇੜੇ ਪੈਸਾ ਉਹਨਾਂ ਨੂੰ ਸਿੱਧੀ ਬੱਚਤ ਹੈ। ਹੁਣ ਮਨੀ ਸੇਵਡ ਇਜ਼ ਮਨੀ ਅਰਨਡ, ਜਿਹੜੀ ਜੇ ਪੈਸਾ ਤੁਹਾਡਾ ਬਚ ਗਿਆ ਤਾਂ ਤੁਹਾਡੀ ਆਮਦਨ ਹੋ ਗਈ। ਤਾਂ ਇੱਕ ਬੱਚੇ ਦੇ ਸਿਰ 'ਤੇ 6 ਕਰੋੜ ਅਤੇ 1 ਲੱਖ ਬੱਚਾ ਜੇ ਜਾਏ ਤਾਂ ਉਹਦੇ ਨਾਲ ਜ਼ਰਾ ਬਤਾਓਗੇ ਕਿੰਨਾ ਅਰਬਾਂ ਖਰਬਾਂ ਰੁਪਇਆ ਕੈਨੇਡਾ ਨੂੰ ਜਿਹੜਾ। ਤਾਂ ਕੈਨੇਡਾ ਤੱਕ ਕਿਸ ਤਰ੍ਹਾਂ ਹੋ ਸਕਦਾ ਕਿ ਉਹ ਤਾਂ ਜ਼ੋਰ ਲਾਏਗਾ ਕਿ ਮਤਲਬ ਇਹ ਪ੍ਰੋਸੈਸ ਰਵੇ, ਉਹਦੀ ਮਜਬੂਰੀ ਵੀ ਹੈ ਅਤੇ ਪੈਸੇ ਵੀ ਬਣ ਰਹੇ ਆ। ਪਰ ਡਾਕਟਰ ਸਾਹਿਬ ਇੱਕ ਚੀਜ਼ ਆ, ਪਰ ਜਿਵੇਂ ਹੁਣ ਮੰਨ ਲਓ ਵੀ ਇੱਕ ਮੱਧ ਵਰਗੀ ਪਰਿਵਾਰ ਦਾ ਇੱਕ ਮੈਂਬਰ
ਬਾਹਰ ਕਿਸੇ ਵੀ ਮੁਲਕ ਚਲਿਆ ਜਾਂਦਾ, ਮੰਨ ਲਓ ਚਲੋ ਕੈਨੇਡਾ ਦੀ ਆਪਾਂ ਗੱਲ ਹਾਂਜੀ, ਕਰਦੇ ਹਾਂ, ਹਾਂਜੀ। ਕੈਨੇਡਾ ਚਲਿਆ ਜਾਂਦਾ ਵਾ, ਤਾਂ ਇਹ ਵੀ ਹਕੀਕਤ ਆ ਵੀ ਪਿੱਛੋਂ ਪੂਰੇ ਪਰਿਵਾਰ ਦਾ ਵੀ ਸਭ ਕੁਝ ਸਵਰ ਜਾਂਦਾ ਆ। ਹੁਣ ਜੇ ਆਪਾਂ ਗੱਲ ਕਰੀਏ, ਜੇ ਅੱਜ ਕੋਈ ਮਹੀਨੇ ਦਾ 50,000 ਇੱਥੇ ਕਮਾਉਂਦਾ ਆ ਨਾ, ਹਾਂਜੀ ਹਾਂਜੀ ਇਹ ਅਸਲ ਦੇ ਵਿੱਚ ਸਾਡੇ ਸਿਸਟਮ ਦਾ ਫੇਲੀਅਰ ਆ ਕਿ ਸਾਡੇ ਲੋਕਾਂ ਨੂੰ ਉਹ ਇੱਕ ਵਧੀਆ ਪ੍ਰਬੰਧ ਨਹੀਂ ਦੇ ਸਕੇ ਤੇ ਲੋਕੀ ਇੱਥੋਂ ਪ੍ਰਵਾਸ ਕਰ ਰਹੇ ਨੇਗੇ। ਜੇ ਅੱਜ ਸਾਡੀ 50,000 ਵੀ ਇੱਕ ਬੰਦੇ ਦੀ ਇਨਕਮ ਆ, ਮੰਨ ਲਓ ਵੀ ਉਹ ਨੌਕਰੀ ਕਰਦਾ ਤੇ ਉਹਦੀ 50,000 ਤਨਖਾਹ ਵਾ, ਪਰ ਮੈਨੂੰ ਨਹੀਂ ਲੱਗਦਾ ਵੀ ਉਹ ਛੇਤੀ ਛੇਤੀ ਇਹ ਸੋਚ ਸਕਦਾ ਆ ਵੀ ਮੈਂ ਇੱਥੇ ਆਪਣਾ ਘਰ ਬਣਾ ਲਾਂ, ਮੈਂ ਇੱਥੇ ਆਪਣੀ ਗੱਡੀ ਲੈ ਲਾਂ, ਜਾਂ ਮੈਂ ਆਪਦੇ ਬੱਚਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਦੇ ਸਕਾਂ, ਜਾਂ ਮੈਂ ਆਪਦੀ ਉਸ ਉਮਰ ਦੇ ਲਈ ਜਦੋਂ ਮੇਰੇ ਕੋਲ ਕੋਈ ਕੰਮ ਨਹੀਂ ਹੋਊਗਾ, ਬੁਢਾਪੇ ਦੀ ਉਮਰ ਦੇ ਲਈ ਮੈਂ ਇੱਕ ਆਪਣਾ ਬੈਂਕ ਬੈਲੈਂਸ ਇੰਨਾ ਰੱਖ ਲਾਂ ਵੀ ਮੈਨੂੰ ਕੋਈ ਸਿਹਤ ਸੰਬੰਧੀ ਜੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਮੈਂ ਉਹਨੂੰ ਸਵਾਰ ਸਕਾਂ, ਹੈ ਨਾ। ਪਰ ਉਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਪੋਸੀਬਲ ਨੇ, ਉੱਥੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਵਧੀਆ ਜ਼ਿੰਦਗੀ ਦੇ ਸਕਦੇ ਹੋ, ਖੁਦ ਵੀ ਵਧੀਆ ਜ਼ਿੰਦਗੀ ਕੱਟ ਸਕਦੇ ਹੋ। ਤਾਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਆਪਣੇ ਸਿਸਟਮ ਦਾ ਫੇਲੀਅਰ ਆ ਤੇ ਕਦੋਂ ਤੱਕ ਅਸੀਂ ਮਤਲਬ ਸਰਕਾਰ ਨੂੰ ਦੇਖ ਕੇ ਇੱਥੇ ਹੀ ਲੜਦੇ ਰਹਾਂਗੇ ਤੇ ਉਹੀ ਗੁਰਬਤ ਵਾਲਾ ਜੀਵਨ ਜਿਉਂਦੇ ਰਹਾਂਗੇ? 23 ਤਰੀਕ ਨੂੰ ਭਗਤ ਸਿੰਘ, ਸ਼ਹੀਦ ਭਗਤ ਸਿੰਘ ਦਾ ਦਿਨ ਆ ਰਿਹਾ ਹੈ। ਹੁਣ ਭਗਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਸੀਗੀ, ਉਹ ਮਤਲਬ ਕਿ ਇਹ ਅੰਗਰੇਜ਼ਾਂ ਦੇ ਜਾਣ ਨਾਲ ਸਾਡੀਆਂ ਜਿਹੜੀਆਂ ਸਮੱਸਿਆਵਾਂ ਉਹ ਹੱਲ ਨਹੀਂ ਹੋਣੀਆਂ। ਉਹਨਾਂ ਨੇ ਕਿਹਾ ਸੀ ਵੀ ਜਿੰਨਾ ਚਿਰ ਜਿਹੜੀ ਜਮਾਤ ਜਿਹੜੀ ਹੈਗੀ, ਜਿਹੜੀ ਲੋਕਾਂ ਨੂੰ ਲੁੱਟ ਰਹੀ ਹੈ, ਉਹਦਾ ਮਤਲਬ ਖਾਤਮਾ ਨਹੀਂ ਹੁੰਦਾ, ਉਹ ਸਮੱਸਿਆ ਜਿਹੜੀ ਆ ਅੰਗਰੇਜ਼ਾਂ ਨੂੰ ਕੱਢਣ ਨਾਲ ਸਾਡੀ ਠੀਕ ਨਹੀਂ ਹੋਣੀ। ਔਰ ਬਿਲਕੁਲ ਹੁਣ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਇਹ ਸਿਸਟਮ ਹੈ, ਇਹ ਇੱਥੇ ਨੂੰ ਸਿੰਸੀਅਰ ਨਹੀਂ ਹੈਗਾ। ਜਿਹੜੀ ਸਰਕਾਰ ਜਿਹੜੀ ਹੈ ਇਹ ਸਾਮਰਾਜੀ ਅੱਗੇ ਵਿਕੀ ਹੋਈ ਸਰਕਾਰ ਹੈ, ਕਿਉਂਕਿ ਅੱਜ ਜਿਹੜਾ ਪ੍ਰਵਾਸ ਹੈ ਉਹਨਾਂ ਦੇ ਹੱਕ 'ਚ ਭੁਗਤ ਰਿਹਾ ਹੈ। ਲੇਕਿਨ ਸਾਡੀ ਸਰਕਾਰ ਜਿਹੜੀ ਹੈ ਉਹ ਮਤਲਬ ਇਹੋ ਜਿਹੀ ਕੰਡੀਸ਼ਨ ਕ੍ਰੀਏਟ ਕਰਨਾ ਚਾਹੁੰਦੀ ਹੈ ਇੱਥੇ ਜਿਹਦੇ ਨਾਲ ਕਿ ਉਹਨਾਂ ਦਾ ਲਾਭ ਪਹੁੰਚੇ। ਤੋ ਇਸ ਕਰਕੇ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜੇ ਸਾਡੇ ਕੋਲ ਕੀ ਰਿਸੋਰਸਿਸ ਨਹੀਂ ਹੈਗੇ, ਜੇ ਇਹ ਚਾਹਣ, ਜੇ ਔਰ ਦੂਸਰੇ ਪਾਸੇ ਇਹ ਵੀ ਦੇਖੋ ਕਿ ਤੁਸੀਂ ਕਹਿ ਕੇ ਜਿਹੜੇ ਮਿਡਲ ਕਲਾਸ ਜਿਹੜੇ ਬੱਚਿਆਂ ਦੂਜੇ ਲੋਕਾਂ ਲਈ ਕਿੰਨੀ ਜਿਹੜੀ ਹੈਗੀ, ਪਰ ਅਮਰੀਕਾ ਦਾ ਜਿਹੜਾ ਹੈਗਾ ਪ੍ਰੈਜ਼ੀਡੈਂਟ, ਜਿਹੜਾ ਓਬਾਮਾ, ਜਿਹੜਾ ਪਾਸਟ ਪ੍ਰੈਜ਼ੀਡੈਂਟ, ਜਿਹੜਾ ਹੁਣ ਸਾਰਿਆਂ ਤੋਂ ਪੜ੍ਹਿਆ ਲਿਖਿਆ ਬੰਦਾ, ਸਕਾਲਰ ਬੰਦਾ ਸੀਗਾ ਉਹ ਤਾਂ ਹੁਣ ਤਾਂ ਜਿਹੜਾ ਚਲੋ ਟਰੰਪ ਤਾਂ ਅਖੜ ਜਾ ਬੰਦਾ ਸੀ, ਹੁਣ ਵਿਚਾਰਾ ਇਹ ਬਾਈਡਨ ਆਇਆ ਤੇ ਅੱਧਾ ਸੁੱਤਾ ਅੱਧਾ ਜਾਗਦਾ, ਉਹਦੀ ਸਿਹਤ ਬੜੀ ਮਾੜੀ ਹੈ ਤੇ ਪਤਾ। ਲੇਕਿਨ ਓਬਾਮਾ ਦਾ ਚੁਸਤ ਮਤਲਬ ਬੰਦਾ ਸੀਗਾ, ਪੜ੍ਹਿਆ ਲਿਖਿਆ ਬੰਦਾ ਸੀਗਾ। ਹੁਣ ਉਹਨੇ ਕੀ ਕਿਹਾ ਆਪਣਾ, ਉਹ ਕਹਿੰਦਾ ਕਿ ਹਿੰਦੁਸਤਾਨ ਜਿਹੜਾ ਹੈਗਾ, ਉਹ ਕਹਿੰਦਾ ਕਿ ਜਿਹੜੇ ਅਮੀਰਾਂ ਵਾਸਤੇ ਹਿੰਦੁਸਤਾਨ, ਕਹਿੰਦਾ ਵੀ ਅਮੀਰ ਹਿੰਦੁਸਤਾਨ ਦੇ ਨੇ ਜਿਹੜੇ ਉਹ ਰਾਜਿਆਂ ਦੀ ਤਰ੍ਹਾਂ ਦੇ ਲਿਵ ਲਾਈਕ ਕਿੰਗਸ, ਉਹਨੇ ਅੰਗਰੇਜ਼ੀ 'ਚ ਕਿਹਾ। ਤਾਂ ਉਹੀ ਮੁਲਕ ਹੈ ਮਤਲਬ ਜਿੱਥੇ ਸਾਰਿਆਂ ਤੋਂ ਜਿਹੜਾ ਦੁਨੀਆ ਦਾ ਅਮੀਰ ਮੁਲਕ ਹੈ, ਉਹਦਾ ਇੰਨਾ ਸਿਆਣਾ ਬਿਆਣਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਵੀ ਜੇ ਕਿ ਅਮੀਰਾਂ ਨੂੰ ਇੰਜੋਏ ਕਰਨ ਦੀ ਲਾਈਫ ਹੈ ਤਾਂ ਇੰਡੀਆ 'ਚ ਹੈ, ਕਿ ਉਹਦੇ ਵਰਗੇ ਕੋਈ ਹੋਰ ਕਿਸੇ ਨੂੰ ਅਵੇਲੇਬਲ ਨਹੀਂ ਹੈਗੀ। ਤਾਂ ਅਬਾਨੀ ਜਿਹੜਾ ਹੈਗਾ, ਮੈਂ ਹੁਣ ਦੋਵਾਂ ਦਾ ਤੁਹਾਨੂੰ ਤੁਲਨਾ ਕਰਕੇ ਦੱਸਦਾ ਵੀ ਇਹ ਲੋਕਾਂ ਲਈ ਤਾਂ ਇੱਥੇ ਕੋਈ ਸਹੂਲਤਾਂ ਨਹੀਂ ਹੈਗੀਆਂ, ਮਿਡਲ ਕਲਾਸ ਲਈ ਨਹੀਂ ਹੈਗੀਆਂ। ਲੇਕਿਨ ਅਮੀਰਾਂ ਦੀ ਕੀ ਲਾਈਫ ਹੈ ਕਿ ਸਾਡਾ ਜਿਹੜਾ ਹੁਣ ਉੱਥੇ ਸਿਆਟਲ 'ਚ ਮੈਂ ਮਤਲਬ ਉਹਦਾ ਦੇਖਿਆ ਘਰ ਜਿਹੜਾ ਨਾ, ਜਿਹੜਾ ਸਾਰੀ ਦੁਨੀਆ ਤੋਂ ਸਭ ਤੋਂ ਅਮੀਰ ਬੰਦਾ ਸੀ, ਬਿਲ ਗੇਟਸ, ਤਾਂ ਉਹਦੇ ਘਰ ਦੇ ਜਿਹੜੀ ਕੀਮਤ ਸੀਗੀ $50 ਮਿਲੀਅਨ ਸੀਗੇ, 50 ਮਿਲੀਅਨ। ਤਾਂ ਉਹਨੂੰ ਤੁਸੀਂ ਲੈ ਲਓ ਕਿੰਨੇ ਕੁ ਕਰੋੜ ਬਣ ਜਾਂਦਾ ਹੈਗਾ ਰੁਪਏ ਦੇ ਵਿੱਚ ਉਹਦਾ, ਚਲੋ ਉਹਦੇ। ਲੇਕਿਨ ਹੁਣ ਇਹ ਗਰੀਬ ਮੁਲਕ ਹੈ ਜੀ, ਜਿੱਥੇ ਲੱਖਾਂ ਲੋਕ ਜਿਹੜੇ ਬੰਬਈ 'ਚ ਅੰਬਾਨੀਆਂ ਦਾ ਘਰ ਹੈ, ਜਿੱਥੇ ਮਤਲਬ ਜਿਹੜੇ ਲੱਖਾਂ ਲੋਕ ਫੁੱਟਪਾਥ 'ਤੇ ਅੱਜ ਵੀ ਸੌਂਦੇ, ਉਹਨੂੰ ਮਤਲਬ ਸਿਰ ਢੱਕਣ ਦੀ। ਲੇਕਿਨ ਤੁਸੀਂ ਅੰਦਾਜ਼ਾ ਲਾਓ ਕਿ ਅੰਬਾਨੀ ਦੇ ਜਿਹੜੇ ਘਰ ਦੀ ਕੀਮਤ ਹੈ ਜਿਹੜੀ, ਉਹ ਮਤਲਬ ਜਿਹੜਾ ਦੁਨੀਆ ਦਾ ਸਭ ਤੋਂ, ਅਮਰੀਕਾ ਦਾ ਔਰ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਿਲ ਗੇਟਸ, ਉਹਦੇ ਨਾਲੋਂ ਕਈ ਗੁਣਾ 100 ਗੁਣਾ ਦਾ ਜ਼ਿਆਦਾ ਉਹਦਾ ਘਰ ਅਰਬਾਂ ਦੇ ਵਿੱਚ, ਉਹਦੇ ਮਤਲਬ ਕਰੋੜਾਂ, ਕੁਛ ਕਰੋੜ ਜਿਹੜਾ ਨਾ ਮਤਲਬ 50 ਮਿਲੀਅਨ ਦੇ ਤੁਸੀਂ ਜ਼ਰਬ ਲਾ ਲਓ ਵੀ ਚਲੋ ਕਿੰਨੇ ਕਰੋੜ ਬਣ ਗਏ, ਮਤਲਬ 350 400 ਕਰੋੜ। ਬੰਬਈ 'ਚ ਤਾਂ ਕੁਛ ਵੀ ਨਹੀਂ ਉਹਦੀ ਕੀਮਤ ਨਾ, ਐਕਟਰਾਂ ਦੇ ਘਰ ਕਈਆਂ ਦੇ ਉਸ ਤੋਂ ਕਿਤੇ ਜ਼ਿਆਦਾ। ਅਤੇ ਅੰਬਾਨੀ ਦਾ ਤਾਂ ਅਰਬਾਂ ਦੇ ਖਰਬਾਂ ਦੇ ਵਿੱਚ ਘਰ, ਉਹਦੀ ਕੀਮਤ ਹੀ ਨਹੀਂ ਲਾਈ ਜਾ ਸਕਦੀ। ਤਾਂ ਮਤਲਬ ਕਹਿਣ ਦਾ ਭਾਵ ਇਹ ਹੈਗਾ ਕਿ ਜਿਹੜੀ ਰਿਸੋਰਸ, ਜਿਹੜਾ ਇਨਕਮ ਹੈ ਸਾਡੀ, ਉਹ ਤਾਂ ਸਾਰੀ ਜਿਹੜੀ ਟੌਪ ਦੀ ਕਲਾਸ ਹੈ ਉਹ ਮੋਨੋਪੋਲੀ ਬਣਾਈ, ਉਹ ਇੱਕ ਸਾਡੀ ਸਮੱਸਿਆ ਹੈ। ਲੇਕਿਨ ਉਹ ਵੀ ਜਿਹੜੀ ਹੈ ਉਹਦੇ, ਇਹ ਜਿਹੜੀ ਸਾਡੀ ਅਮੀਰ ਕਲਾਸ ਹੈ ਜਾਂ ਉੱਥੋਂ ਦੇ ਹੈ, ਇਹ ਮਿਲ ਕੇ ਚੱਲਦੇ ਹੈ। ਅੰਬਾਨੀ ਅੱਜ ਕਾਇਮ ਨੇ ਜਾਂ ਇਹ ਜਿਹੜੀ ਸਾਡੀ ਹੈ, ਉਹਦੇ ਪਿੱਛੇ ਅਮਰੀਕਾ ਦਾ ਥਾਪੜਾ ਹੈ।
ਤੋ ਇਹ ਉਹਨਾਂ ਦਾ ਇੰਟਰਸਟ, ਇਹ ਕੈਨੇਡਾ ਅਮਰੀਕਾ ਦਾ ਇੱਥੇ ਬੈਠੇ ਹਿੱਤ ਭੂਰਤੇ ਆ, ਉਹ ਇਹਨਾਂ ਨੂੰ ਬਚਾਉਂਦੇ ਆ। ਤੋ ਉਹ ਤਾਂ ਇੱਕ ਸਾਡਾ ਮਸਲਾ ਹੈਗਾ ਕਿ ਇਹ ਮਤਲਬ ਜਦੋਂ ਅਸੀਂ ਹਿੰਦੁਸਤਾਨ ਦੇ ਜਿਹੜੇ ਰਿਸੋਰਸਿਸ ਨੇ ਸਾਡੇ ਕੋਲ, ਜਦੋਂ ਉਹਦੇ ਨਾਲ ਅਸੀਂ ਲੋਕਾਂ ਨੂੰ ਮਤਲਬ ਜਿਹੜਾ ਹੈਗਾ ਉਹ ਵੰਡ ਇਹੋ ਜਿਹੀ ਹੋ ਜਾਏਗੀ ਤਾਂ ਹਰ ਇੱਕ ਦੇ ਹਿੱਸੇ ਜਿਹੜਾ ਇਹ ਲਈ ਜਾਂਦੇ ਨੇ ਉਹ ਸਾਰਿਆਂ ਦੇ ਹਿੱਸੇ ਆਏਗਾ, ਤਾਂ ਫਿਰ ਮਤਲਬ ਉਹ ਸਮੱਸਿਆਵਾਂ ਦਾ ਵੀ ਹੱਲ ਹੋ ਜਾਏਗਾ। ਉਹ ਰਿਸੋਰਸਿਸ ਤਾਂ ਸਾਡੇ ਕੋਲ ਹੈਗੇ ਨੇ, ਲੇਕਿਨ ਉਹ ਕੁਝ ਲੋਕਾਂ ਦੇ ਕੋਲ ਹੀ ਗਏ ਹੋਏ ਨੇ। ਤਾਂ ਇੱਕ ਇਹ ਸਮੱਸਿਆ ਹੈਗੀ। ਲੇਕਿਨ ਆਪਾਂ ਜਿਹੜਾ ਦੇਖਣਾ ਹੈ ਉਹ ਇਹ ਹੈਗਾ ਕਿ ਠੀਕ ਹੈ ਕਿ ਆਪਾਂ ਬਜ਼ੁਰਗਾਂ 'ਤੇ ਜ਼ਿਆਦਾ ਫੋਕਸ ਕਰ ਰਹੇ ਹਾਂ ਅੱਜ ਜੀ, ਕਿ ਠੀਕ ਹੈ ਕਿ ਚਲੋ ਇਹ ਵੀ ਮੰਨ ਲੈਂਦੇ ਆਪਾਂ ਵੀ ਉੱਥੇ ਜਾ ਕੇ ਜਿਹੜੇ ਸਾਡੇ ਜਿਹੜੇ ਨੌਜਵਾਨਾਂ ਦੀ ਲਾਈਫ ਚਲੋ ਮੰਨ ਲੈਂਦੇ ਕਿ ਬੈਟਰ ਵੀ ਹੋ ਗਈ। ਇਹ ਵੀ ਬੜਾ ਕੁਐਸਚਨੇਬਲ ਹੈ, ਕਿਉਂਕਿ ਠੀਕ ਹੈ ਇੱਕ ਅਸੀਂ ਜੇ ਇਕਨੋਮਿਕ ਆਸਪੈਕਟ ਲੈਂਦੇ ਹਾਂ ਤਾਂ ਇੱਕ ਤਾਂ ਉਹਦੇ ਨਾਲ ਉਹਨਾਂ ਦੀ ਹਾਲਤ ਸੁਧਰੀ ਹੈ। ਚਲੋ ਵੀ ਉੱਥੇ ਉਹਨਾਂ ਨੂੰ ਜਿੰਨਾ 50,000 ਇੱਥੇ ਮਿਲਦਾ ਉਹਨਾਂ ਨੂੰ ਮਤਲਬ ਉੱਥੇ $5,000 ਦੀ ਇਨਕਮ ਹੋ ਗਈ, ਅਤੇ ਜਦੋਂ ਉਹਨੂੰ ਉਹ 2.5 ਲੱਖ ਹੋ ਗਿਆ। ਲੇਕਿਨ ਇਹ ਵੀ ਪੂਰੀ ਸੱਚਾਈ ਨਹੀਂ ਹੈਗੀ। ਜੇ ਆਪਾਂ ਇਹ ਜੇ ਇਕਨੋਮਿਕਲੀ ਵੀ ਦੇਖੀਏ ਨਾ ਕਿ ਉਹਦੀ ਰੁਪਏ ਦੀ ਜਿਹੜੀ ਪਰਚੇਜ਼ਿੰਗ ਪਾਵਰ ਹੈ ਜਿਹੜੀ ਹੁਣ ਆਪਣੇ ਬਹੁਤ ਸਾਰੇ ਜਿਹੜੇ ਨੇ ਹੁਣ ਜਿਹੜੇ ਨਵੇਂ ਸਟੂਡੈਂਟ ਜਾਂਦੇ ਉਹਨਾਂ ਦੀ ਲਾਈਫ ਇੰਨੀ ਅੱਛੀ ਨਹੀਂ ਹੈ। ਅੱਜ ਜਿਹੜੀਆਂ ਨਵੇਂ ਜਿਹੜੀ ਆਪਾਂ ਨੂੰ ਆ ਰਹੀਆਂ ਨੇ ਕਿ ਉੱਥੇ ਮਤਲਬ ਇੱਕ ਬੇਸਮੈਂਟ ਦੇ ਵਿੱਚ 20 ਜਾਣੇ ਠੋਕੇ ਹੋਏ ਨੇ, ਤਾਂ ਕਿੰਨੇ ਸਾਲ ਉਹਨਾਂ ਨੂੰ ਉਹ ਜਦੋਜਹਿਦ ਕਰਨੀ ਪੈਂਦੀ ਹੈ। ਚਲੋ ਜੇ ਆਪਾਂ ਮੰਨ ਵੀ ਲਏ ਵੀ ਇਕਨੋਮਿਕਲੀ ਉਹਨਾਂ ਦੀ ਜਿਹੜੀ ਮਤਲਬ ਲਾਈਫ ਬੈਟਰ ਹੋ ਗਈ, ਲੇਕਿਨ ਇੱਕ ਬੜਾ ਵੱਡਾ ਲਾਸ ਹੋਰ ਹੋ ਰਿਹਾ ਤੁਹਾਨੂੰ ਕੋਲ ਕਿ ਆਪਾਂ ਇੱਥੋਂ ਸਾਰਾ ਜਿਹੜਾ ਇਹ ਕਹਿ ਰਹੇ ਹਾਂ ਕਿ ਇਹ ਬੱਚੇ ਜੀ ਉਚੇਰੀ ਵਿਦਿਆਲੇ ਹਰ ਥਾਂ ਉਚੇਰੀ ਵਿਦਿਆਲੇ ਜਾਂ ਹਾਇਰ ਐਜੂਕੇਸ਼ਨ, ਉਹ ਜਿਹੜੇ ਕੋਈ ਵੀ TV ਦੇਖੋ ਤੇ ਲਿਆ ਮਾਈਗ੍ਰੇਨ, ਉਹ ਤੁਹਾਡੀ ਐਜੂਕੇਸ਼ਨ ਦੀ ਮਤਲਬ ਇਹ ਕਿਹਾ ਜਾ ਰਿਹਾ ਕਿ ਬੱਚੇ ਐਜੂਕੇਸ਼ਨ ਲਈ ਜਾ ਰਹੇ ਨੇ। ਪਰ ਤੁਸੀਂ ਸੱਚੀ ਮੁੱਚੀ ਸਮਝਦੇ ਹੋ ਕਿ ਬੱਚੇ ਜਿਹੜੇ ਨੇ ਵੀ ਐਜੂਕੇਟ ਹੋ ਰਹੇ ਨੇ ਉੱਥੇ ਜਾ ਕੇ? ਤੁਸੀਂ ਕਿੰਨੇ ਪਰਸੈਂਟੇਜ ਹੋਣਗੇ ਜਿਹੜੇ ਬੱਚੇ ਜਿਹੜੇ ਜਾ ਰਹੇ ਜੀ ਇਹ ਸੱਚੀ ਮੁੱਚੀ ਐਜੂਕੇਸ਼ਨ ਲੈਣਗੇ? ਨਹੀਂ, ਸਭ ਨੂੰ ਪਤਾ ਹੈ ਕਿ ਇਹਨਾਂ 'ਚੋਂ 95% ਨੇ ਕੋਈ ਐਜੂਕੇਸ਼ਨ ਨਹੀਂ ਲੈਣੀ। ਇਹਨਾਂ ਨੇ ਸਿਰਫ PR ਲੈਣਾ। ਜਿਹੜੇ ਯੂਨੀਵਰਸਿਟੀ ਐਡਮਿਸ਼ਨ ਲੈਣੇ PR, ਉਹਨਾਂ ਨੂੰ ਵੀ ਪਤਾ ਹੈ ਉਹ ਘਟੀਆ ਜਿਹੀਆਂ ਯੂਨੀਵਰਸਿਟੀਆਂ ਕੈਨੇਡਾ ਦੀਆਂ, ਅਤੇ ਜਿਹੜੀਆਂ ਕਈ ਯੂਨੀਵਰਸਿਟੀਆਂ ਹੈ ਹੀ ਨਹੀਂ ਉੱਥੇ ਉਹਨਾਂ ਨੇ ਠੱਪਾ ਲਾਣਾ, ਅਤੇ ਇਹਨਾਂ ਨੂੰ ਮਤਲਬ ਜਿਹੜਾ ਬੇਸਿਕ ਉਹਨਾਂ ਪਤਾ ਹੈ ਵੀ ਸਾਨੂੰ ਪੱਕੇ ਹੋਣਾ PR ਦਾ। ਅਤੇ ਇਹਨਾਂ ਨੇ ਕੰਮ ਕੀ ਕਰਨਾ ਜ਼ਿਆਦਾ, ਸਭ ਤੋਂ ਜ਼ਿਆਦਾ ਟਰੱਕ ਚਲਾਉਣੇ ਆ ਜਾਂ ਮਤਲਬ ਜਿਹੜੇ ਟੈਕਸੀਆਂ ਜਾਂ ਸਫਾਈ ਦਾ ਕੰਮ ਕਰਨਾ। ਤਾਂ ਮੈਜੋਰਟੀ ਸਾਡੀ ਨੇ ਉਹਨਾਂ ਨੇ ਉਹ ਕੰਮ ਕਰਨੇ ਨੇ ਜਿਹੜੇ ਕੰਮ ਕੈਨੇਡਾ ਦੇ ਲੋਕ ਨਹੀਂ ਕਰਨਾ ਚਾਹੁੰਦੇ। ਦੂਸਰੀ ਗੱਲ ਕਿ ਇਹ ਬੱਚੇ ਜਿਹੜੇ ਨੇ ਹੁਣ ਜਾ ਰਹੇ ਨੇ, ਪਹਿਲਾਂ ਜਿਵੇਂ ਅਸੀਂ ਕਹਿੰਦੇ ਪਹਿਲਾਂ ਤਾਂ ਬੱਚੇ ਸੀਗੇ ਉਹ ਜਿਹੜੇ ਸੀ ਉਹ ਗਰੀਬ ਕਿਸਾਨੀ ਦੇ ਸਧਾਰਨ ਕਿਸਾਨੀ ਦੇ ਸੀ। ਹੁਣ ਬੱਚੇ ਉਹ ਨਹੀਂ ਹੈ। ਹੁਣ ਇਹ ਬੱਚੇ ਜਿਹੜੇ ਬਹੁਤ ਸਾਰੇ ਪੜ੍ਹੇ ਲਿਖੇ ਮਿਡਲ ਕਲਾਸ ਦੇ ਬੱਚੇ ਨੇ। ਹਾਂਜੀ, ਠੀਕ ਹੈ ਕਿ ਇਹਨਾਂ ਨੂੰ ਇਹ ਕਹਿਣ ਸਾਨੂੰ ਪੈਸੇ ਉੱਥੇ ਜਾ ਟਰਾਲਾ ਚਲਾ ਕੇ ਜ਼ਿਆਦਾ ਬਣ ਗਏ, ਲੇਕਿਨ ਇੱਕ ਲੰਬੇ ਸਮੇਂ ਦੇ ਵਿੱਚ ਜਿਹੜਾ ਹੈ ਇਹ ਅੱਜ ਦਾ ਇੱਕ ਸੱਚ ਜਿਹੜਾ ਬਿਲਕੁਲ ਪ੍ਰਤੱਖ ਹੋ ਚੁੱਕਾ, ਉਹਦੀ ਪੁਸ਼ਟੀ ਹੋ ਚੁੱਕੀ ਹੈ ਵੀ ਕਿਸੇ ਵੀ ਕਮਿਊਨਿਟੀ ਦਾ ਜਿਹੜਾ ਫਿਊਚਰ ਹੈ ਉਹ ਲੈਵਲ ਆਫ ਐਜੂਕੇਸ਼ਨ 'ਤੇ ਡਿਪੈਂਡ ਕਰਦਾ ਹੈ। ਤਾਂ ਸਾਡੀ ਜਿਹੜੀ ਤੁਸੀਂ ਜਾ ਕੇ ਦੇਖੋ ਕਿ ਕੀ ਰਿਪਰੈਜ਼ੈਂਟ ਇਹ ਬੱਚੇ ਸੀ ਜਿਹੜੇ ਬੱਚੇ ਪੜ੍ਹੇ ਲਿਖੇ ਮਾਂ-ਬਾਪ ਦੇ ਮਿਡਲ ਕਲਾਸ ਦੇ ਬੱਚੇ ਸੀਗੇ। ਇਹਨਾਂ ਨੇ ਟਰੱਕ ਨਹੀਂ ਇੱਥੇ ਚਲਾਉਣੇ ਸੀ ਇੰਡੀਆ 'ਚ, ਇਹਨਾਂ ਨੇ ਮਤਲਬ ਸਫਾਈਆਂ ਦੇ ਕੰਮ ਨਹੀਂ ਕਰਨੇ ਸੀ, ਇਹਨਾਂ ਨੇ ਟਾਇਲਟ ਲੋਕਾਂ ਦੇ ਕਲੀਨ ਨਹੀਂ ਕਰਨੇ। ਕੰਮ ਤਾਂ ਕੋਈ ਵੀ ਮਾੜਾ ਨਹੀਂ, ਲੇਕਿਨ ਇਹ ਜਿਹੜੀ ਕਲਾਸ ਤੋਂ ਗਏ ਨੇ ਇਹ ਬੱਚਿਆਂ ਨੇ ਇੱਥੇ ਪੜ੍ਹ ਲਿਖ ਕੇ ਕੁਛ ਮਤਲਬ ਕਿਸੇ ਨੇ ਡਾਕਟਰ ਬਣ ਜਾਣਾ, ਕਿਸੇ ਇੰਜੀਨੀਅਰ ਬਣ ਜਾਣਾ ਸੀ, ਕਿਸੇ ਨੇ ਪ੍ਰੋਫੈਸਰ ਬਣਨਾ ਸੀ, ਕਿਸੇ ਨੇ ਕਿਤੇ ਅਫਸਰ ਲੱਗ ਜਾਣਾ ਸੀ। ਤਾਂ ਠੀਕ ਹੈ ਕਿ ਉੱਥੇ ਜਿਹੜਾ ਟਰਾਲਾ ਚਲਾ ਕੇ ਅਫਸਰ ਨਾਲ ਜ਼ਿਆਦਾ ਪੈਸੇ ਬਣਾ ਲੈਂਦੇ ਨੇ, ਲੇਕਿਨ ਇੱਕ ਲਾਈਫ ਦੇ ਵਿੱਚ ਜਿਹੜੀ ਬੰਦੇ ਦਾ ਟੋਟਲ ਸਟੇਟਸ ਹੁੰਦਾ ਉਹ ਸਿਰਫ ਪੈਸਾ ਨਹੀਂ ਡਿਟਰਮਿਨ ਕਰਦਾ। ਮੈਂ ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਕਿ ਇੱਕ ਮਤਲਬ ਪਰਿਵਾਰ ਨੂੰ ਅਸੀਂ ਜਾਣਦੇ ਹਾਂ, ਮਤਲਬ ਸੁਣੀ ਸੁਣਾਈ ਨਹੀਂ, ਹੁਣ ਉਹ ਵੀ ਟਰਾਲੇ 'ਚੋਂ ਚੰਗੇ ਪੈਸੇ ਬਣਾ ਰਿਹਾ ਅਤੇ ਉਹਨੇ ਮਤਲਬ ਆਪਣੇ ਬੱਚੇ ਨੂੰ ਬੜੇ ਅੱਛੇ ਸਕੂਲ 'ਚ ਪਾਇਆ ਉੱਥੇ ਕੈਨੇਡਾ 'ਚ। ਅਤੇ ਉਹ ਬੱਚਾ ਘਰ ਆਇਆ ਅਤੇ ਉਹ ਆ ਕੇ ਜਿੱਦਾਂ ਹੁਣ ਟਰਾਲੇ ਵਾਲੇ ਬੰਦੇ ਜੋ ਰਿਲੈਕਸ ਕਰਨ ਦਾ ਤਰੀਕਾ ਹੈ ਕਿ ਜਦੋਂ ਆ ਕੇ ਉਹ ਥੱਕ ਟੁੱਕ ਅਤੇ ਸ਼ਾਮ ਨੂੰ ਬੀਅਰ ਪੀਂਦੇ ਅਤੇ TV ਦੇਖਦੇ ਉਹ ਰਿਲੈਕਸ ਕਰ ਲੈਂਦੇ। ਹੁਣ ਉਹ ਬੱਚਾ ਆ ਗਿਆ ਛੋਟਾ, ਉਹ ਕਹਿੰਦਾ ਡੈਡੀ ਕਹਿੰਦਾ ਮੈਂ ਪੁੱਛਦਾ ਸਕੂਲ 'ਚ ਦੂਜੇ ਬੱਚੇ ਤੇਰਾ ਪਿਓ ਕੀ ਕਰਦਾ, ਉਹ ਕਹਿੰਦਾ ਮੇਰਾ ਪਿਓ ਤਾਂ ਡਾਕਟਰ ਹੈ, ਕੋਈ ਕਹਿੰਦਾ ਮੇਰਾ ਇੰਜੀਨੀਅਰ, ਕੋਈ ਕਹਿੰਦਾ ਮੇਰਾ
ਕਹਿੰਦਾ ਮੈਨੂੰ ਪੁੱਛਦਾ, ਉਹ ਕਹਿੰਦਾ ਮੇਰਾ ਮੈਂ ਤਾਂ, ਉਹ ਕਹਿੰਦਾ ਤੇਰਾ, ਉਹ ਕਹਿੰਦਾ ਦੂਜੇ ਬੱਚੇ ਮੇਰਾ ਮਖੌਲ ਉਡਾਉਂਦੇ ਵਿੱਚ, ਉਹ ਕਹਿੰਦਾ ਡੈਡੀ ਤੂੰ ਕਿਉਂ ਨਹੀਂ ਬਣ ਗਿਆ, ਤੂੰ ਛੋਟਾ ਜਿਹਾ ਬੱਚਾ ਕਹਿ ਰਿਹਾ। ਹੁਣ ਉਹਨੂੰ ਇੰਨਾ ਗੁੱਸਾ ਉਹਨੇ ਬੱਚੇ ਨੂੰ, ਉਹ ਕਹਿੰਦਾ ਯਾਰ ਮੈਂ ਤਾਂ ਇੱਥੇ ਰਿਲੈਕਸ ਕਰਨ ਲੱਗਾ ਸਾਰਾ ਕੀ। ਉਹ ਠੀਕ ਹੈ, ਤੁਸੀਂ ਕਹੋਗੇ ਕਿ ਉਹਨੂੰ ਵੀ ਪਤਾ ਵੀ ਮੇਰੇ ਪੈਸੇ ਬੜੇ ਬਣ ਰਹੇ ਆ, ਲੇਕਿਨ ਉਸ ਬੰਦੇ ਦੇ ਕਿਤੇ ਨਾ ਕਿਤੇ ਜਿਹੜਾ ਬੰਦਾ ਮਤਲਬ ਬਣ ਸਕਦਾ ਸੀ ਡਾਕਟਰ, ਜਿਹੜਾ ਬੰਦਾ ਇੰਜੀਨੀਅਰ ਬਣ ਸਕਦਾ, ਉਹਨੂੰ ਇੱਕ ਗੱਲ ਖਟਕਦੀ ਰਹੇਗੀ ਸਾਰੀ ਉਮਰ ਵੀ ਮੈਂ ਇਹ ਕੰਮ ਕਰ ਰਿਹਾ। ਤਾਂ ਉਹ ਫਿਰ ਉਹਨੂੰ ਇੰਨਾ ਗੁੱਸਾ, ਉਹਨੇ ਇੰਨਾ ਬੱਚੇ ਨੂੰ ਮਾਰਿਆ ਉਸ ਨੂੰ, ਮਤਲਬ ਕਿ ਬੜੀ ਵੱਡੀ ਸਮੱਸਿਆ ਤੁਸੀਂ ਸਮਝ ਹੀ ਸਕਦੇ ਹੋ ਉਹਨਾਂ ਮੁਲਕਾਂ 'ਚ ਕੀ ਹੁੰਦਾ ਹੈ ਜੇ ਇੱਦਾਂ ਬੱਚੇ ਨੂੰ ਮਾਰੋ। ਤਾਂ ਚਲੋ ਆਪਾਂ ਉਹਦੇ 'ਚ ਡਿਟੇਲ 'ਚ ਨਹੀਂ ਜਾਂਦੇ, ਪਰ ਮੈਂ ਤੁਹਾਨੂੰ ਦੱਸਦਾ ਵੀ ਬੰਦੇ ਨੂੰ ਕਿਤੇ ਨਾ ਕਿਤੇ ਉਹ ਚੀਜ਼ ਚੁਭਦੀ ਹੈ। ਤਾਂ ਇਹ ਮਤਲਬ ਮੈਂ ਇੱਕ ਕਪਲ ਨੂੰ ਜਾਣਦਾ ਕਿ ਇੱਥੇ ਪਟਿਆਲੇ ਨਾਲ ਹੀ ਸੰਬੰਧਿਤ, ਮਤਲਬ ਉਹ ਲੜਕੇ ਡਾਕਟਰ ਹੈ ਤੇ ਉਹਦਾ ਹਸਬੈਂਡ ਇੰਜੀਨੀਅਰ ਸੀ। ਹੁਣ ਦੋਨੋਂ ਹੀ ਉਹ ਫੈਕਟਰੀ ਉਹਨਾਂ ਨੇ ਬਣ ਗਏ, ਫੈਕਟਰੀ ਵਰਕਰ ਜਨਾਨੇ, ਉਹ ਮਤਲਬ ਜਿਹੜੀ MBBS ਡਾਕਟਰ ਹੈ ਜੀ। ਤੇ ਉਹ ਮਤਲਬ ਉਹਨੇ ਪਹਿਲਾਂ ਉਹਨੇ ਕਿਹਾ ਨਰਸਿੰਗ, ਉਹ ਨਰਸਿੰਗ ਦਾ ਵਿੱਚ ਉਹਨੇ ਕਿਹਾ ਜੀ ਸੌਖਾ ਕੰਮ ਹੈ, ਚਲੋ ਇੱਥੇ ਕਹਿੰਦੇ ਫੈਕਟਰੀ 'ਚ ਕਹਿੰਦੇ ਚੰਗੇ ਪੈਸੇ ਬਣ ਜਾਣ, ਚਲੋ ਪਰ ਚਲੋ ਪੈਸੇ ਤਾਂ ਠੀਕ ਹੈ ਵੀ ਚੰਗੇ, ਉਹਨੂੰ ਇੱਥੇ ਮਤਲਬ ਉਹ ਕਰਦੀ ਤੇ ਮਤਲਬ PCMS ਵੀ ਨੌਕਰੀ ਵੀ ਲੈ ਲੈਂਦੀ, ਉਹਦੇ ਨਾਲੋਂ ਵੀ ਉਹ ਫੈਕਟਰੀ 'ਚ ਕੰਮ ਕਰਕੇ ਜ਼ਿਆਦਾ ਪੈਸੇ ਬਣਦੇ ਆ। ਲੇਕਿਨ ਇੱਕ ਡਾਕਟਰ ਦੀ ਜਿਹੜੀ ਉਹ ਡਾਕਟਰ ਤੇ ਫੈਕਟਰੀ ਵਰਕ ਵੀ ਜਿਹਨੇ ਕੁਆਲੀਫਿਕੇਸ਼ਨ ਕੀਤੀ ਹੋਈ ਹੈ, ਤਾਂ ਇਸ ਤਰ੍ਹਾਂ ਉਹਦਾ ਹਸਬੈਂਡ ਜਿਹੜਾ ਉਹ ਇੱਥੇ ਥਾਪੜ ਬੜੀ ਵਧੀਆ ਇੱਕ ਇੰਸਟੀਚਿਊਟ ਇੱਥੋਂ ਕੀਤਾ, ਤੇ ਉਹ ਮਤਲਬ ਇੰਜੀਨੀਅਰ ਤੇ ਉਹਨੂੰ ਮਤਲਬ ਨਹੀਂ, ਉਹਨੂੰ ਮਤਲਬ ਜਾ ਟਰੱਕ ਡਰਾਈਵਰ ਬਣਨਾ ਪਿਆ। ਇੱਦਾਂ ਮਤਲਬ ਜਿਹੜੇ ਲੋਕ ਪ੍ਰੋਫੈਸ਼ਨਲ ਹੈ, ਜਦੋਂ ਉਹਨਾਂ ਨੂੰ ਮਤਲਬ ਇੱਦਾਂ ਦੇ ਕੰਮ ਕਰਨੇ ਪੈਂਦੇ ਆ ਤਾਂ ਫਿਰ ਉਹਨਾਂ ਦੇ ਅੰਦਰ ਫਰਸਟ੍ਰੇਸ਼ਨ ਆਉਂਦੀ ਹੈ। ਫਿਰ ਇਹ ਕਈ ਲੋਕ ਬਹੁਤ ਫਿਰ ਫਰਸਟ੍ਰੇਟ ਹੁੰਦੇ ਆ ਜਦੋਂ ਉਹਨਾਂ ਨੂੰ ਮਤਲਬ ਇੱਦਾਂ ਦੇ ਕੰਮ ਜਿਹੜੇ ਜਦੋਂ ਉਹ ਦੇਖਦੇ ਆ ਕਿ ਅਸੀਂ, ਤਾਂ ਕਹਿਣ ਦਾ ਭਾਵ ਹੈ ਕਿ ਲੰਬੇ ਸਮੇਂ ਦੇ ਵਿੱਚ ਜਿਹੜਾ ਹੈਗਾ, ਇੱਕ ਤਾਂ ਬਜ਼ੁਰਗਾਂ ਨੂੰ ਜਿਹੜਾ ਆਪਾਂ ਫੋਕਸ ਕਰ ਰਹੇ ਸੀ, ਬਜ਼ੁਰਗ ਜਿਹੜੇ ਨੇ ਮੈਂ ਤੁਹਾਨੂੰ ਪਰਸੈਂਟੇਜ ਦੱਸੀ ਹੈ ਕਿ ਕਈ ਕਾਰਨਾਂ ਕਰਕੇ ਜਿਹੜਾ ਹੈਗਾ ਕਿ ਜਿਹੜੀ ਨਿਰੀ ਪੈਸੇ ਦੀ ਗੱਲ ਨਹੀਂ ਹੈ, ਪੈਸਾ ਬੜੀ ਵੱਡੀ ਚੀਜ਼ ਹੈ, ਮੈਂ ਮੰਨਦਾ ਕਿ ਬੰਦੇ ਦੀਆਂ ਜਿਹੜੀਆਂ ਜ਼ਰੂਰ, ਲੇਕਿਨ ਬੰਦੇ ਦੀਆਂ ਜਿਹੜੀਆਂ ਕੁਝ ਸੱਭਿਆਚਾਰਕ ਸਮਾਜਿਕ ਵੀ ਉਹਦੀਆਂ ਲੋੜਾਂ ਨੇ, ਤੇ ਉਹਦੀਆਂ ਸਿਹਤ ਦੀਆਂ ਵੀ ਲੋੜਾਂ ਨੇ। ਤਾਂ ਅਸੀਂ ਜਦੋਂ ਸਮੁੱਚੇ ਤੌਰ ਤੇ ਦੇਖਦੇ ਹਾਂ ਕਿ ਇੱਕ ਪੱਖ ਹੀ ਰਹਿ ਜਾਂਦਾ ਹੈ ਕਿ ਉਹਨਾਂ ਕੋਲ ਉੱਥੇ ਪੈਸਾ ਜ਼ਿਆਦਾ ਹੈ ਤੇ ਪੈਸੇ ਨਾਲ ਸਹੂਲਤਾਂ ਉਹ ਜ਼ਿਆਦਾ ਲੈ ਸਕਦੇ, ਚਲੋ ਇਹ ਸੱਚ ਹੈ, ਲੇਕਿਨ ਕੀ ਉਹ ਵਾਕਿਆ ਉਹਦੇ ਨਾਲ ਖੁਸ਼ ਨੇ? ਕਿਉਂਕਿ ਜੇ ਉਹਨਾਂ ਦਾ ਸੱਭਿਆਚਾਰਕ ਤੌਰ ਤੇ ਉਹ ਸਮਝਦੇ ਸਾਡੇ ਤੋਂ ਖੁਸ਼ ਗਿਆ, ਹਾਂਜੀ, ਜੇ ਉਹ ਸਮਾਜਿਕ ਤੌਰ ਤੇ ਸੀਮਤ ਹੋ ਗਏ ਨੇ, ਹਾਂਜੀ, ਤੇ ਫਿਰ ਉਹਨਾਂ ਨੂੰ ਲੱਗਦਾ ਵੀ ਅਸੀਂ ਵਾਤਾਵਰਣ 'ਚ ਜਿਹੜਾ ਸਾਨੂੰ ਇਹਦੀ ਸਾਡੀ ਲਾਈਫ ਬੜੀ ਸੀਮਤ ਹੋ ਗਈ। ਔਰ ਉਹ ਨਿਰੀ ਇਹ ਨਹੀਂ ਹੈ ਕਿ ਉਹ ਮਹਿਸੂਸ ਕਰਦੇ ਨੇ, ਉਹਦੇ ਮੈਡੀਕਲ ਜਿਹੜੇ ਅਸਰ ਪੈਂਦੇ ਨੇ, ਕਿ ਜਿਸ ਤਰ੍ਹਾਂ ਇੱਕ ਡਿਪਰੈਸ਼ਨ ਦਾ ਹੈਗਾ, ਇੱਦਾਂ ਹੀ ਇੱਕ ਹੋਰ ਸ਼ਾਇਦ ਤੁਸੀਂ ਸੁਣੀ ਹੁਣ, ਅਸੀਂ ਪੰਜਾਬ 'ਚ ਕਦੇ ਸੁਣੀ ਹੀ ਨਹੀਂ ਸੀ। ਹੁਣ ਮੈਂ ਤਾਂ ਉੱਥੇ ਰਿਹਾ ਨਾ ਇੰਨੇ 40 ਸਾਲ ਮੈਂ ਵੀ ਰਿਹਾ, ਹੁਣ ਅਸੀਂ ਨਹੀਂ ਸੀ ਦੇਖਿਆ। ਮੈਂ ਹੁਣ ਖੁਦ ਡਾਕਟਰ ਹਾਂ ਮੈਂ ਪੇਸ਼ੇ ਵਜੋਂ, ਤੇ ਮੈਂ ਮਤਲਬ ਇੱਥੇ ਵਿਟਾਮਿਨ D ਡੈਫੀਸ਼ੀਐਂਸੀ ਜਿਹੜੀ ਹੈ, ਵਿਟਾਮਿਨ D ਦੀ ਘਾਟ ਜਿਹੜੀ ਹੈ, ਇੱਥੇ ਮੈਨੂੰ ਨਹੀਂ ਸੀ ਪਤਾ ਵੀ ਐਡੀ ਵੱਡੀ ਸਮੱਸਿਆ। ਹੁਣ ਕੈਨੇਡਾ ਜਾ ਕੇ ਪਤਾ ਲੱਗਿਆ ਵੀ ਇੰਨੇ ਲੋਕਾਂ ਨੂੰ ਇਹ ਬੜੀ ਪ੍ਰੋਬਲਮ, ਵਿਟਾਮਿਨ D ਜਿਹੜਾ ਘਟ ਜਾਂਦਾ ਕਿ ਉੱਥੇ ਮਤਲਬ ਜਿਹੜਾ ਹੈਗਾ, ਕਿਉਂਕਿ ਉਹ ਸਿਰਫ ਤੁਹਾਨੂੰ ਸੂਰਜ ਤੋਂ ਮਿਲਦਾ, ਸਨਲਾਈਟ ਤੋਂ, ਉਹ ਤੇ ਇੰਨੀ ਵੱਡੀ ਸਮੱਸਿਆ ਹੋ ਜਾਂਦੀ ਹੈ। ਮੈਨੂੰ ਕੈਨੇਡਾ ਜਾ ਕੇ ਪਤਾ ਲੱਗਾ ਕਿ ਵਿਟਾਮਿਨ D ਦੀ ਵੀ ਇੰਨੀ ਇੰਪੋਰਟੈਂਸ ਹੈਗੀ। ਅਸੀਂ ਸਾਨੂੰ ਪੰਜਾਬ ਤਾਂ ਪਤਾ ਹੀ ਨਹੀਂ ਸੀ ਕੋਈ, ਇੱਥੇ ਤਾਂ ਹਰ ਇੱਕ ਬੰਦੇ ਨੂੰ ਬੰਦਾ ਛਾਂ ਲੱਭਦਾ, ਇੰਨੀ ਧੁੱਪ ਹੈ ਇੱਥੇ, ਤਾਂ ਇੱਥੇ ਵਿਟਾਮਿਨ D ਦੀ ਡੈਫੀਸ਼ੀਐਂਸੀ ਨਹੀਂ ਹੁੰਦੀ। ਤਾਂ ਕਹਿਣ ਦਾ ਭਾਵ ਹੈ ਕਿ ਆਪਾਂ ਤੇ ਇੱਕ ਪਾਸੜ ਜਿਹੜਾ ਨਾ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਕਿ ਅਸੀਂ ਇੱਕ ਪਾਸੜ ਆਰਥਿਕਵਾਦ ਦੇ ਸ਼ਿਕਾਰ ਹੋ ਗਏ ਹਾਂ, ਹਾਂਜੀ। ਤਾਂ ਇਹ ਜਿਹੜੀ ਚੀਜ਼ ਹੈ ਉਹ ਆਪਣੇ ਆਪ 'ਚ ਹੀ ਬੜੀ ਮਾੜੀ ਗੱਲ ਹੈ ਕਿ ਬੰਦੇ ਦੀ ਜਦੋਂ ਇੱਕ ਲਕੀਰੀ ਸੋਚ ਹੋ ਜਾਂਦੀ ਹੈ ਤਾਂ ਉਹਦੇ ਨਤੀਜੇ ਕਦੇ ਲੰਬੇ ਸਮੇਂ ਚੰਗੇ ਨਹੀਂ ਨਿਕਲਦੇ। ਕਿ ਠੀਕ ਹੈ, ਹੁਣ ਜਦੋਂ ਤੁਹਾਨੂੰ ਇਕਨੋਮਿਕ ਬੈਨੀਫਿਟ ਹੋ ਵੀ ਰਿਹਾ, ਆਰਥਿਕ ਤੌਰ ਤੇ ਫਾਇਦੇ 'ਚ ਵੀ ਰਹੇ ਹੋ, ਤੁਹਾਡੀ ਲਾਈਫ ਤੁਹਾਨੂੰ ਸਹੂਲਤਾਂ ਵੀ, ਘਰ ਵੀ ਵੱਡਾ ਹੋ ਗਿਆ, ਕਾਰਾਂ ਵੀ ਵਧੀਆ ਮਿਲ ਗਈਆਂ, TV ਵੀ, ਲੇਕਿਨ ਤੁਹਾਨੂੰ ਦੂਸਰੇ ਪਾਸਿਓਂ ਨਾ ਤੁਹਾਡੀ ਸਿਹਤ ਰਹੀ, ਨਾ ਤੁਹਾਡਾ ਸੱਭਿਆਚਾਰ ਰਿਹਾ, ਤਾਂ ਤੁਹਾਨੂੰ ਗਿਲਾ ਹੋਇਆ ਕਿ ਸਾਡੇ ਬੱਚੇ ਜੋ ਰਿਸ਼ਤੇ ਸੀਗੇ, ਜੋ ਰਿਸ਼ਤੇ ਤੋਂ ਉਮੀਦਾਂ ਹੁੰਦੀਆਂ ਮਾਂ-ਬਾਪ ਨੂੰ, ਆਪਣੇ ਹਰ ਇੱਕ ਰਿਸ਼ਤੇ ਤੁਹਾਨੂੰ, ਹਸਬੈਂਡ ਨੂੰ ਵਾਈਫ ਤੋਂ, ਵਾਈਫ ਨੂੰ ਹਸਬੈਂਡ ਤੋਂ, ਭੈਣ ਨੂੰ ਭਰਾ ਤੋਂ, ਭਰਾ ਨੂੰ ਭੈਣ ਤੋਂ, ਦੋਸਤ ਨੂੰ ਦੋਸਤ ਤੋਂ, ਹਰ ਇੱਕ ਰਿਸ਼ਤੇ ਦੇ ਵਿੱਚ ਰਿਸ਼ਤੇ ਜਿਹੜੇ ਉਮੀਦਾਂ ਤੇ ਖੜੇ ਹੈ ਵੀ ਅਸੀਂ ਐਕਸਪੈਕਟੇਸ਼ਨਸ, ਹੈ, ਤਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਦੇ ਨਿਰਾਸ਼ਾ ਨਿਕਲਦੀ ਹੈ। ਹੁਣ ਬੱਚੇ ਜਿਹੜੇ ਨੇ, ਜਦੋਂ ਇੱਕ ਬਹੁਤ ਵੱਡੀ ਗੱਲ ਹੈ ਕਿ ਇਹ ਮੈਂ ਲੰਬਾ ਸਮਾਂ ਦੇਖਿਆ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਮਾਂ-ਬਾਪ ਜਿਹੜੇ ਨੇ ਸਾਨੂੰ ਵਰਤ ਗਏ,
ਮਾਂ-ਬਾਪ ਨੂੰ मतलब ਬੱਚਿਆਂ ਨੂੰ ਮਾਂ-ਬਾਪ ਨੂੰ ਮਹਿਸੂਸ ਹੁੰਦਾ ਬੱਚੇ ਸਾਨੂੰ ਆਪਣੇ ਇੰਟਰਸਟ ਲਈ ਸਾਡੇ ਇੰਟਰਸਟ ਇਹਨਾਂ ਨੇ ਸੈਕਰੀਫਾਈਸ ਕੀਤੇ। ਇਹ ਬੜੀ ਵਾਰੀ ਮੈਂ ਦੇਖਿਆ ਕਿ ਉਹ मतलब ਜਿਹੜੇ ਵੀ ਉਹਨਾਂ ਨੂੰ ਕਿਉਂਕਿ ਪਹਿਲਾਂ ਠੀਕ ਹੈ ਨਵਾਂ ਚਾਹ ਹੁੰਦਾ ਪਰ ਜਿਉਂ ਗੱਲ ਅੱਗੇ ਵੱਧਦੀ ਹੈ ਤਾਂ ਫਿਰ ਜਿਹੜੇ ਨੇ ਮਾਂ-ਬਾਪ ਨੂੰ ਜਿਹੜੀਆਂ ਉਮੀਦਾਂ ਬੱਚਿਆਂ ਤੋਂ ਹੁੰਦੀਆਂ ਕਿ ਸਾਡੇ ਨਾਲ ਇੱਦਾਂ ਹੀ ਜਿਸ ਤਰ੍ਹਾਂ ਇੱਦਾਂ ਜੋ ਇੱਕ ਉਹਨਾਂ ਨੂੰ ਸੀ ਜਿੱਦਾਂ ਦਾ ਚੱਲ ਰਿਹਾ ਸੀ ਵੀ ਬੱਚੇ ਕਿਸ ਤਰ੍ਹਾਂ ਦੇ ਬੱਚੇ ਮਾਂ-ਬਾਪ ਲਈ ਕੀ ਕਰਦੇ ਸਾਡਾ ਫੈਮਿਲੀ ਸਟਰਕਚਰ ਹੈ ਬੜਾ ਸਟਰੋਂਗ ਹੈ। ਅਸੀਂ ਮਤਲਬ ਜਿਹੜੇ ਹੈ ਇੱਕ ਕੋਲੈਕਟਿਵ ਦੇ ਵਿੱਚ ਅਸੀਂ ਕਦੀ ਸੋਚਦੇ ਹੀ ਨਹੀਂ ਜਦੋਂ ਸਾਡਾ ਜਿਹੜਾ ਰਵਾਇਤੀ ਜਿਹੜਾ ਸਾਡਾ ਪਰਿਵਾਰ ਹੈ ਸਾਡੇ ਪਰਿਵਾਰ 'ਚ ਅਸੀਂ ਸਮਝਦੇ ਅਸੀਂ ਇੱਕ ਇਕਾਈ ਹਾਂ ਹਾਂਜੀ। ਤਾਂ ਅਸੀਂ ਸਮਝਦੇ ਨਹੀਂ ਅਸੀਂ ਬੱਚਿਆਂ ਲਈ ਕੀਤਾ ਅਸੀਂ ਆਪਣੇ ਲਈ ਕੀਤਾ ਬੱਚਿਆਂ ਲਈ ਕਰਦੇ ਆਪਣੇ ਲਈ ਕੀਤਾ ਜੇ ਭੈਣ ਭਰਾ ਲਈ ਕਦੋਂ ਜਦੋਂ ਨਾ ਅਸੀਂ ਇੱਕ ਇਕਾਈ ਦੇ ਤੌਰ ਹੁਣ ਜਿਹੜਾ ਵੈਸਟ ਦੇ ਵਿੱਚ ਜਾ ਕੇ ਇੰਡੀਵਿਜੂਅਲਿਸਟਿਕ ਸੁਸਾਇਟੀ ਹੈ ਨਿਜਵਾਦੀ ਹੈ ਤਾਂ ਨਿਜਵਾਦ ਦੇ ਵਿੱਚ ਹਰ ਇੱਕ ਬੰਦਾ ਆਪਣੇ ਲਈ ਸੋਚਦਾ ਹੈ। ਹੁਣ ਜਦੋਂ ਮਾਂ-ਬਾਪ ਨੇ ਜੋ ਬੱਚਿਆਂ ਲਈ ਕੀਤਾ ਉਹਨਾਂ ਨੇ ਉਹ ਕੀਤਾ ਜੋ ਸਾਡੇ ਰਵਾਇਤੀ ਸੱਭਿਆਚਾਰ ਦੀ ਦੇਣ ਸੀ ਜੋ ਸਾਨੂੰ ਲੱਗਦਾ ਸੀ ਕਿ ਰਿਸ਼ਤਿਆਂ 'ਚ ਇੱਦਾਂ ਹੋਣਾ ਚਾਹੀਦਾ। ਜਦੋਂ ਬੱਚਿਆਂ ਦੀ ਵਾਰੀ ਆਉਂਦੀ ਹੈ ਮਾਂ-ਬਾਪ ਨੂੰ ਤਾਂ ਫਿਰ ਉਹਨਾਂ ਦੀਆਂ ਉਮੀਦਾਂ ਨੇ ਕਿ ਉਹ ਕਿਹੜੀਆਂ ਉਮੀਦਾਂ ਨੇ ਉਹ ਜਿਹੜੀਆਂ ਉਹਨਾਂ ਨੇ ਦੇਖੀਆਂ ਨੇ ਇੱਥੇ ਦੇ ਅਨੁਸਾਰ। ਲੇਕਿਨ ਹੁਣ ਕੈਨੇਡਾ 'ਚ ਉਹਨਾਂ ਦੀ ਇਹ ਉਮੀਦਾਂ ਕਦੀ ਪੂਰੀਆਂ ਨਹੀਂ ਹੋ ਸਕਦੀਆਂ ਕਿਉਂਕਿ ਬੱਚਿਆਂ ਨੇ ਉਹ ਨਹੀਂ ਕਰਨਾ ਕਿ ਜੋ ਮਾਂ-ਬਾਪ ਨੇ ਕੀਤਾ ਕਿ ਬੱਚੇ ਜਿਹੜੇ ਨੇ ਹੁਣ ਉਹ ਹੋਰ ਉਹਨਾਂ ਦਾ ਜਿਹੜਾ ਕਦਰਾਂ ਕੀਮਤਾਂ ਬਦਲ ਚੁੱਕੀਆਂ ਉਹ ਉਸ ਜਿਹੜਾ ਸਰਮਾਏਦਾਰੀ ਕੈਪੀਟਲਿਸਟ ਸੁਸਾਇਟੀ ਹੈ ਉਹ ਇੰਡੀਵਿਜੂਅਲਿਸਟਿਕ ਸੁਸਾਇਟੀ ਹੈ ਨਿਜਵਾਦੀ ਹੈ। ਸਾਡੀ ਜਿਹੜਾ ਸਮਾਜ ਹੈ ਇਹ ਪਰਿਵਾਰਵਾਦੀ ਜੋ ਕਹਿ ਲਓ ਜਾਂ ਸਮੂਹਿਕ ਅਸੀਂ ਪਰਿਵਾਰ ਦਾ ਵੀ ਸੋਚਦੇ ਹਾਂ ਅਸੀਂ ਪਿੰਡ ਦਾ ਵੀ ਸੋਚਦੇ ਹਾਂ ਅਸੀਂ ਆਪਣੇ ਜ਼ਿਲ੍ਹੇ ਦਾ ਵੀ ਸੋਚਦੇ ਹਾਂ ਅਸੀਂ ਇਹ ਵੀ ਮਾਲਵਾ ਮਾਝਾ ਦੁਆਬਾ ਸਾਡੇ 'ਚ ਅੰਦਰ ਹੈ ਫਿਰ ਅਸੀਂ ਪੰਜਾਬ ਦਾ ਸੋਚਦੇ ਹਾਂ ਫਿਰ ਅਸੀਂ ਸਾਡੀ ਸੋਚ ਹੀ ਜਿਹੜੀ ਹੈ ਇੱਕ ਕੋਲੈਕਟਿਵ ਹੈ ਸਮੂਹਿਕ ਸੋਚ ਹੈ। ਬੰਦਾ ਹਮੇਸ਼ਾ ਆਪਣੇ ਆਪ ਨੂੰ ਆਪਣੇ ਪਿੰਡ ਦੀ ਗੱਲ ਮਤਲਬ ਕਿਤੇ ਨਾ ਕਿਤੇ ਕਿਸੇ ਇਕਾਈ ਪਰਿਵਾਰ ਨਾਲ ਜੋੜਦਾ ਪਿੰਡ ਨਾਲ ਜੋੜਦਾ ਆਪਣੇ ਜ਼ਿਲ੍ਹੇ ਨਾਲ ਜੋੜਦਾ ਆਪਣੇ ਇਲਾਕੇ ਨਾਲ ਜੋੜਦਾ ਆਪਣੇ ਪ੍ਰਾਂਤ ਨਾਲ ਜੋੜਦਾ ਆਪਣੇ ਦੇਸ਼ ਨਾਲ ਜੋੜਦਾ। ਲੇਕਿਨ ਕੈਪੀਟਲਿਜ਼ਮ ਦੀ ਜਿਹੜੀ ਸੱਚਾਈ ਇਹ ਹੈ ਕਿ ਉੱਥੇ ਸਿਰਫ ਤੇ ਸਿਰਫ ਆਪਣੇ ਆਪ ਦਾ ਇੰਡੀਵਿਜੂਅਲ ਉਹ ਕਹਿੰਦੇ ਹਰ ਇੱਕ ਬੰਦਾ ਆਪਣੇ ਆਪ ਨਾ ਤੇਰਾ ਕੋਈ ਅੱਗੇ ਨਾ ਪਿੱਛੇ। ਤਾਂ ਹੁਣ ਇੱਕ ਪਰਫੈਕਟ ਜਿਹਨੂੰ ਕਹਿੰਦੇ ਸੈਟਅਪ ਅੰਗਰੇਜ਼ੀ ਕਹੇ ਵੀ ਨਿਰਾਸ਼ਾ ਲਈ ਕਿ ਜਦੋਂ ਬੱਚਿਆਂ ਨੇ ਜੋ ਮਾਂ-ਬਾਪ ਜੋ ਕਰਦੇ ਆ ਬੱਚਿਆਂ ਲਈ ਉਹਨਾਂ ਨੇ ਕੀਤਾ ਤਾਂ ਉਹਨਾਂ ਦੀਆਂ ਉਮੀਦਾਂ ਹੋ ਜਾਂਦੀਆਂ ਜਦ ਮੈਂ ਕਹਿੰਦਾ ਐਕਸਪੈਕਟੇਸ਼ਨ ਨੇ ਉਮੀਦਾਂ ਨੇ ਕਿ ਹੁਣ ਬੱਚੇ ਸਾਡੇ ਲਈ ਵੀ ਉੱਦਾਂ ਹੀ ਕਰਨਗੇ। ਲੇਕਿਨ ਉੱਥੇ ਉਹਨਾਂ ਨੂੰ ਜਦੋਂ ਤੁਹਾਡੀਆਂ ਜੋ ਉਮੀਦਾਂ ਹੁੰਦੀਆਂ ਨੇ ਉਹ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਜਿਹੜਾ ਹੈਗਾ ਤੁਹਾਨੂੰ ਉਹਦੇ 'ਚੋਂ ਫਰਸਟ੍ਰੇਸ਼ਨ ਨਿਕਲਦੀ ਹੈ ਨਿਰਾਸ਼ਾ ਨਿਕਲਦੀ ਹੈ। ਬਿਲਕੁਲ ਡਾਕਟਰ ਸਾਹਿਬ ਹੱਲ ਦੱਸੋ ਕੀ ਹੈ ਕਿਉਂਕਿ ਇੱਕ ਇਹ ਵੀ ਮਸਲਾ ਵੀ ਜਿਹੜੇ ਬੱਚੇ ਬਾਹਰ ਚਲੇ ਜਾਂਦੇ ਨੇ ਪਿੱਛੇ ਮਾਂ-ਬਾਪ ਇਕੱਲੇ ਰਹਿ ਜਾਂਦੇ ਨੇ ਕਿਉਂਕਿ ਮੋਹਾਲੀ ਦੇ ਵਿੱਚ ਬਥੇਰੇ ਇਹੋ ਜਿਹੇ ਘਰ ਹੋਣਗੇ ਪੰਜਾਬ ਦੇ ਪਿੰਡਾਂ 'ਚ ਬਥੇਰੇ ਇਹੋ ਜਿਹੇ ਘਰ ਹੋਣਗੇ ਜਿੱਥੇ ਬੱਚੇ ਬਾਹਰ ਚਲੇ ਗਏ ਨੇਗੇ ਤੇ ਪੇਰੈਂਟਸ ਇਕੱਲੇ ਨੇ ਪਿੱਛੋਂ ਹੈ ਨਾ ਤਾਂ ਇਕੱਲੇ ਰਹਿਣ ਕਰਕੇ ਇਕੱਲਤਾ ਦਾ ਸ਼ਿਕਾਰ ਹੋਏ ਬਿਮਾਰ ਵੀ ਹੋ ਗਏ ਨੇ ਉਹ ਹੈ ਨਾ ਤੇ ਇਹ ਵੀ ਚੀਜ਼ਾਂ ਨੇ। ਪਰ ਜਦੋਂ ਉਹੀ ਬੱਚੇ ਪੇਰੈਂਟਸ ਨੂੰ ਆਪਣੇ ਕੋਲ ਫਿਰ ਜਦੋਂ ਬਾਹਰ ਲੈ ਕੇ ਜਾਂਦੇ ਨੇਗੇ ਤਾਂ ਉੱਥੇ ਵੀ ਫਿਰ ਇੱਕ ਵੱਡੀ ਸਮੱਸਿਆ ਖੜੀ ਹੋ ਜਾਂਦੀ ਆ ਪੇਰੈਂਟਸ ਉੱਥੋਂ ਦਾ ਕਲਚਰ ਉੱਥੋਂ ਦਾ ਲਾਈਫ ਸਟਾਈਲ ਅਡੋਪਟ ਨਹੀਂ ਕਰ ਪਾਉਂਦੇ ਜਿਹੜਾ ਕਿ ਉਸ ਏਜ ਦੇ ਵਿੱਚ ਮੈਨੂੰ ਲੱਗਦਾ ਕਿ ਬਿਲਕੁਲ ਪੋਸੀਬਲ ਹੋ ਨਹੀਂ ਸਕਦਾ ਕਿ ਤੁਸੀਂ 60-70 ਸਾਲ ਕਿਸੇ ਇੱਕ ਕੰਟਰੀ ਦੇ ਵਿੱਚ ਇੱਕ ਮਾਹੌਲ ਦੇ ਵਿੱਚ ਰਹੇ ਹੋ ਤੇ ਸਡਨ ਤੁਹਾਨੂੰ ਕਿਸੇ ਦੂਜੀ ਮਾਹੌਲ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਤਾਂ ਤੁਸੀਂ ਨਹੀਂ ਅਡੋਪਟ ਕਰ ਸਕਦੇ ਇੰਨੀ ਛੇਤੀ ਹੈ ਨਾ। ਤਾਂ ਫਿਰ ਪੇਰੈਂਟਸ ਅਗਰ ਪਿੱਛੇ ਇਕੱਲੇ ਨੇ ਤਾਂ ਵੀ ਔਖਾ ਅਗਰ ਉਹ ਬੱਚਿਆਂ ਕੋਲ ਚਲੇ ਜਾਂਦੇ ਨੇ ਤਾਂ ਅੱਜ ਅਸੀਂ ਉਸ ਮੁੱਦੇ ਤੇ ਗੱਲ ਕਰ ਰਹੇ ਹਾਂ ਕਿ ਉੱਥੇ ਵੀ ਉਹਨਾਂ ਨੂੰ ਬੜਾ ਔਖਾ ਹੋ ਜਾਂਦਾ ਉਹਨਾਂ ਨੂੰ ਲੱਗਦਾ ਸਾਡਾ ਦਿਲ ਨਹੀਂ ਲੱਗਦਾ ਅਸੀਂ ਇੱਕ ਤਰ੍ਹਾਂ ਦੀ ਜੇਲ੍ਹ ਕੱਟ ਰਹੇ ਹਾਂ ਜਾਂ ਜਿਵੇਂ ਤੁਸੀਂ ਕਿਹਾ ਕਿ ਫਿਰ ਉਹਨਾਂ ਨੂੰ ਕੁਝ ਸਮੇਂ ਬਾਅਦ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਸ਼ਾਇਦ ਬੱਚੇ ਸਾਨੂੰ ਆਪਣੇ ਹਿੱਤਾਂ ਦੇ ਲਈ ਵਰਤ ਰਹੇ ਨੇ ਗਾਹਾਂ ਆਪਣੇ ਨਿਆਣੇ ਸੰਭਾਲਣ ਦੇ ਲਈ ਜਾਂ ਘਰ ਦੇਖਣ ਦੇ ਲਈ ਹੈ ਨਾ ਵੀ ਸਾਨੂੰ ਕੰਮਾਂ ਤੋਂ ਆਉਂਦਿਆਂ ਨੂੰ ਰੋਟੀ ਪਾਣੀ ਬਣਿਆ ਬਣਾਇਆ ਮਿਲ ਜਾਵੇ। ਫਿਰ ਕੀ ਕੀਤਾ ਜਾ ਸਕਦਾ ਵਾ ਇਸ ਹਾਲਾਤ ਦੇ ਵਿੱਚ? ਦੇਖੋ ਜਿਹੜਾ ਮੇਰਾ ਇਹ ਮੰਨਣਾ ਹੈ ਜੀ ਕਿ ਇਹ ਜਿਹੜਾ ਸਿਸਟਮ ਹੈਗਾ ਕੈਪੀਟਲਿਸਟ ਸਿਸਟਮ ਹੈ ਇਹ ਬੜੀ ਜਲਦੀ ਕੋਲੈਪਸ ਹੋਣ ਵਾਲਾ। ਮੈਂ ਤਾਂ ਇਹਦੀ ਤਾਰੀਖ ਵੀ ਨਿਸ਼ਚਿਤ ਕਰ ਦਿੱਤੀ 2030 ਤੋਂ 2050 ਤੱਕ। ਤਾਂ ਇੱਕ ਡਿਕੇਇੰਗ ਇਹ ਜਿਹੜਾ ਮਤਲਬ ਅਸੀਂ ਇੱਕ ਭਰਮ ਦਾ ਸ਼ਿਕਾਰ ਹਾਂ ਕਿ ਇਹ ਜਿਹੜਾ ਸਿਸਟਮ ਹੈ ਇਹ ਬੜੇ ਚੜ੍ਹਤ ਵਾਲਾ ਹੈ ਇਹ ਚੜ੍ਹਤ ਖਤਮ ਹੋ ਚੁੱਕੀ ਹੈ ਕੈਪੀਟਲਿਜ਼ਮ ਡਿੱਗ ਰਿਹਾ ਹੈ ਔਰ ਬਹੁਤ ਜਲਦੀ ਕੋਲੈਪਸ ਹੋ ਜਾਣਾ। ਤਾਂ ਇਹ ਜਿਹੜੇ ਇਕਨੋਮਿਕ ਵੀ ਬੈਨੀਫਿਟ ਨੇ ਇਹ ਵੀ ਖਤਮ ਹੋ ਜਾਣੇ ਆ ਇਹ ਵੀ ਜ਼ਿਆਦਾ ਦੇਰ ਨਹੀਂ ਰਹਿ ਸਕਦੇ ਹੈ। ਅੱਜ ਹੀ ਤੁਸੀਂ ਦੇਖੋ ਨਾ ਕਿ ਮੈਂ ਹਮੇਸ਼ਾ ਕਿ ਆਰਥਿਕ ਤੌਰ 'ਤੇ ਜਿਹੜਾ ਚਾਈਨਾ ਨੇ ਜਦੋਂ ਅਸੀਂ ਪੂਰਬ ਔਰ ਪੱਛਮ ਦੀ ਗੱਲ ਹੈ ਤਾਂ ਪੂਰਬ ਦਾ ਜਿਹੜਾ ਲੀਡਿੰਗ ਦੇਸ਼ ਚਾਈਨਾ ਹੈ ਅਤੇ ਪੱਛਮ ਦਾ ਅਮਰੀਕਾ ਹੈ
तो मैं मतलब ये बड़ी देर तो मतलब प्रडिक्शन भी भविष्यवाणी ने भी की कि मतलब चाइना अमरीका नूं पछाड़ जाएगा और पछाड़ता एक आर्थिक दे विच। लेकिन अज तुसीं शायद पढ़ी है कि नहीं खबर कि अज फौज की ताकत दे विच भी चाइना जिहड़ा साडी जिहड़ी असैसमेंट है इंडियन आर्मी एक्सपर्ट्स की कि इस वेले चाइना जिहड़ा है मिलिटरी के तौर पर फौजी तौर पर भी अमरीका नालों ज़्यादा तकड़ा हो गया है। ये अज दी लेटेस्ट कि नंबर 1 ते चाइना, नंबर 2 ते अमेरिका, नंबर 3 ते रशिया ते नंबर 4 ते भारत आंदा है फौजी शक्ति के अनुसार। तो कहने का मतलब है कि वैस्ट की जी डिकलाइन जी ईस्ट की राइज है जो वो तो मतलब जिस खिते च आप रह रहे हैं एशिया जोड़ा है या पूरब है ये तो चढ़ रहा है। तो ये असी जो देख रहे हैं उत्थे जो इकनॉमिक बेनीफिट ज़्यादा देर नहीं रहने। अच्छा दूसरी जी गल ये हैगी कि जोड़ा सिस्टम है कैपिटलिज्म है वो कोलैप्स कर रहा है मतलब पर वह बदल सानू चाहिए। हुण मेरा ये मनना है कि जिन्नियां भी समस्यावां ने उहदा रूट काज ही जिहड़ा हैगा ये जिहड़ा कैपिटलिस्ट मॉडल ऑफ डिवेलपमेंट है जिहड़ा कि पंजाब ने जिहड़ा हैगा ग्रीन रेवोल्यूशन तो बाद जिहड़ा अपनाया है हरियाणा इनकलाब तो बाद। अच्छा जिहड़ा इहदा हल जिहड़ा हैगा ना हल यह है कि असीं ये मॉडल रिजैक्ट कर दईए और असीं जिहड़ा मॉडल जिहड़ा हैगा अल्टरनेटिव मॉडल ऑफ डिवेलपमेंट है बदलवां विकास का नमूना अपनाया जाए जिहड़ा कि साडे श्री गुरु ग्रंथ साहिब दे विच अंकित है। और पंजाब का हल यही निकलना है कि असी जिद्दां तुसीं कहा कि असी जिहड़े बजुर्ग ने जदों असी वो बजुर्ग जिहड़े ये सोचन कि असी कल्ला जिहड़ा हैगा ये नहीं कि असी बच्चे हैं मतलब भी साडे ने ये समाज भी साडा है वो जिहड़ा उन्हां दा प्रेम है जां मोह है बच्चों लई वो पूरा जिहड़ा हैगा और समाज सारा जिहड़ा एक असी विशालता नाल जिहड़ा निजवाद तो आपां उपर होकर सोचना शुरू करिए। और निजवाद का दूजा रूप जिहड़ा अज जिहड़ा असी सोफिस्टिकेटेड जिहड़ा कहंदे वो कैरियरिज्म है वो भी सत्कारित है निजवाद ही लेकिन उन्होंने एक तो कहने का भाव है कि जे असी जिहड़ियां कदरां कीमतां सानू जीना गुरबाणी तो सेध मिलती है जे साडे बजुर्ग असी सारा जिहड़ा समाज अपना ढांचा जिहड़ा है एक निजवाद तो निजवाद च परिवारवाद भी आ जाता जे असी विशाल कर लिए जे बजुर्ग जिहड़े ने वो जे आपां पंजाब दे विच इहो जिहा कोई ढांचा बनाइए कि सारा वो अपने सारे समाज नूं कहण कि साडा है और समाज उन्हां नूं कहे कि साडे ने। मेरा ये नहीं कि बच्चों के माँ बाप ने बच्चे माँ प्यो के बच्चे ने नहीं असी वो जिहड़ी लॉयल्टी है जो प्रेम है वो अपना जिद्दां साडे गुरु साहब ने मतलब कहा ना कि जदों उन्हां दे साहबजादे शहीद हो गए तो कहते 4 मूँह ते क्या हुए जीवित कई हज़ार। तो ये नहीं है कि सिर्फ बच्चा अपने ही नाल ही जिहड़ा वो लगा हो सकता अपना दायरा जिहड़ा प्यार का वधाया जा सकता है। तो जी गुरबाणी सानू जिहड़ा कैपिटलिज्म है सानू नैरो करके तंग नज़र अखीर अपने तक सीमित कर दे फिर उस तो थल्ले डिगण की कोई जगह नहीं फिर बंदे ने डिगना ही डिगना है। असीं नैरो घटदा जदों निज तक सीमित होगा उस तो अगे तक होर फिर तो बिल्कुल ही नगार होंदा पूरा है। लेकिन गुरु साहब ने सानू बिल्कुल इसका उल्ट दस्सिया भी सारे अपने जिहड़े अपने आप नूं विशाल करो। तो साडे बजुर्ग जिहड़े ने जे असीं एक इहो जिहा हर पिंडां दे विच इहो जिहा हर एक मुहल्ले च इहो जिहा एक कोलैक्टिव जिहड़ा है कि सारी ये समस्या हैगी है भी बजुर्ग कल्ले की करन लेकिन कल्ले दा तां ही है ना कि जे उन्हां नूं लगे कि बाकी साडे कुछ लगदे नहीं जे साडा जिहड़ा पिंड है जां एक कोलैक्टिव तौर पर एक समूहिक तौर पर मुहल्ला जां कि वो कहे कि नहीं जी साडे सारे बजुर्ग ने साडा वो कहने साडा मुहल्ला है साडा पिंड है असीं इहदे लई कोई सवारना वो कहणगे असीं इन्हां नूं मतलब इस इन्हां दी देख रेख करनी है तो उन्होंने वो कल की भी समस्या ना होई नाले उन्होंने जीवन च एक उद्देश मिल जाएगा कि वो कहणगे असीं किसी का कोई सवार अपना भी सवार है किसी का भी सवार है। और गुरबाणी तो कहती है कि बंदे का सवारदा ही तां है जदों दूसरियां दा सवारदा है जी विद्या विचारी तां परोपकारी। तो जिहड़ा मतलब नॉलेज वो है जिहड़ी तुहानूं मतलब खुदगर्जी तो दूसरियां दा भले करन वाल जिहड़ा प्रेरदी है। तो गुरबाणी का सरबत का भलो तो सरबत नूं ही अपनाओ तो ये जिहड़ा तुहाडा जिहड़ा ना कि उहदा हल बहुत सौखी तरह निकल सकता है कि असीं पंजाब दे विच इहो जिहे हालात पैदा करिए कि बदलवां जिहड़ा हैगा ये मॉडल जिहड़ा खुदगर्जी ते और निजवाद ते सैल्फिशनैस ते और इंडिविजुअलिज्म ते जिहड़ा सेंटर्ड है उहदी थां ते एक उदार वाला जिहड़ा उदारता वाला जिहड़ा बंदा पूरा समाजिक तौर पर चेतन होवे। तो गुरबाणी जिहड़ी है वो चेतन मनुख पैदा करना चाहती है। तो असीं जिहड़ा संगत जिहड़ी है जां समाज है वो उस नूं समझिए कि देखो हर थां हर एक मुहल्ले साडे
ਗੁਰਦੁਆਰਾ ਸਾਹਿਬ ਨੇ, ਹੋਰ ਧਾਰਮਿਕ ਮੰਦਿਰ ਨੇ, ਮਸਜਿਦਾਂ। ਤੋਂ ਬਜ਼ੁਰਗਾਂ ਵਾਸਤੇ ਮਤਲਬ ਸਾਡੇ ਤਾਂ ਮੈਜੋਰਟੀ ਚਲੋ ਸਿੱਖ ਜਿੰਨੇ ਬਹੁਤ ਹੀ ਵੱਡੀ ਗਿਣਤੀ ਸਿੱਖ ਹੀ ਨੇ, ਸਭ ਤੋਂ ਜ਼ਿਆਦਾ ਪ੍ਰਵਾਸ ਜੱਟਾਂ ਨੇ ਕੀਤਾ, ਲਗਭਗ ਸਾਰਾ ਪੰਜਾਬ ਜੱਟ ਜਿਹੜਾ ਉਹ ਸਿੱਖ ਹੀ ਹੈਗਾ। ਤੋਂ ਇਸ ਕਰਕੇ ਗੁਰਦੁਆਰਾ ਸਾਹਿਬਾਨ ਇੱਕ ਸਾਡੇ ਕੋਲ ਢਾਂਚਾ ਪਿਆ, ਇੱਕ ਬਣਿਆ ਬਣਾਇਆ, ਹਰ ਇੱਕ ਪਿੰਡ 'ਚ ਨੇ, ਹਰ ਇੱਕ ਮੁਹੱਲੇ 'ਚ, ਹਰ ਇੱਕ ਸ਼ਹਿਰ, ਜਿੱਥੇ ਕਿ ਸਮਾਜਿਕ ਜਿਹੜਾ ਇੰਟਰੈਕਸ਼ਨ ਜਾਂ ਸੋਸ਼ਲ ਇੰਟਰੈਕਸ਼ਨ ਹੈ ਉਹਦੇ ਲਈ ਇੱਕ ਆਧਾਰ ਸਾਡੇ ਕੋਲ ਆਲਰੇਡੀ ਹੈ। ਗੁਰਦੁਆਰਿਆਂ ਨੂੰ, ਉਹਨਾਂ ਨੂੰ ਅਸੀਂ ਸਵਾਰਿਆ ਜਾ ਸਕਦਾ ਹੈ। ਗੁਰਦੁਆਰਿਆਂ ਨੂੰ ਮਤਲਬ ਜਿਹੜਾ ਹੈਗਾ ਇਸ ਤਰ੍ਹਾਂ ਵੀ ਬਣਾਇਆ ਜਾ ਸਕਦਾ ਕਿ ਗੁਰਦੁਆਰਾ ਸਾਹਿਬ ਦੇ ਨਾਲ ਅਸੀਂ ਰਹਿਣ ਦੀਆਂ ਹੋਰ ਅੱਛੀਆਂ ਸਹੂਲਤਾਂ, ਜਿਹੜੇ ਕਮਰੇ, ਤਾਂ ਕਿ ਸਗੋਂ ਉੱਥੋਂ ਵੀ ਜਿਹੜੇ ਲੋਕ ਜਿਹੜੇ ਪੱਕੇ ਤੌਰ 'ਤੇ ਬਜ਼ੁਰਗ ਨਹੀਂ ਉੱਥੇ ਰਹਿ ਸਕਦੇ, ਉਹ ਮਤਲਬ ਘੱਟੋ ਘੱਟ ਸਰਦੀਆਂ ਦੇ ਮਹੀਨੇ ਆ ਕੇ 5-6 ਮਹੀਨੇ ਇੱਥੇ ਆ ਕੇ ਰਹਿਣ, ਔਰ ਇੱਥੇ ਮਤਲਬ ਉਹਨਾਂ ਨੂੰ ਮਹਿਸੂਸ ਹੀ ਨਾ ਹੋਵੇ ਵੀ ਅਸੀਂ ਇਹ ਛੱਡਿਆ ਕੁਛ। ਉਸ ਇਹ ਤੋਂ ਹੱਲ ਤਾਂ ਜਿੱਥੇ ਚਾਹ ਉੱਥੇ ਰਾਹ, ਵੇਅਰ ਦੇਅਰ ਇਜ਼ ਅ ਵਿਲ ਦੇਅਰ ਇਜ਼ ਅ ਵੇ। ਤੋਂ ਇਹ ਜਿਹੜਾ ਮਾਡਲ ਹੈ ਜਿਹੜਾ ਇਹ ਗਲਤ ਹੈ, ਜਿਹੜਾ ਅਸੀਂ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਅਪਣਾਇਆ, ਜਿਹੜਾ ਕੋਈ ਸਾਡੇ ਕੋਲ ਤਾਂ ਦੇਖੋ ਨਾ, ਪੰਜਾਬ ਜਿਹੜਾ 1849 ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਖੁਸ਼ਹਾਲ ਖਿੱਤਾ ਸੀਗਾ ਹਰ ਲਿਹਾਜ਼ ਦੇ ਨਾਲ, ਹੈ। ਤਾਂ ਇਹ ਸਾਰਾ ਜਿਹੜਾ ਕੁਝ ਹੋਇਆ ਗਲਤ ਮਾਡਲ ਦੇ ਸਿਰ ਕਰਕੇ ਹੋਇਆ। ਤੁਸੀਂ ਹੈਰਾਨ ਹੋਗੇ ਕਿ ਜੇ ਕੋਈ ਚੀਜ਼ ਲੈ ਲਓ, 1830 ਦੇ ਵਿੱਚ ਜਿਹੜਾ ਹੈ ਪੰਜਾਬ 100% ਲਿਟਰੇਸੀ ਰੇਟ ਸੀਗਾ, ਸਾਖਰਤਾ ਦਰ। ਤੇ ਉਸ ਵੇਲੇ ਇੰਗਲੈਂਡ 'ਚ ਕੋਈ ਪੜ੍ਹਿਆ ਲਿਖਿਆ ਬੰਦਾ ਹੀ ਨਹੀਂ ਸੀ, ਸਿਵਾਏ ਜਿਹੜੇ 94 ਬੰਦੇ ਜਿਹੜੀ ਸ਼ਾਹੀ ਖਾਨਦਾਨ ਜਾਂ ਅਮੀਰ ਲੋਕ ਹੈ, ਆਮ ਬਿਲਕੁਲ ਅਨਪੜ੍ਹ ਸੀ ਇੰਗਲੈਂਡ ਜਿਹੜਾ। 1870 ਦੇ ਵਿੱਚ ਬ੍ਰਿਟਿਸ਼ ਲਿਟਰੇਸੀ ਐਕਟ ਬਣਦਾ ਹੈਗਾ, ਤਾਂ ਉਹਨਾਂ ਨੂੰ ਮਹਿਸੂਸ ਹੋਈ ਹੈ ਲੋੜ ਕਿ ਅਸੀਂ ਆਪਣੇ ਬੰਦਿਆਂ ਨੂੰ ਪੜ੍ਹਾਈਏ। ਤੇ 1830 'ਚ ਸਾਰਾ ਪੰਜਾਬ ਪੜ੍ਹਿਆ ਲਿਖਿਆ ਸੀ। ਤਾਂ ਇੰਨਾ ਖੁਸ਼ਹਾਲ ਸੀਗਾ ਪੰਜਾਬ 1849 ਦੇ ਵਿੱਚ ਕਿ ਤੁਸੀਂ ਭਾਈ ਕਾਹਨ ਸਿੰਘ ਨਾਭਾ ਦਾ ਜਿਹੜਾ ਮਹਾਨ ਕੋਸ਼ ਹੈ, ਉਹਦੇ ਵਿੱਚ ਤੁਸੀਂ ਇਹ ਹਰ ਇੱਕ ਦਾ ਵੇਰਵਾ ਦਿੱਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਅਹਿਲਕਾਰ ਸੀ, ਜਿਹੜੇ ਆਫੀਸਰ ਸੀ, ਕਿਹੜੇ ਦੇਸ਼ ਤੋਂ ਆ ਕੇ ਇੱਥੇ ਮਤਲਬ ਕੰਮ ਕਰਦੇ ਸੀ। ਤੁਸੀਂ ਹੈਰਾਨ ਹੋਵੋਗੇ ਕਿ ਸਾਰੀ ਦੁਨੀਆ ਤੋਂ ਉਸ ਵੇਲੇ ਜਿਹੜੀ ਪ੍ਰਵਾਸ, ਜਿਹੜਾ ਮਾਈਗ੍ਰੇਸ਼ਨ ਹੋ ਰਹੀ ਸੀ, ਉਹ ਪੰਜਾਬ ਵੱਲ ਹੋ ਰਹੀ ਸੀ। ਔਰ ਉਹ ਬੰਦੇ ਕਿਹੜੇ ਆ ਰਹੇ ਸੀਗੇ, ਯੂਰਪ ਦੇ ਹਰ ਦੇਸ਼ ਤੋਂ, ਅਮਰੀਕਾ ਤੋਂ, ਉਹ ਸਾਰਿਆਂ ਦਾ ਨਾਮ ਤੁਸੀਂ ਜਾ ਕੇ ਅੱਜ ਦੇਖ ਲੈਣਾ ਜਾ ਕੇ ਮਹਾਨ ਕੋਸ਼ 'ਚ। ਤਾਂ ਉਹ ਲੋਕ ਇਹ ਨਹੀਂ ਸੀਗਾ ਕਿ ਸਧਾਰਨ ਉੱਥੋਂ ਦੇ ਲੋਕ ਸੀ, ਜਿਨ੍ਹਾਂ ਨੂੰ ਆਪਾਂ ਅੰਗਰੇਜ਼ੀ 'ਚ ਕਿ ਹਾਈਲੀ ਅਕੰਪਲਿਸ਼, ਜਿਨ੍ਹਾਂ ਦੀਆਂ ਬਹੁਤ ਵੱਡੀਆਂ ਆਪਣੇ ਸਮਾਜਾਂ 'ਚ ਪ੍ਰਾਪਤੀਆਂ ਸੀ, ਉਹ ਛੱਡ ਕੇ ਇੱਥੇ ਪੰਜਾਬ 'ਚ ਆ ਰਹੇ ਸੀ। ਕਿ ਪੰਜਾਬ ਦੇ ਵਿੱਚ ਜਿਹੜਾ ਉਹ ਜਿਹੜੀ ਕੁਆਲਿਟੀ ਆਫ ਲਾਈਫ ਉਹਨਾਂ ਨੂੰ ਮਿਲਦੀ ਸੀ, ਉਹ ਉੱਥੇ ਅਵੇਲੇਬਲ ਨਹੀਂ ਸੀ, ਉੱਥੇ ਉਹਨਾਂ ਨੂੰ ਨਹੀਂ ਮਿਲ ਰਹੀ ਸੀ। ਤਾਂ ਇਹ ਜਿਹੜਾ ਪ੍ਰਵਾਸ ਜਿਹੜਾ ਸਾਡਾ ਸ਼ੁਰੂ ਹੋਇਆ, ਇਹ ਗੁਲਾਮੀ 'ਚੋਂ ਸ਼ੁਰੂ ਹੋਇਆ। 1849 ਤੋਂ ਬਾਅਦ ਜਦੋਂ ਪੰਜਾਬ ਗੁਲਾਮ ਹੋ ਗਿਆ, ਤਾਂ ਨਹੀਂ ਤਾਂ ਉਸ ਤੋਂ ਪਹਿਲਾਂ ਆਵਾਸ ਹੋ ਰਿਹਾ ਸੀ, ਲੋਕ ਇੱਥੇ ਆ ਰਹੇ ਸੀ ਉਹਨਾਂ ਦੇਸ਼ਾਂ 'ਚੋਂ, ਹੁਣ ਅਸੀਂ ਉੱਥੇ ਜਾ ਰਹੇ ਹਾਂ। ਤਾਂ ਕਹਿਣ ਦਾ ਮਤਲਬ ਹੈ ਕਿ ਜਦੋਂ ਸਾਡਾ ਮਾਡਲ ਸੀਗਾ, ਜਦੋਂ ਸਾਡਾ ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਮਾਡਲ ਸੀਗਾ ਜਿਹੜਾ, ਤਾਂ ਅਸੀਂ ਇੰਨੀ ਤਰੱਕੀ ਕੀਤੀ ਕਿ ਅਸੀਂ ਦੁਨੀਆ ਦੀ ਸਾਰਿਆਂ ਤੋਂ ਖੁਸ਼ਹਾਲ ਖਿੱਤਾ ਸੀਗੇ। ਤੇ ਹੁਣ ਜਦੋਂ ਅਸੀਂ ਕੈਪੀਟਲਿਸਟ ਮਾਡਲ ਅਪਣਾ ਲਿਆ, ਤੇ ਹੁਣ ਅਸੀਂ ਜਿਹੜਾ ਦੇਖ ਲਓ ਤੁਹਾਡੇ ਸਾਹਮਣੇ ਜੋ ਸਾਡੀ। ਤਾਂ ਇਸ ਕਰਕੇ ਸਾਨੂੰ ਕੌਨਫੀਡੈਂਸ, ਉਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਨਾ ਸਿਰਫ ਸਾਨੂੰ ਇੱਕ ਬਹੁਤ ਵਧੀਆ ਮਨੁੱਖੀ ਕਦਰਾਂ ਕੀਮਤਾਂ ਦਿੱਤੀਆਂ, ਬਲਕਿ ਸਾਨੂੰ ਇੱਕ ਪੂਰਾ ਮਾਡਲ ਆਫ ਡਿਵੈਲਪਮੈਂਟ ਦਿੱਤਾ। ਜਿਹੜੀ ਗੁਰਬਾਣੀ ਜਿਹੜੀ ਹੈ, ਉਹ ਨਾ ਸਿਰਫ ਮੁਕੰਮਲ ਜੀਵਨ ਜਾਚ ਹੈ ਇੱਕ ਮਤਲਬ ਮਨੁੱਖ ਲਈ, ਬਲਕਿ ਸਮਾਜ ਲਈ ਪੂਰਾ ਇੱਕ ਢਾਂਚਾ ਹੈਗਾ ਜਿਹੜਾ ਉਹਦਾ ਨਾ ਮਤਲਬ ਜਿਹੜਾ ਸਾਰਾ ਮਾਡਲ ਆਫ ਡਿਵੈਲਪਮੈਂਟ ਹੈ ਗੁਰਬਾਣੀ ਦੇ ਵਿੱਚ, ਜਿਹੜਾ ਬਦਲਵਾਂ ਜਿਹੜਾ ਮਾਡਲ ਹੈ। ਔਰ ਇਹ ਜਿਹੜਾ ਮਤਲਬ ਜਿਹੜਾ ਸਰਮਾਏਦਾਰੀ ਜਾਂ ਕੈਪੀਟਲਿਸਟ ਮਾਡਲ ਆਫ ਡਿਵੈਲਪਮੈਂਟ ਹੈ, ਇਹ ਬੁਨਿਆਦੀ ਤੌਰ 'ਤੇ ਗਲਤ ਹੈ ਕਿ ਇਹ ਨੇਚਰ ਦੇ ਅਗੇਂਸਟ ਹੈ, ਇਹ ਕੁਦਰਤ ਵਿਰੋਧੀ ਹੈ। ਤੇ ਜਿਹੜੀ ਚੀਜ਼ ਕੁਦਰਤ ਵਿਰੋਧੀ ਹੋਏਗੀ, ਉਹ ਲੋਕਾਂ ਦੇ ਵਿਰੋਧੀ ਹੋਏਗੀ। ਕੁਦਰਤ ਤੇ ਲੋਕਾਂ ਦੇ ਜਿਹੜੇ ਹਿੱਤ ਨੇ, ਉਹ ਇਕੱਠੇ ਹੁੰਦੇ ਨੇ। ਤਾਂ ਸਾਡੀ ਜਿਹੜੀ ਗੁਰਬਾਣੀ ਦਾ ਜਿਹੜਾ ਮਾਡਲ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਾਡਲ ਹੈ, ਉਹ ਕੁਦਰਤ ਪੱਖੀ ਹੈ ਤੇ ਲੋਕ ਪੱਖੀ ਹੈ। ਹਾਂਜੀ, ਤਾਂ ਇਸ ਕਰਕੇ ਸਾਡਾ ਮਾਡਲ ਬਹੁਤ ਸੁਪੀਰੀਅਰ ਹੈ। ਤਾਂ ਪੰਜਾਬ ਦਾ ਜਿਹੜਾ ਸਮੱਸਿਆਵਾਂ ਦਾ ਹੱਲ ਹੈ, ਉਹ ਸਾਨੂੰ ਆਪਣੀਆਂ ਜੜ੍ਹਾਂ ਵੱਲ ਜਿਹੜਾ, ਆਪਣੀਆਂ ਸੱਭਿਆਚਾਰਕ ਔਰ ਆਪਣੀ ਵਿਰਾਸਤ ਵੱਲ ਮੁੜ ਕੇ ਉਹ ਸਾਨੂੰ ਹੱਲ ਲੱਭਣਾ ਹੈਗਾ। ਤਾਂ ਉਹ ਜਿਹੜਾ ਦੂਸਰਾ, ਇਹ ਜਿਹੜਾ ਦੂਜਾ ਪਾਥਵੇ ਹੈਗਾ, ਤਾਂ ਜਿਹੜਾ ਬੁੱਧ ਨੇ ਕਿਹਾ ਨਾ ਕਿ ਜਿਹੜਾ ਦੁੱਖਾਂ ਦਾ ਕਾਰਨ, ਉਹਨੇ ਕੀ ਕਿਹਾ ਬੁੱਧ 2500 ਸਾਲ ਪਹਿਲਾਂ, ਕਿ ਡਿਜ਼ਾਇਰਸ, ਖਾਸ਼ਾਂ ਜਿਹੜੀਆਂ ਨੇ, ਉਹੀ ਬੰਦੇ ਨੂੰ ਮਤਲਬ ਦੁੱਖਾਂ ਵੱਲ ਧੱਕਦੀਆਂ। ਅਤੇ ਹੁਣ ਜਿਹੜਾ ਇਹ ਮਾਡਲ ਹੈ, ਜਿਹੜਾ ਹੈ ਹੀ ਖਾਸ਼ਾਂ 'ਤੇ ਮਤਲਬ ਆਧਾਰਿਤ, ਜਿਹੜਾ, ਤਾਂ ਇਸ ਕਰਕੇ ਤੁਸੀਂ ਕਹੋਗੇ ਨਾ ਜਿੰਨੇ ਲੋਕ, ਉਹਨਾਂ ਨੂੰ ਚੰਗਾ ਵੀ ਲੱਗਦਾ ਸਿਸਟਮ, ਲੇਕਿਨ ਇੱਕ ਚੀਜ਼ ਹੁੰਦੀ ਹੈ ਖਾਸ਼ ਜਿਹੜੀ ਹੈ,
ਜੋ ਬੁੱਧ ਨੇ 2500 ਸਾਲ ਪਹਿਲਾਂ ਦੱਸਤਾ ਕਿ ਖਾਸ਼ਾਂ ਦੇ ਵਿੱਚੋਂ ਹਮੇਸ਼ਾ ਨਿਰਾਸ਼ਾ ਨਿਕਲਦੀ ਹੈ ਕਿ ਜਿੰਨੀਆਂ ਤੁਹਾਡੀਆਂ ਖਾਸ਼ਾਂ ਤੁਸੀਂ ਕਹੋ ਮੇਰੀਆਂ ਖਾਸ਼ਾਂ ਪੂਰੀਆਂ ਹੋ ਜਾਣਗੀਆਂ ਉੱਥੇ ਮੈਨੂੰ ਆਹ ਮਿਲ ਇੱਥੇ ਨਹੀਂ ਮਿਲੇ ਉੱਥੇ ਉਹ ਜਿੰਨੀਆਂ ਖਾਸ਼ਾਂ ਮਿਲਣਗੀਆਂ ਉਹਦੇ ਉਨੀਆਂ ਵੱਡੀਆਂ ਹੋਰ ਖਾਸ਼ਾਂ ਹੋ ਜਾਣਗੀਆਂ ਤਾਂ ਖਾਸ਼ਾਂ ਨਾਲ ਹਮੇਸ਼ਾ ਬੰਦੇ ਦਾ ਐਂਡ ਰਿਜ਼ਲਟ ਨਿਰਾਸ਼ਾ ਨਿਕਲਣਾ ਹੈ। तो कैपिटलिज्म में बंदे ने निराश ही होना है, हर एक बंदे ने निराश होना है, किसी ने पहला हो जाना है, किसी ने बाद च होना है, ਇਹਦਾ एंड रिजल्ट निराशा है। लेकिन दूसरे पासे ਜਿਹੜਾ ਗੁਰਬਾਣੀ ਦਾ ਜਿਹੜਾ ਮਾਡਲ ਹੈ ਉਹ ਕਹਿੰਦਾ ਕਿ ਨਹੀਂ ਮਨੁੱਖ ਦਾ ਜਿਹੜਾ ਹੈ ਆਪਣੀਆਂ ਲੋੜਾਂ ਨਿਰਧਾਰਿਤ ਕਰੇ ਕਿ ਲੋੜਾਂ ਜਿਹੜੀਆਂ ਨੇ ਡਿਫਾਈਨ ਕਰੇ ਕਿ ਮੇਰੀਆਂ ਕੀ ਲੋੜਾਂ ਨੇ ਤੇ ਲੋੜਾਂ ਜਿਹੜੀਆਂ ਨੇ ਉਹ ਪਰਿਭਾਸ਼ਿਤ ਵੀ ਕੀਤੀਆਂ ਖਾਸ਼ਾ ਪਰਿਭਾਸ਼ਿਤ ਹੀ ਨਹੀਂ ਕੀਤੀਆਂ ਜਾ ਸਕਦੀਆਂ ਖਾਸ਼ਾਂ ਦੀ ਕੋਈ ਸੀਮਾ ਹੀ ਨਹੀਂ ਲੋੜਾਂ ਦੀ ਸੀਮਾ ਹੈਗੀ ਉਹ ਜਿਹੜੀ ਅਸੀਂ ਨਿਰਧਾਰਿਤ ਕਰ ਸਕਦੇ ਹਾਂ ਜਿਹੜੀ ਚੀਜ਼ ਦੀ ਸੀਮਾ ਹੈਗੀ ਹੈ ਉਹ ਪੂਰੀ ਹੋ ਸਕਦੀ ਹੈ ਤੇ ਜਿਹੜਾ ਬੰਦਾ ਉਸ ਪਾਥਵੇ ਤੇ ਤੁਲ ਪਿਆ ਜਿਹੜਾ ਮਤਲਬ ਇਸ ਰਸਤੇ ਤੁਰਿਆ ਲੋੜਾਂ ਵਾਲੇ ਤੇ ਗੁਰਬਾਣੀ ਵਾਲੇ ਤੇ ਉਹਦਾ ਐਂਡ ਰਿਜ਼ਲਟ ਅੱਛਾ ਹੋਣਾ ਕਿ ਉਹਨੇ ਕਹਿਣਾ ਮੈਂ ਉਹਦੇ ਵਿੱਚੋਂ ਸੰਤੁਸ਼ਟਤਾ ਨਿਕਲੀ ਉਹਨੇ ਕਿਹਾ ਮੇਰੀਆਂ ਲੋੜਾਂ ਪੂਰੀਆਂ ਹੋ ਰਹੀਆਂ ਮੇਰੀਆਂ ਇੰਨੀਆਂ ਲੋੜਾਂ ਸੀ ਪੂਰੀਆਂ ਹੋ ਗਈਆਂ तो ये जिहड़ी चीज़ है जिहड़ा दूजा पाथवे है जिहड़ा दूजा रस्ता खाशां दा उहदे विचों निराशा निकलनी है इहदे विचों संतुष्टता निकलनी है जे कोई बंदा जिंदगी का जिहड़ा आनंद है जिहड़ा असली खुशी जिहड़ी है अखीर दे विच जिहड़ी है इस चीज़ ते निर्भर करती है कि तुसीं निराश हो कि तुसीं संतुष्ट हो जे तुसीं कंटेंटेड हो जो तुहाडे कोल है तो ये नहीं है कि तुहाडे कोल किन्ना है ये है कि जिन्ना है उहदे नाल तुसीं सैटिस्फाइड हो और सैटिस्फाइड कदों होवोगे जदों तुसीं कोई मैनूं इन्ना लोड़दा जिहड़ा बंदा जे बजुर्ग जदों ये सोचण भी सानूं आ साडीआं लोड़ां ने ते जे वो लोड़ां उन्हां ਦੀਆਂ पूरीਆਂ हो ਜਾਂਦੀਆਂ ਨੇ भी ठीक है ते लोड़ां पूरीਆਂ हो ਸਕਦੀਆਂ ਨੇ ਅਸੀਂ ਜਿਹੜੀਆਂ ਜਿਵੇਂ ਤੁਸੀਂ ਕਹੇ ਉਹਨਾਂ ਦੀਆਂ ਆਰਥਿਕ ਲੋੜਾਂ ਨੇ ਸਮਾਜਿਕ ਲੋੜਾਂ ਨੇ ਬੰਦੇ ਦੀਆਂ ਕੁਝ ਬੇਸਿਕ ਜਿੱਦਾਂ ਰੋਟੀ ਕੱਪੜਾ ਮਕਾਨ ਪਰ ਉਹਦੇ ਨਾਲ ਜਿਹੜੀਆਂ ਬੰਦੇ ਦੀਆਂ ਸਮਾਜਿਕ ਔਰ ਸੱਭਿਆਚਾਰਕ ਵੀ ਲੋੜਾਂ ਨੇ ਜਿਹੜੀਆਂ ਕਿ ਉਹ ਸਮਾਜ 'ਚ ਕਦੀ ਪੂਰੀਆਂ ਹੋਣੀਆਂ ਨਹੀਂ ਹੈ ਤਾਂ ਇੱਥੇ ਹੋ ਸਕਦਾ ਜੇ ਅਸੀਂ आर्थिक जिद्दां मैं कहा भी ढांचा बनाइए कि असी मतलब जिहड़ा भी इन्नियां कि जिहड़े भी रहन सहन के बजुर्गों वास्ते इन्ने क असी करिए एक समुचे तौर जिहड़ा समाज अपनी जिम्मेवारी ले कि असी इन्हां लोग ये नहीं है कि इन्हां दे बच्चों की जिम्मेवारी नहीं कलैक्टिव तौर पर सोसाइटी की जिहड़ी हैगी है रिस्पोंसिबिलिटी है भी अपने बजुर्गों का ख्याल रखे कि उन्हां लई कोई जिहड़ी कोई रहन की जगह भी होवे उन्हां दी खाण पीण का भी जिहड़ा जिन्नियां उहदे लोड़ां ने वो पूरीआं होण लेकिन उहदे नाल उन्हां दी जिहड़ियां समाजिक ने और सभ्याचारक लोड़ां ने वो भी पूरी करना समाज का फर्ज है कि उन्हां नूं कल्ले ना इन्हां महसूस भी तुहाडा तां उत्थे है नहीं चलो बजुर्गां नूं लुट्टे लाओ कि इन्हां नूं इन्हां दे पैसे खोलो नहीं उन्हां नूं असीं प्रोटैक्ट भी करना उन्हां नूं ये महसूस भी नहीं होण देना भी तुसीं कल्ले हो नहीं तुहाडे बच्चे उत्थे आ ते फिर की होया तुहाडे आवे तुहाडे इन्ने बच्चे भी तुहाडे है ये तुहाडे नाल खड़े आ जदों बजुर्गां 'च ये ਅਸੀਂ ਅਹਿਸਾਸ ਦਵਾਵਾਂਗੇ ਤੇ ਉਹਨਾਂ ਨੂੰ ਮਤਲਬ ਜਿਹੜਾ ਉਹ ਫਿਰ ਉਹ ਨਹੀਂ ਫੀਲ ਹੋਏਗਾ ਵੀ ਸਾਡੇ ਤਾਂ ਅਸੀਂ ਇਕੱਲੇ ਰਹਿ ਗਏ ਜੀ ਸਾਡੇ ਤਾਂ ਬੱਚੇ ਉੱਤੇ ਨਹੀਂ ਕਰਨੇ ਭਾਈ ਉਹ ਬੈਠੇ ਨੇ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਬੱਚੇ ਹਾਂ ਸਾਰੇ ਔਰ ਬਜ਼ੁਰਗ ਵੀ ਇਹ ਕਹਿਣ ਹਾਂ ਤੂੰ ਉਹ ਵੀ ਸਾਡੇ ਬੱਚੇ ਤੁਸੀਂ ਵੀ ਸਾਡੇ ਬੱਚੇ ਮੈਂ ਜਦੋਂ ਗਿਆ ਸੀ ਤੇ ਮੈਨੂੰ ਮਤਲਬ ਜਿਹੜੀਆਂ ਮੇਰੀਆਂ ਵੀ ਖਾਸ਼ਾਂ ਸੀਗੀਆਂ ਔਰ ਮੇਰੀ ਇੱਕ ਬਹੁਤ ਵੱਡੀ ਖਾਸ਼ ਸੀ ਕਿ ਮੈਂ ਦੁਨੀਆ ਦੇਖਣੀ ਹੈ ਤੁਸੀਂ ਕਦੋਂ ਤੋਂ ਕਦੋਂ ਤੱਕ ਰਹੇ ਉੱਥੇ ਮੈਂ 1971 ਦੇ ਵਿੱਚ ਗਿਆ ਜੀ ਅੱਛਾ ਤੇ 2011 ਦੇ ਵਿੱਚ ਰਿਟਾਇਰ ਹੋ ਕੇ ਆ ਗਿਆ ਅੱਛਾ ਹੁਣ ਮੈਨੂੰ ਮਤਲਬ ਬਹੁਤ ਸੀ ਚਾਅ ਸੀ ਦੁਨੀਆ ਦੇਖਣ ਦਾ ਜਿਵੇਂ ਮੈਨੂੰ ਘੁੰਮਣ ਦਾ ਹੁੰਦਾ ਕੋਈ ਸਾਡੇ ਮਤਲਬ ਡਾਕਟਰ ਸੀ ਇੱਥੇ ਜੋ ਮਾਂ-ਬਾਪ ਵੀ ਪੜ੍ਹੇ ਲਿਖੇ ਸੀ ਸਾਨੂੰ ਮਤਲਬ ਕੋਈ ਸਾਨੂੰ ਇਕਨੋਮਿਕ ਕਦੇ ਹਾਰਡਸ਼ਿਪ ਕਦੇ ਜਾਂ ਨਹੀਂ ਮਹਿਸੂਸ ਹੋਈ ਵੀ ਇੰਨਾ ਸੀਗਾ ਸਾਡੇ ਕੋਲ ਵੀ ਜਿੰਨਾ ਵੀ ਲੋੜਾਂ ਸਾਡੀਆਂ ਪੂਰੀਆਂ ਹੋ ਰਹੀਆਂ ਸੀ ਤਾਂ ਮੈਨੂੰ ਤਾਂ ਸਿਰਫ ਇਹ ਸੀਗਾ ਵੀ ਮੈਂ ਦੁਨੀਆ ਘੁੰਮ ਫਿਰ ਕੇ ਦੇਖਣੀ ਹੈ ਜੀ ਤਾਂ ਉਹ ਮੈਂ ਕੀਤਾ ਖੂਬ ਉੱਥੇ ਘੁੰਮਿਆ ਫਿਰਿਆ ਲੇਕਿਨ ਬਾਅਦ 'ਚ ਜਦੋਂ ਘੁੰਮ ਫਿਰ ਲਿਆ ਜਦੋਂ ਉਹ ਜਿੱਦਾਂ ਹੋਏ ਨੇ ਉਹ तो फिर मैनू मतलब एक महसूस होने लगा भी जो कैपिटलिस्ट हूँ अमेरिका के सारियां तो डिवेलप तो फिर मैनू पता लग्या भी ये जिहड़ी चीज़ ये तो मैं ठीक है घूम फिर तो लिया इत्थे लेकिन बड़ा मतलब फर्क पिया हैगा कि ये जिहड़ा समाज है ये तो ये तुहानूं कदी फीलिंग आनी ही नहीं मैं हुण उत्थे देखो मैं मतलब हार्ट सर्जन बनया मैं मतलब असी मतलब जिहड़े टॉप मोस्ट इनकम होंदी है जे उहदे च आ जांदे 1% दे विच हां नाले तुहानूं मतलब एक प्रोफैशनली तुहानूं इन्नी स्टेटस है तुहाडे कोल कि तुहाडे रिस्पैक्टेबल हुण ते इस करां जे तूं कहो तो असीं प्रोफैशनली बड़े कामयाब एक स्टेटस ते पहुंचे पर उत्थे जाके भी तुहानूं ये महसूस हुंदा है कि जो रिस्पैक्ट तुहाडे अपने समाज सी वो इत्थे कदे मिल ही नहीं सकदी क्योंकि मैं तुहानूं मतलब वापरिया साडे नाल भी आम बंदा जिहड़ा उत्थे असीं उत्थे मतलब चलो सिटीजनशिप भी लै ली अखीर दे विच लेकिन उत्थे दा जिहड़ा सधारण गोरा बंदा वो भी कहंदा वो जदा तुहाडे नाल किसी गल ते गुस्सा हो जाए कहंदा
ਗੋ ਬੈਕ ਟੂ ਯੋਰ ਕੰਟਰੀ। ਉਹ ਮੈਂ ਕਿਹਾ ਹੱਦ ਹੋ ਗਈ ਯਾਰ, ਅਸੀਂ ਇਹ ਹੁਣ ਸਾਡਾ ਕੰਟਰੀ ਨਹੀਂ ਹੈਗਾ, ਅਸੀਂ ਸਾਰੀ ਉਮਰ ਇੱਥੇ ਰਹਿ ਲਈ, ਬੱਚੇ ਸਾਡੇ ਇੱਥੇ ਜੰਮੇ, ਸਾਰਾ ਵੀ ਫਿਰ ਅਸੀਂ ਉਹਨਾਂ ਨਾਲੋਂ ਕਿਤੇ ਉੱਪਰ ਇਨਕਮ ਦੇ ਹਿਸਾਬ ਨਾਲ, ਮਤਲਬ ਸਟੇਟਸ ਦੇ ਹਿਸਾਬ ਨਾਲ, ਉਹ ਵੀ ਬੰਦਾ ਤੁਹਾਨੂੰ ਜੇ ਉਹ ਗੁੱਸੇ ਹੋ ਜਾਏ ਤੁਹਾਡੇ ਨਾਲ ਤੇ ਫੱਟ ਕਹੇਗਾ। ਤੇ ਮਤਲਬ ਕਹਿਣ ਦਾ ਕਿ ਉਹ ਸਮਾਜ ਤੁਹਾਨੂੰ ਪੂਰੀ ਤਰ੍ਹਾਂ ਕਦੀ ਇਹ ਭਾਵਨਾ ਆਉਣ ਹੀ ਨਹੀਂ ਦੇਗਾ ਕਿ ਤੁਸੀਂ ਵੀ ਜਿਹੜਾ ਹੈਗਾ ਇੱਥੋਂ ਦੇ ਬਰਾਬਰ ਦੇ ਹੱਕਦਾਰ ਹੋ। ਹੁਣ ਅਸੀਂ ਪੰਜਾਬ ਚਾਹੇ ਗਰੀਬ ਆ ਚਾਹੇ ਅਮੀਰ ਆ, ਤੇ ਲੇਕਿਨ ਇਹ ਤਾਂ ਸਾਨੂੰ ਇਹ ਫੀਲਿੰਗ ਹਾਲੇ ਹੈਗੀ ਵੀ ਇਹ ਸਾਡਾ ਆਪਣਾ ਜਾਂ ਅਸੀਂ ਇੱਥੋਂ ਦੇ ਆ। ਹੁਣ ਕੱਲ ਨੂੰ ਹੋ ਸਕਦਾ ਜਿਵੇਂ ਆ ਪ੍ਰਵਾਸ ਨਾ ਹੋ ਰਿਹਾ ਕਿ ਅਸੀਂ ਇੱਥੇ ਵੀ ਪੰਜਾਬ ਕਿਸੇ ਹੋਰ ਦਾ ਹੋ ਜਾਏ, ਮਤਲਬ ਗੈਰ ਪੰਜਾਬੀ ਵਸੋਂ ਜੋ ਵੱਧ ਜਾਏ, ਫਿਰ ਸਾਨੂੰ ਇੱਥੇ ਉਹ ਫੀਲਿੰਗ ਆ ਜਾਏਗੀ ਕਿ ਇਹ ਵੀ ਨਹੀਂ ਸਾਡਾ ਰਿਹਾ। ਲੇਕਿਨ ਇਸ ਵੇਲੇ ਘੱਟੋ ਘੱਟ ਸਾਨੂੰ ਜਿਹੜੀ ਹੈਗੀ ਮਤਲਬ ਇਹ ਭਾਵਨਾ ਜ਼ਰੂਰ ਹੈ ਕਿ ਚਲੋ ਚਾਹੇ ਉਨੀ ਚੀਜ਼ਾਂ ਨਹੀਂ ਹੈਗੀਆਂ, ਉਨੀ ਇਨਕਮ ਨਹੀਂ ਹੈਗੀ ਉਹਨਾਂ ਨੇ, ਲੇਕਿਨ ਕੋਈ ਇਹ ਨਹੀਂ ਕਹਿ ਸਕਦਾ ਵੀ ਇਹ ਮੇਰਾ ਉਨਾ ਹੀ ਪੰਜਾਬ ਹੈ ਜਿੰਨਾ ਕਿਸੇ ਹੋਰ ਪੰਜਾਬੀ ਦਾ। ਲੇਕਿਨ ਕਦੇ ਵੀ ਮੇਰਾ ਲੰਬੇ ਸਮੇਂ ਦਾ ਤਜਰਬਾ, ਜੋ ਮਰਜ਼ੀ ਲੋਕ ਕਹਿੰਦੇ ਜੀ ਇੱਥੇ ਕਾਨੂੰਨ ਤਾਂ ਕਹਿ ਦਿੰਦੇ ਨੇ, ਕਾਨੂੰਨ ਜਿਹੜੇ ਨੇ ਉਹਦੇ ਤਾਂ ਹਾਂ ਵੀ ਸਾਰਿਆਂ ਨੂੰ ਤੁਹਾਨੂੰ ਪਤਾ ਹੈ, ਕਾਨੂੰਨ ਦੇ ਵੀ ਤਾਂ ਔਰਤਾਂ ਨੂੰ ਵੀ ਆਦਮੀਆਂ ਦੇ ਬਰਾਬਰਤਾ ਹੈ, ਮਤਲਬ ਹਰ ਇੱਕ ਤਰ੍ਹਾਂ ਕੋਈ ਜਾਤ ਵਿਤਕਰਾ ਨਹੀਂ ਕਰ ਸਕਦਾ, ਇਹ ਸਾਰਾ ਕੁਝ ਕਾਨੂੰਨਾਂ 'ਤੇ ਲਿਖਿਆ ਹੈ। ਪਰ ਕਾਨੂੰਨ ਕੀ ਹੁੰਦੇ ਨੇ ਤੇ ਸਮਾਜਿਕ ਸੱਚਾਈ ਕੀ ਹੁੰਦੀ ਹੈ ਉਹ ਤੁਹਾਡੇ ਤੋਂ ਛੁਪੇ ਨਹੀਂ ਹੈ। ਤਾਂ ਇਹੀ ਉੱਥੇ ਹੈ, ਉੱਥੇ ਉਹ ਮਤਲਬ ਤੁਹਾਨੂੰ ਉਹਨਾਂ ਦੇ ਬਣੇ ਵੀ ਹੋਏ ਨੇ ਕਿ ਮੈਂ ਹੁਣ ਦੇਖੋ ਇੰਨੀ ਮਤਲਬ ਕੀਤੀ ਤਰੱਕੀ ਲੇਕਿਨ ਇੱਕ ਜਿਹੜਾ ਮੈਂ ਮਤਲਬ ਜਿਹੜਾ ਹੰਡਾਇਆ ਹੈ ਕਿ ਜਿਹੜਾ ਨੌਨ ਵਾਈਟ ਬੰਦਾ, ਜਿਹੜਾ ਗੈਰ ਗੋਰਾ ਬੰਦਾ ਹੈ, ਉਹਨੂੰ ਕਦੇ ਵੀ ਉਹ ਸਮਾਜ ਜਿਹੜਾ ਬਰਾਬਰ 'ਤੇ ਨਹੀਂ ਟਰੀਟ ਕਰੇਗਾ। ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਹੈ ਵਿਤਕਰੇ ਦਾ ਸਾਹਮਣਾ ਕਰਨਾ ਪਏਗਾ। ਔਰ ਉਹ ਬੰਦੇ ਨੂੰ ਜਦੋਂ ਮੈਂ ਨਵਾਂ ਗਿਆ ਸੀ ਨਾ ਜੀ, ਮੈਂ ਆਪਣੇ ਉਦੋਂ ਮਤਲਬ ਇੰਨਾ ਟੈਲੀਫੋਨਾਂ 'ਤੇ ਜਾਂ ਇੰਨੀ ਟੈਕਨੋਲੋਜੀ ਨਹੀਂ ਸੀ, ਚਿੱਠੀਆਂ ਲਿਖਦਾ, ਤਾਂ ਮੇਰੀਆਂ ਚਿੱਠੀਆਂ 'ਚ ਮੈਨੂੰ ਅਮਰੀਕਾ ਇੰਨਾ ਅੱਛਾ ਲੱਗਦਾ ਸੀਗਾ, ਮੈਂ ਤਾਰੀਫਾਂ ਇੰਨੀਆਂ ਕੀਤੀਆਂ। ਲੇਕਿਨ ਹੁਣ ਇਹੀ ਮੈਂ ਦੱਸਦਾ ਜਿਉਂ ਰਹੇ ਤਾਂ ਫਿਰ ਤੁਹਾਨੂੰ ਫਿਰ ਦੁੱਖ ਹੋਇਆ ਜਦੋਂ ਦੇਖਿਆ ਵੀ ਯਾਰ ਸਾਰੀ ਇੱਥੇ ਜ਼ਿੰਦਗੀ ਲਾਤੀ, ਇੰਨਾ ਸਟੇਟਸ ਲਿਆ, ਹਾਈਐਸਟ ਐਜੂਕੇਸ਼ਨ ਲਈ, ਹਾਈਐਸਟ ਇਨਕਮ 'ਚ ਪਹੁੰਚੇ, ਔਰ ਇੰਨਾ ਵਿਤਕਰਾ ਤੁਸੀਂ ਹੈਰਾਨ ਹੋ ਜਾਓਗੇ। ਜਿਹੜਾ ਜਿੰਨੇ ਵੱਡੇ ਲੈਵਲ 'ਤੇ ਜਾਓ ਉਨਾ ਵਿਤਕਰਾ ਜ਼ਿਆਦਾ ਹੈ। ਜਿਹੜੇ ਤੁਹਾਡੇ ਦੂਜੇ ਡਾਕਟਰ ਨੇ, ਜਦੋਂ ਹੁਣ ਮੇਰੇ ਨਾਲ ਇਹ ਹੋਇਆ, ਮੈਨੂੰ ਮਤਲਬ ਜਿਹੜੇ ਕਿਉਂਕਿ ਅਸੀਂ ਇੰਨੇ ਜ਼ਿਆਦਾ ਕਾਮਯਾਬ ਸੀਗੇ, ਉਹ ਦੂਜੇ ਤੁਹਾਡੇ ਨਾਲ ਫਿਰ ਜਿਹੜੇ ਗੋਰੇ ਡਾਕਟਰ, ਅਸੀਂ ਮਤਲਬ ਇਹੋ ਜਿਹੇ ਇਲਾਕੇ ਸੀ ਜਿੱਥੇ ਮਤਲਬ ਜਿਹੜੇ ਵਾਈਟ, ਮੈਂ ਇਕੱਲਾ ਸੀ ਪਹਿਲਾ ਬੰਦਾ ਜਿਹੜਾ ਨੌਨ ਵਾਈਟ ਉਸ ਏਰੀਆ 'ਚ ਡਾਕਟਰ ਗਿਆ। ਲੇਕਿਨ ਮੈਂ ਮਤਲਬ ਉੱਥੇ ਜਾ ਕੇ ਉਹਨਾਂ ਦੇ ਮਤਲਬ ਡਾਕਟਰ ਐਸੋਸੀਏਸ਼ਨ ਦਾ ਵੀ ਪ੍ਰੈਜ਼ੀਡੈਂਟ, ਹਾਈਐਸਟ ਲੈਵਲ 'ਤੇ ਮੈਂ ਗਿਆ। ਸਿਰਫ ਇਹ ਨਹੀਂ ਕਿ ਮੈਂ ਮਤਲਬ ਆਪਣੀ ਵਧੀਆ ਪ੍ਰੈਕਟਿਸ ਸੀ, ਲੇਕਿਨ ਮੈਨੂੰ ਡਾਕਟਰੀ ਦੀਆਂ ਸੁਸਾਇਟੀਆਂ ਦਾ ਵੀ ਪ੍ਰੈਜ਼ੀਡੈਂਟ ਬਣਿਆ ਮੈਂ ਸਭ ਕੁਝ। ਉਸ ਦੇ ਬਾਵਜੂਦ ਮਤਲਬ ਜਿਹੜੇ ਸਾਨੂੰ ਵਿਤਕਰਾ ਦੇਖਣਾ ਪਿਆ, ਹਾਂਜੀ ਤੁਸੀਂ ਅੰਦਾਜ਼ਾ, ਉਹ ਫਿਰ ਇੰਨਾ ਦੁੱਖ ਹੁੰਦਾ ਨਾ, ਇੰਨਾ ਕੁਛ ਪੈਸਾ ਸੀ, ਇੰਨਾ ਕੁਛ ਸੀ, ਲੇਕਿਨ ਜਦੋਂ ਤੁਹਾਨੂੰ ਬਲੇਮ ਕੀਤਾ ਜਾਂਦਾ ਹੈ ਕਿ ਤੁਸੀਂ, ਜਦੋਂ ਤੁਹਾਨੂੰ ਪਤਾ ਹੈ ਵੀ ਗੋਰਿਆਂ ਲਈ ਹੋਰ ਮਾਪਦੰਡ ਹੈ, ਗੋਰੇ ਡਾਕਟਰਾਂ ਲਈ, ਤੁਹਾਡੇ ਲਈ ਹੋਰ ਦਾ, ਫਿਰ ਭਾਵੇਂ ਜਿੰਨੀ ਮਰਜ਼ੀ ਤੁਹਾਡੀ ਪ੍ਰਾਪਤੀ ਹੋਏ ਉਹ ਤੁਹਾਨੂੰ ਬੜਾ ਦੁੱਖ ਹੁੰਦਾ ਹੈ। ਮੈਂ ਸਫ਼ਰ ਕਰਕੇ ਦੇਖਿਆ, ਮੈਂ ਦੇਖਿਆ। ਔਰ ਜਦੋਂ ਤੁਸੀਂ ਮਤਲਬ ਮੈਂ ਇਤਾ ਸਫ਼ਰ ਨਹੀਂ ਕੀਤਾ, ਮੈਂ ਲੜਿਆ ਵੀ ਹਾਂ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ, ਲੇਕਿਨ ਅਖੀਰ ਦੇ ਵਿੱਚ ਬੰਦਾ ਫਿਰ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ, ਉਹ ਕਹਿੰਦਾ ਵੀ ਹੁਣ ਮੈਂ ਕੀ ਕਰਾਂ, ਤੋ ਤੁਹਾਡੇ 'ਤੇ ਉਹ ਝੂਠੇ ਇਲਜ਼ਾਮ ਲਾ ਦਿੰਦੇ ਆ। ਜਦੋਂ ਇੱਕ ਬੰਦੇ ਨੂੰ ਉਹਨਾਂ ਨੇ ਮਤਲਬ ਸਾਰੇ ਇੱਕ ਤੁਹਾਡੇ ਖਿਲਾਫ ਹੋ ਜਾਣ ਤੋਂ ਮਰੀਜ਼ਾਂ ਨੂੰ ਚੱਕ ਦਿੰਦੇ ਕਈ ਤਰ੍ਹਾਂ ਦੇ ਤੁਹਾਡੇ 'ਤੇ, ਹਾਲਾਂਕਿ ਬੇਬੁਨਿਆਦ ਉਹਨਾਂ 'ਚ ਮਤਲਬ ਫਿਰ ਉਹ ਇਲਜ਼ਾਮ ਅਲਟੀਮੇਟਲੀ ਇਲਜ਼ਾਮ ਹੀ ਹੁੰਦੇ ਨੇ, ਉਹਨਾਂ 'ਚ ਇੰਨੇ ਵੀ ਦਮ ਨਹੀਂ ਹੈ ਕਿ ਉਹ ਮਤਲਬ ਜਦੋਂ ਪਰਸੂ ਨਹੀਂ ਕਰ ਸਕਦੇ ਮਤਲਬ। ਲੇਕਿਨ ਇੱਕ ਵਾਰੀ ਤਾਂ ਤੁਹਾਨੂੰ ਦੁੱਖ ਤਾਂ ਹੋਇਆ ਨਾ, ਤੁਹਾਡੇ 'ਤੇ ਇਲਜ਼ਾਮ ਲੱਗ ਗਏ। ਤਾਂ ਇਸ ਕਰਕੇ ਜਿਹੜਾ ਨਾ ਮੈਂ ਇਹ ਨਿੱਜੀ ਹੰਡਾਇਆ ਸਾਰਾ ਕੁਛ। ਮੈਂ ਮਤਲਬ ਉਹ ਵੀ ਸਟੇਜ ਦੇਖੀ ਜਦੋਂ ਮੈਂ ਨੌਜਵਾਨ ਸੀ, ਔਰ ਬੜਾ ਮੈਂ ਕਹਿੰਦੇ ਬੜੇ ਸਵਰਗ 'ਚ ਆ ਗਏ, ਉਹ ਵੀ ਪੀਰੀਅਡ ਸੀਗਾ। ਉਹ ਮੇਰੇ ਜਿਹੜੇ ਪੁਰਾਣੇ ਖਾਸ ਸੀ, ਅਤੇ ਉਹ ਵੀ ਹੋਇਆ ਕਿ ਇਹ ਸਵਰਗ ਨਹੀਂ ਹੈਗਾ, ਇਹ ਤਾਂ ਸਵਰਗ ਬਾਹਰ ਹੀ ਹੈ। ਦਿਲ ਬੰਦਾ ਜਿਹੜਾ ਨਾ ਉਹ ਬਾਹਰ ਦਿਸੇ ਚਾਨਣਾ ਦਿਲ ਅੰਧਾਰੀ ਰਾਤ, ਵੀ ਜਦੋਂ ਦਿਲ ਦੀ ਡਾਰਕਨੈਸ ਹੈ, ਬਾਹਰ ਜਿੰਨੀਆਂ ਮਰਜ਼ੀ ਫਲੈਸ਼ਿੰਗ ਲਾਈਟਸ ਹੋਣ, ਅਤੇ ਜਦੋਂ ਬੰਦੇ ਨਾਲ ਵਿਤਕਰਾ ਹੁੰਦਾ ਨਾ, ਤਾਂ ਫਿਰ ਉਹਨੂੰ ਮਤਲਬ ਜਿੰਨਾ ਮਰਜ਼ੀ ਉਹਦੇ ਕੁਛ ਹੋਵੇ, ਤਾਂ ਉਹਨੂੰ ਮਤਲਬ ਜਿਹੜਾ ਦਿਲੋਂ ਜਿਹੜੀ ਹੈ ਨਾ ਉਹ ਦੁੱਖ ਜਿਹੜਾ ਹੁੰਦਾ, ਦਿਲ ਦੀ ਪੀੜ ਹੈ ਜਿਹੜੀ। ਤਾਂ ਇਹ ਮੇਰੇ ਇਕੱਲੇ ਦੀ ਪੀੜਾ ਨਹੀਂ ਹੈ, ਇਹ ਮੇਰਾ ਇਹ ਤਜਰਬਾ ਹੈਗਾ ਕਿ ਮਾਈਗ੍ਰੇਸ਼ਨ ਦਾ ਜਿਹੜਾ ਐਂਡ ਰਿਜ਼ਲਟ ਟ੍ਰੈਜਡੀ ਹੈ। ਜਿੱਦਾਂ ਨਾ ਵੀ ਗ੍ਰੀਕ ਟ੍ਰੈਜਡੀ ਹੁੰਦੀ ਹੈ, ਤੁਸੀਂ ਜਿਹੜੇ ਰੋਮਨ ਕੋਈ ਵੀ ਗ੍ਰੀਕ ਦੀ ਜਿਹੜੀ ਪੁਰਾਣੀ ਸਟੋਰੀ ਉਹਦਾ ਐਂਡ ਟ੍ਰੈਜਿਕ ਹੀ ਹੁੰਦਾ ਹੈ। ਤਾਂ ਇਹ ਜਿਹੜੀ ਮਾਈਗ੍ਰੇਸ਼ਨ ਹੈ, ਮੇਰਾ ਜਿਹੜਾ ਲੰਬੇ ਸਮੇਂ ਦਾ ਤਜਰਬਾ ਹੈ, ਇਹਦਾ ਐਂਡ ਰਿਜ਼ਲਟ ਟ੍ਰੈਜਡੀ ਹੈ, ਇਹ ਦੁਖਾਂਤ ਹੈ। ਆਪਾਂ ਮਤਲਬ ਕਿ ਠੀਕ ਹੈ ਸਟੇਜਸ ਆਉਂਦੀਆਂ ਨੇ, ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਕਿਸੇ ਵੇਲੇ ਬਹੁਤ ਖੁਸ਼ ਸੀ ਜਦੋਂ ਮੈਂ ਨੌਜਵਾਨ, ਜਦੋਂ ਪਹਿਲਾਂ ਗਿਆ ਕਿੰਨੇ ਸਾਲ
मैं बहुत ज़्यादा समझा भी मैं तो बहुत वधिया काम किया, मैं इन्ना खुश सीगा। लेकिन हौली 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 खुशी घटती गई, निराशा बढ़ती गई। और ये मेरे कल्ले की कहानी नहीं है, बहुत लोग जिहड़े है जिन्होंने मैं निजी तौर पर जानदा। और मैं ये नहीं है कि मेरी ये भावना हैगी, ये मतलब मैं मतलब इसकी पुष्टि की है कि जिहड़े साइकैट्रिस्ट ने जिहड़े मेरे बहुत दोस्त थे, हालांकि मैं तो हार्ट सर्जन से, लेकिन मेरे फ्रेंड से जिहड़े मेरे कुलीग जिहड़े साइकैट्री की प्रैक्टिस करते हैं, उन्होंने मैंने दस्सिया कि जिहड़े 50 साल तो बाद वो कहते भी इन्ने साडे जिहड़े कामयाब लोग ने जिहड़े जिहड़े आके इत्थे अमेरिका सैटल होए ने जिहड़े भारतीय लोग, लेकिन कहते 50 साल की जो उम्र होंदी, जो बच्चे जो टीनेजर बनते हैं तो बहुत जिहड़े लोग ने वो डिप्रैशन जाते हैं और साइकैट्रिस्ट नूं कंसल्ट करदे। ये मैनूं उत्थों दे टॉप जिहड़े लीडिंग साइकैट्रिस्ट ने दस्सिया भी साडे कोल तुहाडे जिहड़े ना सब तो जिहड़े कामयाब बंदे जिन्होंने तुसीं समझदे हो वो साडे कोल आंदे ने ते वो उन्हां नूं फिर अपनी लाइफ जिहड़ी है ना वो लगदा साडी तां क्यों ਉਹੀ ਗੱਲ ਉੱਥੇ ਆਪਾਂ आ गए ना कि एक्सपैक्टेशनस उम्मीदां ਜਿਹੜਾ ਚੀਜ਼ਾਂ ਉਹਨਾਂ ਨੂੰ ਕਿਹਾ ਸੀ ਵੀ ਜਿੱਦਾਂ ਉਹ ਬੱਚੇ ਸੀਗੇ ਜਾਂ ਉਹਨਾਂ ਨੇ ਮਾਂ-ਬਾਪ ਲਈ ਕੀਤਾ, ਜਦੋਂ ਉਹਨਾਂ ਨੂੰ ਸੀਗਾ ਕਿ ਸਾਡੇ ਬੱਚੇ ਵੀ ਇਦਾਂ ਦੇ ਹੋਣਗੇ ਜਿੱਦਾਂ ਉਹ, ਉਹਨਾਂ ਨੂੰ ਉੱਥੋਂ ਨਿਰਾਸ਼ਾ ਹੁੰਦੀ ਹੈ ਜਦੋਂ ਉਹ ਫਿਰ ਕਹਿੰਦੇ ਅਸੀਂ ਹਾਰ ਗਏ। ਦੇਖੋ ਆਪਾਂ ਜਿਹੜਾ ਦੇਖੋ ਆਪਾਂ ਕੀ ਕਰਦੇ ਹਾਂ, ਆਪਣਾ ਜਿਹੜਾ ਜੀਵਨ ਹੈ ਜੇ ਬੁਨਿਆਦੀ ਤੌਰ ਤੇ ਉਹਨਾਂ ਜੀਵਨ ਨਾਲੋਂ ਕਿੱਦਾਂ ਵੱਖਰਾ ਹੈ ਕਿ ਉਹ ਨਿਜਵਾਦੀ ਨੇ। ਗੋਰੇ ਬੰਦੇ ਲਈ ਉਹੀ ਲਾਈਫ ਹੈ, ਉਹ ਸ਼ੁਰੂ ਵੀ ਉਹਦੇ ਤੋਂ ਹੁੰਦੀ ਹੈ, ਉਹਦੀ ਲਾਈਫ ਖਤਮ ਵੀ ਉਹਦੇ ਨਾਲ ਹੁੰਦੀ। ਅਸੀਂ ਬਿਲਕੁਲ ਉਹਦੇ ਉਲਟਾ। ਤੁਸੀਂ ਦੇਖ ਲਓ ਆਮ ਇੱਥੇ ਦਾ ਜਿਹੜਾ ਰਵਾਇਤੀ ਢੰਗ ਹੈ, ਹੁਣ ਤਾਂ ਇੱਥੇ ਵੀ ਚਲੋ ਇੰਡੀਵਿਜੂਅਲਿਜ਼ਮ ਵੈਸਟ ਦਾ ਇਨਫਲੂਐਂਸ ਵਧੀ ਜਾ ਰਿਹਾ, ਲੇਕਿਨ ਜੋ ਸਾਡੀ ਰਵਾਇਤੀ ਪਰੰਪਰਾ ਸੀਗੀ ਉਹਦੇ 'ਚ ਅਸੀਂ ਆਪਣਾ ਅੱਧਾ ਜੀਵਨ ਜਿਹੜਾ ਹੈਗਾ ਪਹਿਲਾ ਫਸਟ ਹਾਫ ਜਿਹੜਾ ਮੋਟੇ ਤੌਰ 'ਤੇ ਜੇ ਆਪਾਂ ਜੀਵਨ ਨੂੰ ਅੱਧੇ 'ਚ ਵੰਡ ਦਈਏ ਤਾਂ ਪਹਿਲਾ ਹਾਫ ਆਪਾਂ ਪਿਛਲੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ। ਜੇ ਸਾਡੇ ਕੋਲ ਪੈਸਾ ਆ ਜਾਂਦਾ, ਜੇ ਅਸੀਂ ਕਾਮਯਾਬ ਹੋ ਜਾਂਦੇ, ਅਸੀਂ ਕਹਾਂ ਚਲੋ ਅਸੀਂ ਕੁਝ ਮਾਂ-ਬਾਪ ਦਾ ਕਰਨਾ। ਜੇ ਸਾਡੇ ਕੋਲ ਚੰਗਾ ਘਰ ਨਹੀਂ ਸੀ, ਘਰ ਬਣਾ ਦਈਏ। ਜੇ ਸਾਡੇ ਮਾਂ-ਬਾਪ ਅਸੀਂ ਗਰੀਬ ਸੀਗੇ, ਸਾਡੇ ਕੋਲ ਅਸੀਂ ਬੰਦਾ ਕਾਮਯਾਬ ਹੈ ਕਿਸੇ ਤਰ੍ਹਾਂ, ਉਹ ਚੰਗੇ ਪੈਸੇ ਆ, ਉਹ ਕਹਿੰਦਾ ਚਲੋ ਮੈਂ ਭੈਣਾਂ ਦਾ ਚੰਗੇ ਥਾਂ ਵਿਆਹ ਹੀ ਕਰ ਦੇਵਾਂ। ਤਾਂ ਅਸੀਂ ਜਿਹੜੀਆਂ ਚੀਜ਼ਾਂ ਕਸਰਾਂ ਰਹਿ ਗਈਆਂ, ਕਿਸ ਅੱਧਾ ਕੁ ਜੀਵਨ ਜਿਹੜਾ ਸਾਡਾ ਪਹਿਲਾ ਅੱਧਾ ਹੈ ਉਹ ਅਸੀਂ ਆਪਣੇ ਪਿਛਲੇ ਪਰਿਵਾਰ ਲਈ ਦੇ ਦਿੰਦੇ ਹਾਂ। ਅੱਛਾ, ਬਾਕੀ ਜਿਹੜਾ ਅੱਧਾ ਹੋ ਜਾਂਦਾ ਉਹ ਫਿਰ ਅਸੀਂ ਬੱਚਿਆਂ ਲਈ ਦੇ ਦਿੰਦੇ ਹਾਂ। ਅਸੀਂ ਦੇਖਦੇ ਹਾਂ ਕਿ ਮੈਂ ਮਤਲਬ ਆਪਣੇ ਬੱਚਿਆਂ ਦਾ ਕੁਝ ਬਣਾ ਦਾਂ। ਇਹ ਮੋਟੇ ਤੌਰ 'ਤੇ ਸਾਡਾ ਜੀਵਨ, ਅਸੀਂ ਇਹ ਤਾਂ ਮਾੜੀ ਗੱਲ ਨਹੀਂ, ਮੈਂ ਤੈਨੂੰ ਵਧੀਆ ਸਮਝਦਾ ਕਿ ਅਸੀਂ ਆਪਣਾ ਜੀਵਨ ਨੂੰ ਖੜੌਤ 'ਚ ਨਹੀਂ ਦੇਖਦੇ, ਕਿ ਇੱਕ ਲਕੀਰ ਹੀ ਨਹੀਂ ਦੇਖਦੇ ਵੀ ਮੇਰਾ ਹੀ ਜੀਵਨ ਮੇਰੇ ਨਾਲ ਸ਼ੁਰੂ ਹੋਇਆ ਮੇਰੇ ਨਾਲ ਖਤਮ। ਨਹੀਂ, ਪਹਿਲਾਂ ਅਸੀਂ ਪਾਸਟ ਨਾਲ ਆਪਣੇ ਜਨਰੇਸ਼ਨ ਨਾਲ ਦੌੜਦੇ ਹਾਂ, ਅੱਗੋਂ ਅਸੀਂ ਆਪਣੀ ਫਿਊਚਰ ਦੇ ਵਿੱਚ। ਤਾਂ ਇਹਦੇ ਨਾਲ ਕਿ ਨਿਰਾਸ਼ਾ ਨਹੀਂ ਆਉਂਦੀ, ਸਗੋਂ ਆਸ਼ਾ ਵੱਧਦੀ ਹੈ ਕਿ ਅਸੀਂ ਹਮੇਸ਼ਾ ਜਿਹੜਾ ਲਾਈਫ ਨੂੰ ਇੱਕ ਕੰਟੀਨਿਊਟੀ ਨਿਰੰਤਰਤਾ 'ਚ ਦੇਖਦੇ ਹਾਂ। ਉਹਨਾਂ ਲੋਕਾਂ ਦੀ ਲਾਈਫ ਇੱਕ ਲਕੀਰੀ ਹੈ, ਸਾਡੀ ਸਾਈਕਲ ਹੈ, ਉਹਨਾਂ ਦੀ ਇੱਕ ਲਕੀਰੀ ਹੈ। ਅਤੇ ਲੇਕਿਨ ਹੁਣ ਹੁੰਦਾ ਕੀ ਹੈ ਕਿ ਪ੍ਰਵਾਸ ਉਸ ਇਕੁਏਸ਼ਨ ਨੂੰ ਉਸ ਸਮੀਕਰਨ ਨੂੰ ਤੋੜ ਦਿੰਦਾ ਕਿ ਜੋ ਕੁਛ ਅਸੀਂ ਆਪਣੇ ਮਾਂ-ਬਾਪ ਲਈ ਕੀਤਾ, ਅਸੀਂ ਕਿਤੇ ਨਾ ਕਿਤੇ ਇਹ ਸੋਚਦੇ ਹਾਂ ਵੀ ਸਾਡੇ ਬੱਚੇ ਵੀ ਸਾਡੇ ਲਈ ਇਹ ਕਰਨਗੇ, ਲੇਕਿਨ ਉਹਨਾਂ ਨੇ ਉਹ ਨਹੀਂ ਕਰਨਾ। ਤਾਂ ਉਹਦਾ ਐਂਡ ਫਿਰ ਕੀ ਹੋਏਗਾ? ਨਿਰਾਸ਼ਾ। ਫਿਰ ਬੰਦਾ ਕਹਿੰਦਾ ਯਾਰ ਮੈਂ ਕਿਹਦੇ ਲਈ, ਮੈਂ ਤਾਂ ਸਾਰੀ ਜ਼ਿੰਦਗੀ ਪਹਿਲਾਂ ਆਪਣੇ ਮਾਂ-ਬਾਪ ਆਪਣੇ ਪਰਿਵਾਰ ਲਈ ਲਾਤੀ, ਬਾਕੀ ਦਾ ਅੱਧਾ ਜੀਵਨ ਇਹਨਾਂ ਲਈ ਲਾਤਾ, ਅਤੇ ਇਹਨਾਂ ਨੇ ਮੈਨੂੰ ਵਿੱਚੋਂ ਕੀ ਮਿਲਿਆ? ਤਾਂ ਉਹ ਇਹ ਮੈਂ ਦੇਖਿਆ, ਮੇਰਾ ਲੰਬੇ ਸਮੇਂ ਦਾ ਤਜਰਬਾ ਹੈ ਕਿ ਬਹੁਤ ਲੋਕ ਜਿਹੜੇ ਨੇ ਇਹ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਕਿ ਮੇਰਾ ਜੀਵਨ ਤਾਂ ਵਿਅਰਥ ਗਿਆ, ਕਿ ਜੋ ਕੁਛ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਉਮੀਦਾਂ ਸੀਗੀਆਂ ਵੀ ਇੱਦਾਂ ਦੇ ਹੋਣਗੇ, ਇਹ ਸਾਡੇ ਲਈ ਕਰਨਗੇ, ਉਹਨਾਂ ਦੇ 'ਤੇ ਨਹੀਂ ਪੂਰੇ ਉਤਰਦੇ। ਬਹੁਤ ਰੇਅਰ ਹੋਏਗਾ, ਹਜ਼ਾਰਾਂ 'ਚੋਂ ਇੱਕ ਜਿਹੜਾ ਉੱਤੇ। ਤਾਂ ਆਮ ਤੌਰ 'ਤੇ ਇੱਕ ਮਤਲਬ ਗੱਲ ਸੁਣਨ ਨੂੰ ਤੁਹਾਨੂੰ ਮਿਲੇਗੀ, ਸ਼ਾਇਦ ਤੁਸੀਂ ਸੁਣੀ ਲਈ ਹੋਏਗੀ। ਲੋਕ ਕਹਿੰਦੇ ਨੇ ਜਦੋਂ ਅਸੀਂ ਕਹਿੰਦੇ ਆਏ, ਕਹਿੰਦੇ ਡਾਲਰ ਪਾਉਂਡ ਤਾਂ ਬੜੇ ਕਮਾ ਲਏ ਪਰ ਅਸੀਂ ਬੱਚੇ ਗਵਾ ਲਏ। ਆਹ ਚੀਜ਼ ਜਿਹੜੀ ਹੈ ਬਹੁਤ ਲੋਕਾਂ ਤੋਂ ਤੁਹਾਨੂੰ ਸੁਣਨ ਨੂੰ ਮਿਲਦੀ ਹੈ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਅਤੇ ਸਾਡੇ ਅੱਜ ਦੇ ਵਿਸ਼ੇ 'ਤੇ ਤੁਸੀਂ ਤਫਸੀਲ ਦੇ ਨਾਲ ਗੱਲਬਾਤ ਕੀਤੀ। ਤੁਹਾਡਾ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਮੈਂ ਵੀ ਬਹੁਤ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਦਰਸ਼ਕਾਂ ਦੇ ਮੈਨੂੰ ਸਨਮੁਖ ਹੋਣ ਦਾ ਮੌਕਾ ਦਿੱਤਾ ਹੈ ਔਰ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।